खुदावंद दा धन्नवाद आ अज दे इस मुबारक समय दे लई जो परमेश्वर ने तुहाडी और मेरी जिंदगी दे विच बख्श दिता है। वेला पुज्जिया आ हुण खुदावंद दीआं गल्लां नूं सुणन दा, परमेश्वर दे दिल नूं जानण दा और अपने आप नूं खुदावंद दे वचन दे नाल ढालण दा समां आ पहुंचिया है। मैं चाहुंदा हां जिन्हें इंटरनेट दे वसीले दे नाल खुदावंद दे दिन नूं अज दे समय नूं अपनी जिंदगी दे विच जोड़दे ने ਉਹ अपनी ਅੱਖਾਂ ਨੂੰ ਬੰਦ ਕਰੀਏ। ਵੇਲਾ ਪੁੱਜਿਆ ਆ ਆਪਣੇ ਆਪ ਨੂੰ ਅਸੀਂ ਖੁਦਾਵੰਦ ਦੇ ਹੱਥਾਂ ਦੇ ਵਿੱਚ ਦੇਈਏ, ਆਪਣੇ ਰੂਹ ਜਿਸਮ ਜਾਨ ਨੂੰ ਖੁਦਾਵੰਦ ਦੇ ਹੱਥਾਂ ਦੇ ਵਿੱਚ ਦੇਈਏ, ਤਾਂ ਜੋ ਪਵਿੱਤਰ ਆਤਮਾ ਪ੍ਰੋਪਰ ਰੀਤੀ ਦੇ ਨਾਲ ਸਾਡੀ ਜ਼ਿੰਦਗੀਆਂ ਦੇ ਉੱਪਰ ਜ਼ੁੰਬਿਸ਼ ਕਰੇ, ਤਾਂ ਜੋ ਪਵਿੱਤਰ ਆਤਮਾ ਸਾਨੂੰ ਉਹਨਾਂ ਗੁੱਝੀਆਂ ਗੱਲਾਂ ਦੇ ਵੱਲ ਧਿਆਨ ਦਿਵਾਵੇ ਜਿਹੜੀਆਂ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਵ ਲੈ ਕੇ ਆਉਣ ਵਾਲੀਆਂ ਹੋਣ। और मैं चाहना अपनी अखां नूं बंद करिए और प्रार्थना की हालत दे विच चलदे हां। अपने आप नूं खुदावंद दे वचन दे लई तैयार करिए, अपने रूह जिसम जान नूं, अपनी सोचां नूं, अपने ख्यालां नूं तैयार करिए और अपने दिल नूं खाली करिए वचन दे नाल भरन दे लई। आइए अपनी अखां नूं बंद करदे हां और प्रार्थना की हालत दे विच चलदे हां। सच्चा जिंदा मेहरबान खुदावंद पिता परमेश्वर प्रभु यीशु मसीह दे वसीले दे नाल तुहाडा शुक्र अदा करदे हां प्रभु, ਅੱਜ ਦੇ ਦਿਨ ਦੇ ਲਈ, ਸਮੇਂ ਦੇ ਲਈ ਜੋ ਸਾਨੂੰ ਸਾਰਿਆਂ ਨੂੰ ਤੁਸੀਂ ਜ਼ਿੰਦਾ ਰੱਖਿਆ, ਸੰਭਾਲ ਕੇ ਰੱਖਿਆ ਪ੍ਰਭੂ ਜੀ, ਔਰ ਸਭ ਤੋਂ ਵੱਧ ਕੇ ਆਪਣੀ ਹਜ਼ੂਰੀ ਦੇ ਵਿੱਚ ਬਣਾ ਕੇ ਰੱਖਿਆ। ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਵਿੱਤਰ ਪਰਮੇਸ਼ਵਰ, ਔਰ ਸ਼ੁਕਰ ਕਰਦੇ ਹਾਂ ਕਿ ਪਵਿੱਤਰ ਆਤਮਾ ਦੇ ਵਸੀਲੇ ਦੇ ਦੁਆਰਾ ਅੱਜ ਖੁਦਾਬੰਦ ਅੱਛੀ ਰੀਤੀ ਦੇ ਨਾਲ ਤੁਹਾਡੇ ਬੱਚਿਆਂ ਨੇ ਗਾ ਕੇ ਵਜਾ ਕੇ ਤੁਹਾਡੇ ਨਾਮ ਨੂੰ ਖੁਦਾਬੰਦ ਮਹਿਮਾ ਦਿੱਤੀ ਆ। ਵਿਸ਼ਵਾਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਆ ਪ੍ਰਭੂ ਜੀ, ਔਰ ਤੁਹਾਡੇ ਲੋਕਾਂ ਨੇ ਆਨੰਦ ਨੂੰ ਹਾਸਲ ਕੀਤਾ ਆ ਮੇਰੇ ਪ੍ਰਭੂ ਜੀ, ਔਰ ਧੰਨਵਾਦ ਕਰਦੇ ਹਾਂ ਤੁਹਾਡੀ ਵੱਡੀ ਕਿਰਪਾ ਦੇ ਲਈ ਜੋ ਸਾਡੇ ਉੱਪਰ ਆ ਮੇਰੇ ਪ੍ਰਭੂ, ਔਰ ਬੜੀ ਨਿਮਰਤਾ ਸਹਿਤ ਬੇਨਤੀ ਆ ਮੇਰੇ ਪ੍ਰਭੂ ਕਿ ਤੁਸੀਂ ਆਪਣਾ ਸੱਜਾ ਹੱਥ ਸਾਡੀ ਜ਼ਿੰਦਗੀਆਂ ਤੇ ਸਰਵਦਾ ਹੀ ਬਣਾ ਕੇ ਰੱਖਣਾ ਮੇਰੇ ਪ੍ਰਭੂ, ਕਿਉਂਕਿ ਤੁਹਾਡੇ ਤੋਂ ਬਾਝੋਂ ਅਸੀਂ ਇੱਕ ਕਦਮ ਵੀ ਨਹੀਂ ਚੱਲ ਸਕਦੇ ਮੇਰੇ ਪ੍ਰਭੂ ਜੀ। ਅਗਰ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਡਿੱਗ ਜਾਵਾਂਗੇ ਮੇਰੇ ਪ੍ਰਭੂ। ਇਸ ਲਈ ਖੁਦਾਵੰਦ ਸਾਡੀ ਬੇਨਤੀ ਆ ਪ੍ਰਭੂ, ਤੁਸੀਂ ਸਾਡੇ ਅੰਗ ਸੰਗ ਹੋਵੋ, ਸਾਡੇ ਮਦਦਗਾਰ ਬਣੋ ਮੇਰੇ ਪ੍ਰਭੂ ਜੀ, ਔਰ ਅਸੀਂ ਆਪਣੀ ਜ਼ਿੰਦਗੀ 'ਚ ਤੁਹਾਨੂੰ ਪਹਿਲਾ ਸਥਾਨ ਦਿੰਦੇ ਹਾਂ ਮੇਰੇ ਪ੍ਰਭੂ। ਹੁਣ ਅਸੀਂ ਆਪਣੇ ਰੂਹ ਜਿਸਮ ਜਾਨਾਂ ਨੂੰ, ਸੋਚਾਂ ਖਿਆਲਾਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਦੇ ਦਿੰਦੇ ਹਾਂ ਮੇਰੇ ਪ੍ਰਭੂ। ਆਓ ਪਵਿੱਤਰ ਆਤਮਾ ਜੀ ਸਾਡੀ ਜ਼ਿੰਦਗੀ ਦੇ ਉੱਪਰ ਆਪਣਾ ਅਧਿਕਾਰ ਲੈ ਲਵੋ, ਤਾਂ ਜੋ ਜਦ ਅਸੀਂ ਕਲਾਮ ਨੂੰ ਸੁਣੀਏ ਤੇ ਸਾਡਾ ਧਿਆਨ ਇੱਧਰ ਉੱਧਰ ਨਾ ਜਾਵੇ, ਸਿੱਧਾ ਹੀ ਵਚਨ ਦੇ ਵੱਲ ਜਾਵੇ, ਔਰ ਵਚਨ ਨੂੰ ਅਸੀਂ ਖਾਣ ਵਾਲੇ ਬਣ ਜਾਈਏ ਮੇਰੇ ਪ੍ਰਭੂ, ਤਾਂ ਜੋ ਅਸੀਂ ਵੀ ਯਰਮਾਇਆ ਦੀ ਤਰ੍ਹਾਂ ਕਹਿ ਸਕੀਏ ਤੇਰੇ ਵਚਨ ਮੈਨੂੰ ਲੱਭੇ ਤੇ ਮੈਂ ਉਹਨਾਂ ਨੂੰ ਖਾ ਲਿਆ ਤੇ ਉਹ ਮੇਰੇ ਦਿਲ ਨੂੰ ਸਕੂਨ ਦਿੰਦੇ ਮੇਰੇ ਪਰਮੇਸ਼ਵਰ। ਤੁਹਾਡਾ ਵਚਨ ਸੱਚ ਹੈ ਕਿ ਇਹ ਤਸੱਲੀ ਦੇਣ ਦੇ ਯੋਗ ਆ ਮੇਰੇ ਪ੍ਰਭੂ ਜੀ, ਔਰ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਇਸ ਸਮੇਂ ਤੁਹਾਡੇ ਬੰਦੇ ਦੀ ਆਵਾਜ਼ ਨੂੰ ਸੁਣਦੇ ਨੇ ਮੇਰੇ ਪ੍ਰਭੂ। ਬਹੁਤਾਇਤ ਦੀ ਬਰਕਤ ਔਰ ਆਸ਼ੀਸ਼ ਨੂੰ ਪ੍ਰਾਪਤ ਕਰਨ ਮੇਰੇ ਪ੍ਰਭੂ। ਮੈਂ ਤੁਹਾਡਾ ਦਾਸ ਹੋਣ ਦੇ ਨਾਤੇ ਤੁਹਾਡੇ ਦਿੱਤੇ ਅਧਿਕਾਰ ਦੇ ਨਾਲ ਸੁਣਨ ਵਾਲੀਆਂ ਜ਼ਿੰਦਗੀਆਂ ਦੇ ਉੱਪਰ ਆਸ਼ੀਸ਼ ਨੂੰ ਢੇਲਦਾ ਹਾਂ ਮੇਰੇ ਪ੍ਰਭੂ ਜੀ, ਔਰ ਇਹ ਜ਼ਿੰਦਗੀਆਂ ਵੱਧਦੀਆਂ ਚਲੀਆਂ ਜਾਣ ਖੁਦਾਵੰਦ, ਇਹਨਾਂ ਦੇ ਆਤਮਿਕ ਦਾਇਰੇ ਦੇ ਵਿੱਚ ਵਾਧਾ ਹੋ ਜਾਵੇ ਮੇਰੇ ਪ੍ਰਭੂ ਜੀ। ਮੈਂ ਤੁਹਾਡੇ ਦਿੱਤੇ ਅਧਿਕਾਰ ਦੇ ਨਾਲ ਤੁਹਾਡੇ ਬੱਚਿਆਂ ਦੇ ਆਤਮਿਕ ਦਾਇਰੇ ਨੂੰ ਵਧਾ ਦਿੰਦਾ ਹਾਂ ਮੇਰੇ ਪ੍ਰਭੂ ਜੀ। ਅੱਜ ਦੇ ਦਿਨ ਮੈਂ ਇਹਨਾਂ ਨੂੰ ਆਸ਼ੀਸ਼ ਔਰ ਬਰਕਤ ਦਿੰਦਾ, ਔਰ ਖੁਦਾਵੰਦ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਹੁਤਾਇਤ ਦੇ ਨਾਲ ਤੁਹਾਡੇ ਨਾਮ ਦੀ ਉਸਤਤ ਕਰ ਸਕੀਏ ਮੇਰੇ ਪ੍ਰਭੂ ਜੀ। ਤਾਰੀਫ ਕਰਦੇ ਹਾਂ, ਤੁਹਾਡੀ ਵਡਿਆਈ ਕਰਦੇ ਹਾਂ, ਤੁਹਾਡੇ ਹੀ ਨਾਮ ਨੂੰ ਮੁਬਾਰਕ ਆਖਦੇ ਹੋਏ ਪ੍ਰਾਰਥਨਾ ਨੂੰ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਮੇ ਗॉड ਬਲੈਸ। ਯਾਕੂਬ ਦਾ ਪਰਮੇਸ਼ਵਰ ਤੁਹਾਨੂੰ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਦੇਵੇ, ਜੋ ਤੁਸੀਂ ਆਪਣੇ ਬਹੁਤ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਅੱਜ ਦੀ ਆਰਾਧਨਾ ਨੂੰ ਤੁਸੀਂ ਜੁਆਇਨ ਕੀਤਾ, ਸੁਣਿਆ, ਸਮਝਿਆ ਆ, ਆਨੰਦ ਨੂੰ ਹਾਸਲ ਕੀਤਾ ਆ, ਔਰ ਸਮਾਂ ਆ ਪਹੁੰਚਿਆ ਆ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦਾ। ਔਰ ਮੈਂ ਵੀ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਵਚਨ ਦੇ ਪਿਆਸੇ ਆ, ਔਰ ਬਾਈਬਲ ਤਾਂ ਇਹੀ ਕਹਿੰਦਾ ਕਿ ਜਿਹੜਾ ਪਿਆਸਾ ਆ ਯਿਸੂ ਮਸੀਹ ਉਹਦੀ ਪਿਆਸ ਨੂੰ ਬੁਝਾ ਦਿੰਦੇ ਆ। ਹਾਲੇਲੂਇਆ। ਔਰ ਮੈਂ ਇਹ ਆਸ ਕਰਦਾ ਹਾਂ ਕਿ ਹੁਣ ਕੋਈ ਹਿਲਜੁਲ ਨਹੀਂ ਕਰੇਗਾ, ਕਿਉਂਕਿ ਇਹ ਸਮਾਂ ਖੁਦਾਵੰਦ ਦੇ ਵਚਨ ਨੂੰ ਸੁਣਨ ਦਾ ਆ, ਸਮਝਣ ਦਾ ਆ ਤੇ ਆਪਣੀ ਜ਼ਿੰਦਗੀ ਨੂੰ ਨਿਹਾਲ ਕਰਨ ਦਾ ਆ। ਵਚਨ ਦਾ ਇੱਕ ਸ਼ਬਦ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ ਆ। ਕਿਤੇ ਇਹੋ ਨਾ ਹੋਵੇ ਕਿ ਜਦੋਂ ਇੱਕ ਸ਼ਬਦ
ਤੁਹਾਡੇ ਕੰਨਾਂ ਤੱਕ ਪਹੁੰਚਣ ਵਾਲਾ ਹੋਵੇ ਤੇ ਤੁਸੀਂ ਕੋਈ ਆਪਣਾ ਘਰ ਦਾ ਕੰਮ ਕਰਨ ਦੇ ਲਈ ਉੱਠ ਖੜੇ ਹੋਵੋ। ਪਰ ਮੈਂ ਚਾਹੁੰਦਾ ਕਿ ਇਸ ਤਰ੍ਹਾਂ ਨਾ ਹੋਵੇ। ਤੁਸੀਂ ਆਪਣਾ ਜਿਹੜਾ ਸਮਾਂ ਆ ਹੁਣ ਵਚਨ ਦੇ ਵਿੱਚ ਬੰਨ੍ਹ ਕੇ ਰੱਖਣਾ, ਆਪਣੇ ਆਪ ਨੂੰ ਖੁਦਾਬੰਦੀ ਹਜ਼ੂਰੀ ਦੇ ਵਿੱਚ ਬੰਨ੍ਹ ਕੇ ਰੱਖਣਾ ਆ। ਯਾਕੂਬ ਦਾ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ। ਆਈਏ ਆਪਣੀ ਅੱਖਾਂ ਨੂੰ ਆਪਣੇ ਬਾਈਬਲਾਂ ਨੂੰ ਖੋਲੀਏ ਔਰ ਆਪਣੀਆਂ ਜਿਹੜੀਆਂ ਆਤਮਿਕ ਅੱਖਾਂ ਆ ਉਹਨਾਂ ਨੂੰ ਵੀ ਖੋਲੀਏ, ਆਪਣੇ ਆਤਮਿਕ ਕੰਨਾਂ ਨੂੰ ਵੀ ਖੋਲੀਏ, ਤਾਂ ਜੋ ਤੁਸੀਂ ਵਚਨ ਨੂੰ ਗ੍ਰਹਿਣ ਕਰ ਸਕੋ। ਮੇਰੇ ਨਾਲ ਓਪਨ ਕਰੀਏ ਖੁਦਾਬੰਦ ਦੇ ਵਚਨ ਨੂੰ। ਯਾਕੂਬ ਦੀ ਪੱਤਰੀ ਉਹਦਾ 4 ਨੰਬਰ ਅਧਿਆਇ। ਬਾਈਬਲ ਇੱਕ ਥਾਂ ਦੇ ਉੱਪਰ ਇਨਸਾਨ ਨੂੰ ਨਾਦਾਨ ਆਖਦਾ ਆ, ਫੂਲ ਆਖਦਾ ਆ। ਨਾਦਾਨ ਕਿਉਂ ਆਖਦਾ ਆ? ਅੱਜ ਅਸੀਂ ਉਹਨਾਂ ਗੱਲਾਂ ਦੇ ਉੱਪਰ ਹੀ ਜ਼ਿਕਰ ਕਰਨਾ, ਜ਼ੋਰ ਦੇਣਾ ਆ ਔਰ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿ ਬਾਈਬਲ ਇੱਕ ਇਨਸਾਨ ਨੂੰ ਨਾਦਾਨ ਕਿਉਂ ਆਖਦਾ ਹੈ। ਕਿਉਂ? ਕਿਉਂਕਿ ਜਿਸ ਇਨਸਾਨ ਨੂੰ ਪਤਾ ਹੀ ਨਹੀਂ ਆ ਕਿ ਉਹ ਜੋ ਕਰਦਾ ਪਿਆ ਆ ਕਿ ਉਹਦੇ ਲਈ ਲਾਭਵੰਤ ਆ ਜਾਂ ਨਹੀਂ ਆ, ਜਿਸ ਇਨਸਾਨ ਨੂੰ ਇਹੀ ਨਹੀਂ ਪਤਾ, ਇਹਦਾ ਮਤਲਬ ਉਹ ਹਲੇ ਨਾਦਾਨ ਆ। ਉਹਨੂੰ ਪਤਾ ਨਹੀਂ ਆ ਕਿ ਉਹਨੂੰ ਕੀ ਕਰਨਾ ਚਾਹੀਦਾ ਔਰ ਉਹ ਕੀ ਕਰਦਾ ਪਿਆ ਹੈ। ਉਹਨੂੰ ਕੀ ਸੋਚਣਾ ਚਾਹੀਦਾ ਔਰ ਉਹ ਕੀ ਸੋਚਦਾ ਪਿਆ। ਉਹਨੂੰ ਕੀ ਗ੍ਰਹਿਣ ਕਰਨਾ ਚਾਹੀਦਾ ਔਰ ਉਹ ਕੀ ਗ੍ਰਹਿਣ ਕਰਦਾ ਪਿਆ ਆ। ਅਗਰ ਇਸ ਗੱਲ ਦਾ ਇਨਸਾਨ ਨੂੰ ਪਤਾ ਨਹੀਂ ਆ ਤੇ ਇਹਦਾ ਮਤਲਬ ਉਹ ਨਾਦਾਨ ਆ ਹਲੇ। ਹਾਲੇਲੂਇਆ। ਜਿਸ ਪ੍ਰਾਣੀ ਨੂੰ ਹਲੇ ਤੱਕ ਪਾਕਰੂ ਨਹੀਂ ਹਾਸਿਲ ਹੋਇਆ, ਉਹ ਹਲੇ ਆਤਮਿਕ ਗੱਲਾਂ ਤੋਂ ਨਾਦਾਨ ਆ ਹਲੇ। ਅੱਜ ਦਾ ਇਨਸਾਨ ਭੱਜ ਦੌੜ ਕਰਨ ਦੇ ਵਿੱਚ ਲੱਗਾ ਪਿਆ, ਪੈਸਾ ਕਮਾਉਣ ਦੇ ਵਿੱਚ ਲੱਗਾ ਪਿਆ, ਅਮੀਰ ਹੋਣ ਦੇ ਵਿੱਚ ਲੱਗਾ ਪਿਆ, ਆਪਣੇ ਆਪ ਨੂੰ ਔਰ ਆਪਣੇ ਪਰਿਵਾਰ ਨੂੰ ਸੈੱਟ ਕਰਨ ਦੇ ਵਿੱਚ ਲੱਗਾ ਪਿਆ ਕਿ ਕਿੱਦਾਂ ਉਹ ਆਪਣੇ ਫਾਈਨਾਂਸ ਨੂੰ ਸੈੱਟ ਕਰੇ, ਆਪਣੇ ਪਰਿਵਾਰ ਨੂੰ ਸੈੱਟ ਕਰੇ। ਇਹਨਾਂ ਗੱਲਾਂ ਦੇ ਵਿੱਚ ਹੀ ਲੱਗਾ ਹੋਇਆ, ਪਰ ਉਹ ਇਹ ਨਹੀਂ ਸੋਚਦਾ ਕਿ ਇਹ ਸਾਡੇ ਕਿਸੇ ਕੰਮ ਦਾ ਨਹੀਂ ਆ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਪੈਸਾ ਨਾ ਕਮਾਓ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਪੈਸਾ ਨਾ ਜੋੜੋ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਜੌਬ ਨਾ ਕਰੋ, ਪਰ ਬਾਈਬਲ ਕਹਿੰਦਾ ਆ ਕਿ ਜੇ ਅਸੀਂ ਇਹਨਾਂ ਕੰਮਾਂ ਦੇ ਵਿੱਚ ਹੀ ਲੱਗੇ ਰਹੇ ਤੇ ਅਸੀਂ ਨਾਦਾਨ ਆ। ਤੇ ਬਾਈਬਲ ਕਹਿੰਦਾ ਹੈ ਨਾਦਾਨ, ਜੇ ਅੱਜ ਤੇਰੀ ਜਾਨ ਤੇ ਤੋਂ ਲੈ ਲਈ ਜਾਵੇ ਤਾਂ ਜੋ ਤੂੰ ਜੋੜਿਆ ਆ, ਜੋ ਤੂੰ ਕਮਾਇਆ ਆ, ਤਾਂ ਜਿਹਦੇ ਉੱਪਰ ਤੂੰ ਭਰੋਸਾ ਰੱਖਿਆ ਉਹ ਕਿਸ ਕੰਮ ਦਾ? ਤੇਰਾ ਪੈਸਾ ਜੋ ਤੂੰ ਜੋੜਿਆ ਇਹ ਤੈਨੂੰ ਸਵਰਗ ਨਹੀਂ ਲੈ ਕੇ ਜਾ ਸਕਦਾ। ਜਿਸ ਪੈਸੇ ਦੇ ਨਾਲ ਤੂੰ ਆਪਣੀਆਂ ਖੁਆਇਸ਼ਾਂ ਨੂੰ ਪੂਰਾ ਕਰਦਾ, ਆਪਣੀਆਂ ਇੱਛਾਵਾਂ ਨੂੰ ਪੂਰਾ ਕਰਦਾ, ਆਪਣੇ ਮੂੰਹ ਚੋਂ ਬੋਲਦਾ ਤੇ ਤੇਰੇ ਸਾਹਮਣੇ ਉਹ ਚੀਜ਼ ਆ ਜਾਂਦੀ ਆ, ਇਹ ਗੱਲਾਂ ਤੇਰੇ ਕਿਸੇ ਕੰਮ ਦੀਆਂ ਨਹੀਂ ਆ। ਹਾਲੇਲੂਇਆ। ਮੈਂ ਬਾਈਬਲ ਦੇ ਵਿੱਚੋਂ ਤੁਹਾਨੂੰ ਰੈਫਰੈਂਸ ਦੇਣੇ ਆ, ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਜਾਣੇ ਚਾਹੀਦੇ। ਯਿਸੂ ਮਸੀਹ ਕਹਿੰਦੇ ਮੈਂ ਉਤਾਹਾਂ ਦਾ ਆ, ਇਸ ਲਈ ਧਰਤੀ ਦੀਆਂ ਗੱਲਾਂ ਦੇ ਉੱਪਰ ਮਨ ਨਹੀਂ ਲਗਾਉਂਦਾ। ਕਹਿੰਦੇ ਮੈਂ ਉਤਾਹਾਂ ਦਾ ਆ, ਇਸ ਲਈ ਉਤਾਹਾਂ ਦੀਆਂ ਗੱਲਾਂ ਕਰਦਾ ਆ। ਔਰ ਯਿਸੂ ਮਸੀਹ ਤੁਹਾਨੂੰ ਤੇ ਮੈਨੂੰ ਵੀ ਆਖਦੇ ਆ ਕਿ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਲਗਾਓ, ਧਰਤੀ ਦੀਆਂ ਗੱਲਾਂ ਦੇ ਉੱਪਰ ਨਹੀਂ। ਜੋ ਪੈਸਾ ਅਸੀਂ ਕਮਾਉਣ ਦੇ ਵਿੱਚ, ਜੋ ਪੈਸਾ ਅਸੀਂ ਜੋੜਨ ਦੇ ਵਿੱਚ ਲੱਗੇ ਪਏ ਆ, ਇਹ ਸਵਰਗ ਦੇ ਵਿੱਚ ਨਹੀਂ ਚੱਲਣਾ। ਇਹ ਨੋਟ, ਇਹ ਪੈਸੇ, ਇਹ ਸਿੱਕੇ, ਇਹ ਰੁਤਬਾ, ਇਹ ਸ਼ੌਹਰਤ ਸਵਰਗ ਦੇ ਵਿੱਚ ਇਸਤੇਮਾਲ ਨਹੀਂ ਕੀਤੀ ਜਾ ਸਕਦੀ। ਨਾ ਇਸ ਪੈਸੇ ਨੇ ਸਵਰਗ 'ਚ ਜਾਣਾ ਤੇ ਨਾ ਇਹਨੇ ਤੁਹਾਨੂੰ ਜਾਣ ਦੇਣਾ ਆ। ਪਰ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਪੈਸਾ ਨਾ ਕਮਾਓ। ਹਾਲੇਲੂਇਆ। ਤੁਹਾਨੂੰ ਚਾਹੀਦਾ ਆ, ਅਗਰ ਤੁਸੀਂ ਪੈਸਾ ਕਮਾ ਰਹੇ ਆ ਤਾਂ ਬਹੁਤ ਅੱਛੀ ਗੱਲ ਆ, ਪਰ ਉਹਦੇ ਨਾਲ ਆਪਣੀ ਤਿਆਰੀ ਵੀ ਰੱਖੋ ਸਵਰਗ ਜਾਣ ਦੀ। ਕਿਤੇ ਬਾਈਬਲ ਤੁਹਾਨੂੰ ਨਾਦਾਨ ਨਾ ਕਹਿੰਦਾ ਹੋਵੇ। ਕਿਉਂ? ਕਿਉਂਕਿ ਜਿਹੜਾ ਪਰਸਨ ਸਿਰਫ ਪੈਸਾ ਕਮਾਉਣ 'ਚ ਲੱਗਾ ਪਿਆ ਉਹ ਨਾਦਾਨ ਆ, ਕਿਉਂਕਿ ਉਹਨੂੰ ਪਤਾ ਨਹੀਂ ਆ ਕਿ ਇਹ ਪੈਸਾ ਮੈਨੂੰ ਸਵਰਗ ਨਹੀਂ ਲੈ ਕੇ ਜਾ ਸਕਦਾ। ਹਾਲੇਲੂਇਆ। ਉਮੀਦ ਕਰਦਾ ਹਾਂ ਤੁਸੀਂ ਟਾਈਟਲ ਨੂੰ ਸਮਝ ਪਾ ਰਹੇ ਆ। ਯਿਸੂ ਮਸੀਹ ਕਹਿੰਦੇ ਮੈਂ ਉਤਾਹਾਂ ਦਾ ਆ, ਇਸ ਲਈ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਗੌਰ ਕਰਦਾ ਆ ਔਰ ਸਿਖਾਉਣ ਦੀ ਕੋਸ਼ਿਸ਼ ਕਰਦਾ। ਯਿਸੂ ਮਸੀਹ ਨੇ ਧਰਤੀ ਦੀਆਂ ਗੱਲਾਂ ਨਹੀਂ ਦੱਸੀਆਂ। ਯਿਸੂ ਮਸੀਹ ਕਹਿੰਦੇ ਮੈਂ ਜਾਂਦਾ ਆ ਪਿਤਾ ਦੇ ਕੋਲ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਦੇ ਲਈ।
ਕਹਿੰਦੇ ਜੇ ਉੱਥੇ ਇਦਾਂ ਨਾ ਹੁੰਦਾ ਤੇ ਮੈਂ ਤੁਹਾਨੂੰ ਕਹਿੰਦਾ ਹੀ ਕਿਉਂ। ਹਾਲੇਲੂਇਆ। ਕਿਉਂਕਿ ਉੱਪਰ ਹੈ, ਅਸੀਂ ਉੱਪਰ ਧਨ ਜੋੜਨਾ ਆ। ਬਾਈਬਲ ਕਹਿੰਦਾ ਧਰਤੀ ਤੇ ਧਨ ਨਾ ਜੋੜੋ, ਜਿੱਥੇ ਚੋਰ ਚੋਰੀ ਕਰਦਾ ਤੇ ਕੀੜਾ ਲੱਗਦਾ ਤੇ ਜੰਗਾਲ ਲੱਗ ਜਾਂਦਾ ਆ। ਬਾਈਬਲ ਕਹਿੰਦਾ ਸਵਰਗ 'ਚ ਧਨ ਜੋੜੋ, ਜਿੱਥੇ ਨਾ ਕੀੜਾ ਲੱਗਦਾ ਤੇ ਨਾ ਚੋਰ ਚੋਰੀ ਕਰਦਾ ਆ। ਹਾਲੇਲੂਇਆ। ਔਰ ਇੱਕ ਥਾਂ ਤੇ ਵਚਨ ਆਖਦਾ, ਕਹਿੰਦਾ ਜਿੱਥੇ ਤੇਰਾ ਧਨ ਆ ਉੱਥੇ ਤੇਰਾ ਮਨ ਆ। ਹਾਲੇਲੂਇਆ। ਜੇ ਅਸੀਂ ਧਰਤੀ ਦੇ ਉੱਤੇ ਪੈਸਾ ਜੋੜਨ ਦੇ ਵਿੱਚ ਲੱਗੇ ਰਵਾਂਗੇ, ਰੁਤਬਾ ਕਮਾਉਣ ਦੇ ਵਿੱਚ ਲੱਗੇ ਰਵਾਂਗੇ, ਤੇ ਸਾਡਾ ਮਨ ਵੀ ਫਿਰ ਇੱਥੇ ਹੀ ਲੱਗਾ ਰਹਿਣਾ। ਫਿਰ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਸਾਡਾ ਮਨ ਜਿਹੜਾ ਲੱਗਣਾ ਨਹੀਂ ਆ। ਔਰ ਸੱਚਾਈ ਇਹ ਹੈ ਕਿ ਇਨਸਾਨ ਦਾ ਮਨ ਜਿਹੜਾ ਉਤਾਹਾਂ ਲੱਗਣਾ ਬਹੁਤ ਜ਼ਰੂਰੀ ਆ। ਉਤਾਹਾਂ ਦੀਆਂ ਗੱਲਾਂ ਦੇ ਉੱਪਰ ਇਨਸਾਨ ਦੇ ਮਨ ਦਾ ਲੱਗਣਾ ਬਹੁਤ ਜ਼ਰੂਰੀ ਆ। ਅਗਰ ਤੁਹਾਡਾ ਮਨ ਉਤਾਹਾਂ ਦੀਆਂ ਗੱਲਾਂ ਦੇ ਉੱਪਰ, ਯਾਨੀ ਕਿ ਉੱਪਰ ਦੀਆਂ ਗੱਲਾਂ ਦੇ ਉੱਪਰ ਨਹੀਂ ਲੱਗਦਾ ਪਿਆ ਆ, ਤੇ ਇਟ ਮੀਨਸ ਕਿ ਤੁਹਾਡਾ ਜਿਹੜਾ ਮਨ ਧਰਤੀ ਦੇ ਕੰਮਾਂ ਦੇ ਉੱਪਰ, ਧਰਤੀ ਦੀਆਂ ਗੱਲਾਂ ਦੇ ਉੱਪਰ, ਧਰਤੀ ਦੀ ਟੈਕਨੋਲੋਜੀ ਦੇ ਉੱਪਰ ਲੱਗਾ ਪਿਆ ਆ। ਹਾਲੇਲੂਇਆ। ਅਗਰ ਤੁਸੀਂ ਸਮਝ ਪਾਇਆ ਤਾਂ ਵਚਨ ਬਹੁਤ ਈਜ਼ੀ ਆ ਤੁਹਾਡੇ ਲਈ ਸਮਝਣਾ। ਆਪਣੇ ਦਿਲ ਨੂੰ ਜਰਾ ਚੇਂਜ ਕਰਨ ਦੀ ਕੋਸ਼ਿਸ਼ ਕਰੋ। ਇਹਨੂੰ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਮਨ ਜਿਹੜਾ ਆ ਇਹਨੂੰ ਲਗਾਉਣ ਦੀ ਕੋਸ਼ਿਸ਼ ਕਰੋ। ਆਪਣੇ ਦਿਲ ਦੇ ਅੰਦਰ ਇੱਕ ਜਗ੍ਹਾ ਬਣਾਓ ਜਿਹਦੇ ਵਿੱਚ ਉਤਾਹਾਂ ਦੀਆਂ ਗੱਲਾਂ ਜਮ੍ਹਾਂ ਹੋ ਜਾਣ। ਬਾਈਬਲ ਦੇ ਵਚਨ ਜਿਹੜੇ ਹੈ ਇਹ ਪਵਿੱਤਰ ਆਤਮਾ ਦੇ ਦੁਆਰਾ ਸਾਡੇ ਤੱਕ ਪਹੁੰਚੇ ਨੇ, ਔਰ ਇਹ ਉਤਾਹਾਂ ਦੀਆਂ ਗੱਲਾਂ ਆ। ਤਾਂ ਜੇ ਇਹਨਾਂ ਨੂੰ ਸਮਝਣਾ ਨਹੀਂ, ਇਹਨਾਂ ਨੂੰ ਪੜ੍ਹਨਾ ਨਹੀਂ, ਇਹਨਾਂ ਦੇ ਉੱਪਰ ਧਿਆਨ ਨਹੀਂ ਦੇਣਾ, ਗੌਰ ਨਹੀਂ ਕਰਨਾ, ਤੇ ਮੁਸ਼ਕਿਲ ਆ। ਫਿਰ ਇਹਨੇ ਸਾਨੂੰ ਦੋਸ਼ੀ ਠਹਿਰਾ ਦੇਣਾ ਇੱਕ ਦਿਨ। ਮੈਂ ਪਹਿਲਾਂ ਵੀ ਦੱਸਿਆ, ਮੈਂ ਅੱਜ ਵੀ ਦੱਸਦਾ, ਇਹ ਉਹ ਬਾਈਬਲ ਆ ਜਿਹੜਾ ਸਾਨੂੰ ਬਰਕਤਾਂ ਹਾਸਲ ਕਰਨਾ ਸਿਖਾਉਂਦਾ, ਜਿਹੜਾ ਸਾਨੂੰ ਸਵਰਗ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਔਰ ਜੇ ਅਸੀਂ ਇਹਦੇ ਵਿੱਚ ਲਿਖੀਆਂ ਗੱਲਾਂ ਨੂੰ ਨਹੀਂ ਮੰਨਦੇ, ਤੇ ਇਹੀ ਬਾਈਬਲ ਆ ਜਿਹਨੇ ਸਾਨੂੰ ਉਸ ਦਿਨ ਦੋਸ਼ੀ ਠਹਿਰਾਉਣਾ ਆ, ਜਦੋਂ ਨਿਆਂ ਦੀ ਲਾਈਨ ਦੇ ਵਿੱਚ ਅਸੀਂ ਲੱਗੇ ਹੋਣਾ ਆ। ਹਾਲੇਲੂਇਆ। ਅੱਜ ਦਾ ਇਨਸਾਨ ਭੁੱਲ ਬੈਠਾ ਆ ਮੌਤ ਨੂੰ, ਭੁੱਲ ਬੈਠਾ ਹੈ ਸਵਰਗ ਨੂੰ, ਭੁੱਲ ਬੈਠਾ ਹੈ ਨਰਕ ਨੂੰ। ਕੁਝ ਲੋਕਾਂ ਦਾ, ਕੁਝ ਜਿਹੜੇ ਆਪਣੇ ਆਪ ਨੂੰ ਬਹੁਤ ਰੁਤਬੇ ਵਾਲੇ ਸਮਝਦੇ ਆ ਜਾਂ ਬਹੁਤ ਪੈਸਾ ਕਮਾ ਕੇ ਬੈਠੇ ਹੋਏ ਨੇ, ਉਹਨਾਂ ਦੀ ਜ਼ੁਬਾਨ ਦੇ ਉੱਪਰ ਇੱਕੋ ਹੀ ਸ਼ਬਦ ਹੁੰਦਾ ਆ, ਸਵਰਗ ਨਰਕ ਕਿਹਨੇ ਦੇਖਿਆ, ਸਭ ਕੁਝ ਇੱਥੇ ਹੀ ਆ। ਪਰ ਮੈਂ ਉਹਨਾਂ ਘੱਟ ਗਿਆਨ ਵਾਲੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਈਬਲ ਤੁਹਾਡੇ ਵਰਗੇ ਇਨਸਾਨਾਂ ਨੂੰ ਨਾਦਾਨ ਆਖਦਾ ਹੈ, ਕਿਉਂਕਿ ਤੁਸੀਂ ਧਰਤੀ ਦੇ ਉੱਤੇ ਦਾ ਧਨ ਕਮਾ ਲਿਆ, ਲੇਕਿਨ ਤੁਸੀਂ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਕੰਗਾਲ ਆ। ਇਨਸਾਨ ਦੀ ਨਜ਼ਰਾਂ 'ਚ ਤੇ ਤੁਸੀਂ ਬਹੁਤ ਅਮੀਰ ਹੋ ਸਕਦੇ ਆ, ਬਹੁਤ ਰੁਤਬੇ ਵਾਲੇ ਹੋ ਸਕਦੇ ਆ, ਤੇ ਤੁਸੀਂ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਜ਼ੀਰੋ ਆ ਤੇ ਕੰਗਾਲ ਆ। ਮੈਂ ਬਾਈਬਲ ਦੇ ਵਿੱਚੋਂ ਸਾਬਿਤ ਕਰਾਂਗਾ, ਜਿਹੜੇ ਲੋਕ ਸੁਪਨੇ ਲੈਂਦੇ ਆ ਅਮੀਰ ਹੋਣ ਦੇ, ਜਿਹੜੇ ਲੋਕ ਸੁਪਨੇ, ਮੈਂ ਇਹ ਨਹੀਂ ਕਹਿੰਦਾ ਕਿ ਅਮੀਰ ਹੋਣਾ ਪਾਪ ਆ ਜਾਂ ਅਮੀਰ ਹੋਣਾ ਵਚਨ ਤੋਂ ਬਾਹਰ ਆ, ਨਹੀਂ, ਤੁਸੀਂ ਅਮੀਰ ਹੋ ਸਕਦੇ ਆ, ਪਰ ਆਪਣਾ ਸਵਰਗ ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਕਰਨੀ ਆ, ਸਵਰਗ ਦੀ ਤਿਆਰੀ ਵੀ ਕਰਨੀ ਆ। ਬਾਈਬਲ ਕਹਿੰਦਾ ਸਵਰਗ ਦੀ ਭਾਲ ਕਰੋ, ਹਰ ਇੱਕ ਚੀਜ਼ ਤੁਹਾਡੇ ਪਿੱਛੇ ਪੈ ਕੇ ਮਿਲ ਜਾਣੀ ਆ। ਪਰ ਅੱਜ ਦਾ ਇਨਸਾਨ ਹਰ ਇੱਕ ਚੀਜ਼ ਦੇ ਪਿੱਛੇ ਭੱਜਦਾ ਔਰ ਸਵਰਗ ਨੂੰ ਭੁੱਲ ਜਾਂਦਾ, ਔਰ ਅਮੀਰ ਹੋਣ ਦੇ ਚੱਕਰ 'ਚ ਪਾਪ ਦੇ ਵਿੱਚ ਪੈ ਜਾਂਦਾ ਔਰ ਨਰਕ ਨੂੰ ਭੁੱਲ ਜਾਂਦਾ ਕਿ ਅੰਤ ਤੇਰਾ ਨਰਕ ਦੇ ਵਿੱਚ ਆ, ਜਿੱਥੇ ਬਾਈਬਲ ਕਹਿੰਦਾ ਰੋਣਾ ਤੇ ਕਚੀਚੀਆਂ ਵੱਟਣਾ ਆ। ਅੱਜ ਦਾ ਇਨਸਾਨ ਆਪਣੀ ਸਮਝ ਤੋਂ ਬਾਹਰ ਹੋ ਚੁੱਕਾ ਹੈ, ਡਰ ਤੋਂ ਬਾਹਰ ਹੋ ਚੁੱਕਾ ਹੈ, ਪਰਮੇਸ਼ਵਰ ਦੇ ਪਿਆਰ ਤੋਂ ਬਾਹਰ ਹੋ ਚੁੱਕਾ ਹੈ। ਇਹੀ ਸਭ ਤੋਂ ਵੱਡੀ ਨਾਦਾਨਗੀ ਆ ਬੰਦੇ ਦੀ। ਅੱਜ ਦੇ ਇਨਸਾਨ ਦੀ ਸਭ ਤੋਂ ਵੱਡੀ ਨਾਦਾਨਗੀ ਇਹੀ ਆ, ਉਹ ਸੋਚਦਾ ਆ, ਅੱਜ ਵਿਚਾਰ ਕਰਦਾ ਆ ਕਿ ਮੇਰੇ ਫਾਦਰ ਸਾਹਿਬ ਨੇ ਮੈਨੂੰ +2 ਕਰਵਾ ਦਿੱਤੀ ਆ, BA ਕਰਵਾ ਦਿੱਤੀ ਆ, MA ਕਰਾ ਦਿੱਤੀ ਆ, ਹੁਣ ਮੈਂ ਵਿਦੇਸ਼ ਦੇ ਵਿੱਚ ਜਾਵਾਂਗਾ, ਉੱਥੇ ਜੌਬ ਕਰਾਂਗਾ, ਸਟੱਡੀ ਵੀਜ਼ੇ ਤੇ ਜਾਵਾਂਗਾ, ਅੱਛਾ ਪੈਸਾ ਕਮਾ ਲਾਂਗਾ, ਫਿਰ ਪੇਪਰ ਅਪਲਾਈ ਕਰਕੇ ਉੱਥੇ ਪੱਕਾ ਹੋ ਜਾਵਾਂਗਾ, ਸਿਟੀਜ਼ਨਸ਼ਿਪ ਉੱਥੋਂ ਲੈ ਲਾਂਗਾ। ਏਦਾਂ ਸੋਚਦਾ ਅੱਜ ਦਾ ਇਨਸਾਨ। ਪਰ ਬਾਈਬਲ ਕਹਿੰਦਾ ਜੇ ਅੱਜ ਤੇਰੀ ਜਾਨ ਤੇ ਤੋਂ ਲੈ ਲਈ ਜਾਏ ਤਾਂ ਇਹ ਸਭ ਕਿਸ ਕੰਮ ਦਾ, ਇਹ ਸਭ ਕਿਸ ਕੰਮ ਦਾ ਕਿ ਇਹ ਜੋ ਕੁਛ ਤੂੰ ਕਮਾਇਆ, ਜਿਸ ਕਰਕੇ
ਤੂੰ ਵਚਨ ਤੋਂ ਬਾਹਰ ਹੋਇਆ, ਜਿਹਦੇ ਕਰਕੇ ਤੂੰ ਖੁਦਾਵੰਦ ਦੀ ਹਜ਼ੂਰੀ ਤੋਂ ਬਾਹਰ ਹੋਇਆ, ਕਿ ਇਹ ਤੈਨੂੰ ਸਵਰਗ ਤੱਕ ਲੈ ਜਾਏ, ਕਿ ਇਹ ਤੈਨੂੰ ਪਰਮੇਸ਼ਵਰ ਤੱਕ ਲੈ ਜਾਏਗਾ? ਕਦੀ ਵੀ ਨਹੀਂ। ਯਿਸੂ ਮਸੀਹ ਕਹਿੰਦੇ, ਜਦੋਂ ਯਹੂਦੀਆਂ ਤੇ ਫਰੀਸੀਆਂ ਨੂੰ ਕਹਿੰਦੇ ਚੰਗੀ ਗੱਲ ਸੀਗੀ, ਕਹਿੰਦੇ ਖੁਦਾ ਦਾ ਵਚਨ ਵੀ ਪੂਰਾ ਕਰ ਦੇ ਔਰ ਖੁਦਾ ਦੇ ਕੰਮ ਵੀ ਕਰਦੇ, ਭਲਾ ਵੀ ਕਰਦੇ, ਵਚਨ ਨੂੰ ਪੂਰਾ ਵੀ ਕਰਦੇ, ਉਹਨੂੰ ਸੁਣਾਉਂਦੇ ਵੀ, ਉਹਨੂੰ ਵਧਾਉਂਦੇ ਵੀ, ਪਰ ਤੁਸੀਂ ਇੱਕੋ ਹੀ ਕੰਮ ਦੇ ਮਗਰ ਲੱਗ ਗਏ। ਕਹਿੰਦੇ ਚੰਗਾ ਹੁੰਦਾ ਇਹ ਵੀ ਕਰਦੇ ਰਹਿੰਦੇ ਤੇ ਉਹ ਵੀ ਨਾ ਛੱਡਦੇ। ਹਾਲੇਲੂਇਆ। ਅੱਜ ਦਾ ਇਨਸਾਨ ਜਦੋਂ ਆਤਮਿਕ ਤੌਰ ਤੇ ਵੱਧਦਾ ਆ, ਫਿਰ ਗਰੀਬ ਹੁੰਦਾ ਆ, ਫਿਰ ਜਦੋਂ ਅਮੀਰ ਹੋਣ ਦੀ ਇੱਛਾ ਜਾਗਦੀ ਆ, ਫਿਰ ਬਾਈਬਲ ਪੜ੍ਹਨਾ ਬੰਦ ਹੋ ਜਾਂਦਾ, ਫਿਰ ਪ੍ਰਾਰਥਨਾ ਦੇ ਵਿੱਚ ਸਟਾਪ ਲੱਗਣਾ ਸ਼ੁਰੂ ਹੋ ਜਾਂਦਾ, ਫਿਰ ਚਰਚ ਦੇ ਵਿੱਚ ਸੰਗਤੀ ਘਟ ਜਾਂਦੀ ਆ, ਫਿਰ ਖੁਦਾਵੰਦ ਦਾ ਜਿਹੜਾ ਡਰ ਪਿਆਰ ਉਹ ਖਤਮ ਹੋ ਜਾਂਦਾ ਆ। ਚੰਗੀ ਗੱਲ ਸੀਗੀ, ਬਾਈਬਲ ਨੂੰ ਵੀ ਪੜ੍ਹਦੇ ਰਹਿੰਦੇ ਔਰ ਅਮੀਰ ਹੋਣ ਦੀ ਵੀ ਇੱਛਾ ਰੱਖਦੇ, ਪ੍ਰਾਰਥਨਾ ਵੀ ਕਰਦੇ ਰਹਿੰਦੇ ਔਰ ਬਲੈਸ ਹੋਣ ਦੀ ਇੱਛਾ ਵੀ ਰੱਖਦੇ ਰਹਿੰਦੇ। ਪਰ ਅੱਜ ਦਾ ਇਨਸਾਨ ਅਮੀਰ ਹੋਣ ਦੇ ਵੱਲ ਨੂੰ ਜਦੋਂ ਤੁਰਦਾ, ਜ਼ਿੰਦਗੀ 'ਚ ਕਾਮਯਾਬ ਹੋਣ ਨੂੰ ਤੁਰਦਾ, ਉਹ ਫਿਰ ਬਾਈਬਲ ਨੂੰ ਘਟਾਉਣਾ ਸ਼ੁਰੂ ਕਰ ਦਿੰਦਾ, ਪ੍ਰਾਰਥਨਾ ਦੇ ਸਮੇਂ ਨੂੰ ਘਟਾਉਣਾ ਸ਼ੁਰੂ ਕਰ ਦਿੰਦਾ, ਪਰਮੇਸ਼ਵਰ ਦੇ ਨਾਲ ਸੰਗਤੀ ਨੂੰ ਘਟਾਉਣਾ ਸ਼ੁਰੂ ਕਰ ਦਿੰਦਾ। ਚੰਗੀ ਗੱਲ ਇਹ ਸੀਗੀ ਇਹਨੂੰ ਵੀ ਨਾ ਘਟਾਉਂਦੇ ਔਰ ਉਹਨੂੰ ਵੀ ਵਧਾ ਲੈਂਦੇ। ਹਾਲੇਲੂਇਆ। ਮੈਂ ਉਮੀਦ ਕਰਦਾ ਤੁਸੀਂ ਸਮਝ ਪਾ ਰਹੇ। ਅੱਜ ਦਾ ਇਨਸਾਨ ਬਹੁਤ ਵੱਡੇ ਵੱਡੇ ਸੁਪਨੇ ਲੈਂਦਾ ਹੈ। ਸੁਪਨੇ ਲੈਣੇ ਬੁਰੀ ਗੱਲ ਨਹੀਂ ਆ, ਸੁਪਨੇ ਪੂਰੇ ਕਰਨੇ ਬੁਰੀ ਗੱਲ ਨਹੀਂ ਆ, ਪਰ ਚੰਗੀ ਗੱਲ ਇਹ ਹੈ ਕਿ ਉਹ ਖੁਦਾਵੰਦ ਦੀ ਰਜ਼ਾ ਦੇ ਵਿੱਚ ਰਹਿ ਕੇ ਲੈ ਜਾ। ਹਾਲੇਲੂਇਆ। ਅਮੀਰ ਹੋਣਾ ਪਾਪ ਨਹੀਂ ਆ, ਜ਼ਿਆਦਾ ਪੈਸਾ ਜੋੜਨਾ ਜਾਂ ਜ਼ਿਆਦਾ ਪੈਸਾ ਕਮਾਉਣਾ ਪਾਪ ਨਹੀਂ ਆ, ਪਰ ਜਦੋਂ ਪਰਮੇਸ਼ਵਰ ਤੋਂ ਦੂਰ ਹੋ ਕੇ ਇਹ ਕੰਮ ਕੀਤੇ ਜਾਂਦੇ ਆ, ਉਹ ਫਿਰ ਪਾਪ ਦਾ ਰੂਪ ਲੈ ਲੈਂਦੇ ਆ। ਚੰਗੀ ਗੱਲ ਹੁੰਦੀ ਕਿ ਤੁਸੀਂ ਪਰਮੇਸ਼ਵਰ ਦੇ ਨਜ਼ਦੀਕ ਵੀ ਰਹਿੰਦੇ ਔਰ ਪੈਸਾ ਵੀ ਕਮਾਉਂਦੇ। ਚੰਗੀ ਗੱਲ ਹੁੰਦੀ ਤੁਸੀਂ ਪਰਮੇਸ਼ਵਰ ਦੇ ਕਰੀਬ ਰਹਿੰਦੇ, ਉਹਦੇ ਡਰ ਤੇ ਉਹਦੇ ਪਿਆਰ ਦੇ ਵਿੱਚ ਰਹਿੰਦੇ ਔਰ ਬਲੈਸ ਵੀ ਹੋ ਜਾਂਦੇ। ਹਾਲੇਲੂਇਆ। ਉਮੀਦ ਕਰਦੇ ਆ ਤੁਸੀਂ ਸਮਝ ਪਾ ਰਹੇ ਆ। ਕਿਤੇ ਬਾਈਬਲ ਤੁਹਾਨੂੰ ਨਾਦਾਨ ਨਾ ਕਹਿੰਦਾ ਹੋਵੇ, ਮੇਰੀ ਗੱਲ ਯਾਦ ਰੱਖਣਾ, ਬਾਈਬਲ ਤੁਹਾਨੂੰ ਨਾਦਾਨ ਨਾ ਕਹਿੰਦਾ ਹੋਵੇ। ਕਿਤੇ ਤੁਸੀਂ ਵੀ ਉਹਨਾਂ ਲੋਕਾਂ ਦੇ ਵਿੱਚ ਨਾ ਹੋਵੋ ਵੀ ਸਮਾਂ ਬਹੁਤ ਪਿਆ। ਸ਼ੈਤਾਨ ਨੇ ਅੱਧੇ ਤੋਂ ਜ਼ਿਆਦਾ ਦੁਨੀਆ ਨੂੰ, ਅੱਧੇ ਤੋਂ ਜ਼ਿਆਦਾ ਕ੍ਰਿਸਚਨ ਲੋਕਾਂ ਨੂੰ ਇਸੇ ਭੁਲੇਖੇ ਦੇ ਵਿੱਚ ਪਾਇਆ ਹੋਇਆ ਕਿ ਤੇਰੇ ਕੋਲ ਬਹੁਤ ਸਮਾਂ ਆ ਤੌਬਾ ਕਰਨ ਦੇ ਲਈ, ਤੇਰੇ ਕੋਲ ਹਲੇ ਸਮਾਂ ਹੈਗਾ ਆ ਫਿਰ ਤੋਂ ਖੜੇ ਹੋਣ ਦੇ ਲਈ। ਹਲੇ ਲੱਗਾ ਰਹਿ ਜਿਹੜੇ ਕੰਮਾਂ 'ਚ ਲੱਗਾ ਪਿਆ, ਹਲੇ ਪੈਸਾ ਕਮਾਉਣ 'ਚ ਲੱਗਾ ਰਹਿ, ਦੁੱਧ ਦਾ ਬਿੱਲ ਦੇਣਾ, ਰਾਸ਼ਨ ਪਾਉਣਾ, ਕਿੱਦਾਂ ਕਰਨਾ ਆ। ਅੱਧੇ ਤੋਂ ਜ਼ਿਆਦਾ ਜਿਹੜੇ ਕ੍ਰਿਸਚਨ ਲੋਕ ਆ, ਸ਼ੈਤਾਨ ਨੇ ਇਸੇ ਭੁਲੇਖੇ ਦੇ ਵਿੱਚ ਪਾਇਆ ਹੋਇਆ, ਇਸੇ ਲਈ ਉਹ ਨਾਦਾਨ ਆ। ਉਹਨਾਂ ਦੇ ਮਨ ਦਾ ਵਿਚਾਰ ਆ, ਸ਼ੈਤਾਨ ਨੇ ਉਹਨਾਂ ਦੇ ਮਨ ਦੇ ਵਿੱਚ ਏਦਾਂ ਦਾ ਪਾਇਆ ਹੋਇਆ। ਉਹ ਸ਼ੈਤਾਨ ਉਹਨਾਂ ਦੇ ਮਨਾਂ ਦੇ ਵਿੱਚ ਪਾਉਂਦਾ ਜਿਨ੍ਹਾਂ ਨੇ ਆਪਣੇ ਮਨਾਂ ਨੂੰ ਸ਼ੈਤਾਨ ਦੀਆਂ ਸੋਚਾਂ ਦੇ ਲਈ ਖੋਲ ਕੇ ਰੱਖਿਆ ਪਿਆ। ਕਹਿੰਦਾ ਤੇਰੇ ਕੋਲ ਬਹੁਤ ਸਮਾਂ ਆ ਚੇਂਜ ਹੋਣ ਦੇ ਲਈ, ਤੇਰੇ ਕੋਲ ਬਹੁਤ ਸਮਾਂ ਪਰਫੈਕਟ ਹੋਣ ਦੇ ਲਈ, ਤੇਰੇ ਕੋਲ ਬਹੁਤ ਸਮਾਂ ਆ ਅਮੀਰ ਹੋਣ ਦੇ ਲਈ, ਤੇਰੇ ਕੋਲ ਬਹੁਤ ਸਮਾਂ ਆ ਵਚਨ ਪੜ੍ਹਨ ਦੇ ਲਈ, ਬਹੁਤ ਸਮਾਂ ਆ ਪ੍ਰਾਰਥਨਾ ਦੇ ਵਿੱਚ ਵਾਧਾ ਕਰਨ ਦੇ ਲਈ। ਪਰ ਮੈਂ ਤੁਹਾਨੂੰ ਦੱਸਦਾ, ਜਦ ਤੱਕ ਤੁਹਾਡਾ ਸਟੈਮਿਨਾ ਨਹੀਂ ਬਣੇਗਾ ਤਦ ਤੱਕ ਤੁਸੀਂ ਉਸ ਅਚੀਵਮੈਂਟ ਨੂੰ ਹਾਸਲ ਨਹੀਂ ਕਰ ਸਕਦੇ। ਤੁਸੀਂ ਉਸ ਚੀਜ਼ ਨੂੰ ਹਾਸਲ ਨਹੀਂ ਕਰ ਸਕਦੇ ਜੋ ਚੀਜ਼ ਤੁਸੀਂ ਹਾਸਲ ਕਰਨਾ ਚਾਹੁੰਦੇ। ਤੁਸੀਂ ਧਰਤੀ ਦੇ ਉੱਪਰ ਰਹਿੰਦਿਆਂ ਕਿਸੇ ਵੀ ਗੇਮ ਦੇ ਵਿੱਚ ਪਾਰਟਿਸਿਪੇਟ ਕਰੋ ਔਰ ਉਹਦਾ ਇਨਾਮ ਲੈਣ ਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ। ਅਗਰ ਤੁਸੀਂ ਦੌੜ ਦੇ ਵਿੱਚ ਹਿੱਸਾ ਲਓ ਤੇ ਤੁਹਾਨੂੰ ਦੌੜਨਾ ਪਏਗਾ। ਤੁਸੀਂ ਇੱਕਦਮ ਨਹੀਂ ਦੌੜ ਸਕਦੇ, ਯਕਦਮ ਨਹੀਂ ਦੌੜ ਸਕਦੇ। ਥੋੜਾ ਸਮਾਂ ਦੌੜੋਗੇ ਤੇ ਤੁਹਾਡੇ ਇੱਧਰ ਪੇਟ ਦੇ ਇੱਕ ਸਾਈਡ ਦੇ ਉੱਪਰ ਦਰਦ ਹੋਣ ਲੱਗ ਜਾਣਾ ਹੈ। ਕਿਉਂ? ਕਿਉਂਕਿ ਸਟੈਮਿਨਾ ਨਹੀਂ ਹੈ, ਕਿਉਂਕਿ ਪ੍ਰੈਕਟਿਸ ਨਹੀਂ ਹੈ। ਜੇ ਮੈਂ ਤੁਹਾਨੂੰ ਹੁਣ ਕਹਾਂ 2 ਘੰਟੇ ਲਗਾਤਾਰ ਬੈਠ ਕੇ ਮੇਰੇ ਨਾਲ ਪ੍ਰਾਰਥਨਾ ਕਰੋ ਤੇ ਕਈ ਲੋਕ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਉਹਨਾਂ ਦੀ ਪ੍ਰਾਰਥਨਾ 15 ਮਿੰਟ ਦੀ ਆ, ਉਹ 2 ਘੰਟੇ ਕਿੱਦਾਂ ਬੈਠ ਜਾਣਗੇ? ਇਹ ਤੁਹਾਨੂੰ ਹੌਲੀ ਹੌਲੀ ਸਟੈਮਿਨਾ ਬਣਾਉਣਾ ਪੈਣਾ। ਜੇ ਤੁਸੀਂ ਅੱਜ ਇਸ ਸੋਚ ਦੇ ਨਾਲ, ਬੁਰੀ ਸੋਚ ਦੇ ਨਾਲ ਗ੍ਰਸਤ ਆ ਕਿ ਤੁਹਾਡੇ ਕੋਲ ਬਹੁਤ ਸਮਾਂ ਆ 2 ਘੰਟੇ ਦੀ ਪ੍ਰਾਰਥਨਾ ਕਰਨ ਦੇ ਲਈ, ਪਰ ਮੈਂ ਤੁਹਾਨੂੰ ਦੱਸਦਾ ਸਮਾਂ ਬਹੁਤ ਨਜ਼ਦੀਕ ਆ ਚੁੱਕਾ ਹੈ। ਤੁਸੀਂ ਦੇਖੋ ਬਾਈਬਲ ਕਦੋਂ ਲਿਖਿਆ ਗਿਆ? ਉਦੋਂ ਤੋਂ ਯਿਸੂ ਮਸੀਹ ਜਦੋਂ ਸਵਰਗ ਤੱਕ ਪਹੁੰਚੇ ਆ, ਉਦੋਂ ਤੋਂ ਪਤਰਸ ਪੌਲੁਸ ਨੇ ਕਹਿ ਰਹੇ ਆ ਕਿ ਸਮਾਂ ਬਹੁਤ ਨਜ਼ਦੀਕ ਆ, ਯਿਸੂ ਦਾ ਆਉਣਾ ਬਹੁਤ ਨਜ਼ਦੀਕ ਆ। ਤੁਹਾਨੂੰ ਤੇ ਮੈਨੂੰ ਅੱਜ ਪਤਾ ਲੱਗਾ, ਤੁਹਾਨੂੰ ਤੇ ਮੈਨੂੰ 15 ਸਾਲ ਪਹਿਲਾਂ ਪਤਾ ਲੱਗਾ, 10 ਸਾਲ ਪਹਿਲਾਂ ਲੱਗਾ ਜਦੋਂ ਯਿਸੂ ਨੂੰ ਗ੍ਰਹਿਣ ਕੀਤਾ, ਜਦੋਂ ਬਾਈਬਲ ਨੂੰ ਪੜ੍ਹਨਾ ਸ਼ੁਰੂ ਕੀਤਾ। ਤੁਸੀਂ ਦੇਖੋ ਪੌਲੁਸ ਤੇ ਪਤਰਸ ਕਦੋਂ ਦੇ ਕਹਿ ਰਹੇ ਆ ਕਿ ਯਿਸੂ ਮਸੀਹ ਦਾ ਆਉਣਾ ਬਹੁਤ ਨਜ਼ਦੀਕ ਆ।
ਔਰ ਤੁਸੀਂ ਇਸ ਬੁਰੀ ਸੋਚ ਦੇ ਨਾਲ ਗ੍ਰਸਤ ਹੈ ਕਿ ਤੁਹਾਡੇ ਕੋਲ ਬਹੁਤ ਸਮਾਂ ਆ ਚੇਂਜ ਹੋਣ ਦੇ ਲਈ, ਬਹੁਤ ਸਮਾਂ ਆ ਆਤਮਿਕ ਤਰੱਕੀ ਕਰਨ ਦੇ ਲਈ, ਬਹੁਤ ਸਮਾਂ ਆ ਪਵਿੱਤਰ ਆਤਮਾ ਹਾਸਲ ਕਰਨ ਦੇ ਲਈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਮਾਂ ਬਹੁਤ ਨੇੜੇ ਆ ਚੁੱਕਾ ਆ, ਸਮਾਂ ਬਹੁਤ ਕਰੀਬ ਆ ਚੁੱਕਾ ਆ। ਯਿਸੂ ਦਾ ਆਉਣਾ, ਬਾਈਬਲ ਕਹਿੰਦਾ ਬੂਹੇ ਤੇ ਖੜਾ ਖੜਖਟਾ ਰਿਹਾ ਆ। ਉਹ ਬੂਹੇ ਤੇ ਖੜਾ ਆ। ਤਿਆਰੀ ਕਰ ਲਓ, ਅੱਜ ਖਿੱਚ ਲਓ ਤਿਆਰੀਆਂ, ਛੱਡ ਦਿਓ ਪੈਸੇ ਦੀ ਦੌੜ ਨੂੰ। ਬਾਈਬਲ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਸਿਰਫ ਪ੍ਰਾਰਥਨਾ ਕਰਨ ਦੇ ਵਿੱਚ ਲੱਗੇ ਰਹੋ, ਬਾਈਬਲ ਪੜ੍ਹਨ ਦੇ ਵਿੱਚ ਲੱਗੇ ਰਹੋ ਔਰ ਜੌਬ ਨਾ ਕਰੋ। ਬਾਈਬਲ ਇਦਾਂ ਵੀ ਨਹੀਂ ਕਹਿੰਦਾ। ਉਹ ਕਹਿੰਦਾ ਤੇਰੇ ਹੱਥਾਂ ਦੇ ਕੰਮਾਂ ਤੇ ਮੈਂ ਬਰਕਤ ਪਾਵਾਂਗਾ। ਵਿਹਲੇ ਬਹਿ ਕੇ ਬਰਕਤ ਨਹੀਂ ਮਿਲਣੀ, ਕੱਲੀ ਪ੍ਰਾਰਥਨਾ, ਕੱਲਾ ਬਾਈਬਲ ਪੜ੍ਹ ਕੇ ਬਰਕਤ ਨਹੀਂ ਮਿਲਣੀ। ਕੰਮ ਵੀ ਕਰਨਾ, ਪ੍ਰਾਰਥਨਾ ਵੀ ਕਰਨੀ, जॉब भी करनी और बाइबल भी पढ़ना एक इंसान दे लिए बहुत जरूरी है। चंगी गल आ जॉब भी करो और बाइबल भी पढ़ो। चंगी गल आ मालक दे नाल भी वफादार रहो और उस तो भी चंगी गल अपने सिरजनहार दे नाल भी वफादार रहो। हालेलुया। कई लोगों का वहम आ, कई लोगों की बुरे विचार आ मन के अंदर शैतान ने पाए हुए। जॉब तो असीं थक गए हैं, शरीर अलाउ नहीं करता दुआ करने के लिए, शरीर थक जाता, अखां बंद होंदियां आ। ਜਦੋਂ ਲੇਬਰ ਕਰਕੇ ਆਉਂਦੇ ਆ ਜਾਂ ਆਪਣੀ ਡਿਊਟੀ ਕਰਕੇ ਆਉਂਦੇ ਆ, ਅਸੀਂ ਮੈਂਟਲੀ ਕੰਮ ਕਰਦੇ ਆ, ਬਹੁਤ ਥੱਕ ਜਾਂਦੇ ਆ। ਪ੍ਰਾਰਥਨਾ ਕਰਨ ਦਾ ਵੇਲਾ ਨਹੀਂ ਆ, ਪ੍ਰਾਰਥਨਾ ਕਰਨ ਦਾ ਟਾਈਮ ਨਹੀਂ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਇੱਕ ਅੱਧਾ ਦੁੱਖ ਤੁਹਾਡੀ ਜ਼ਿੰਦਗੀ 'ਚ ਆ ਗਿਆ, ਫਿਰ ਆਪਣੇ ਆਪ ਟਾਈਮ ਨਿਕਲਣਾ ਸ਼ੁਰੂ ਹੋ ਜਾਣਾ। ਉਸ ਬਿਮਾਰ ਬੰਦੇ ਨੂੰ ਪੁੱਛ ਕੇ ਦੇਖੋ, ਉਸ ਪਰੇਸ਼ਾਨ ਬੰਦੇ ਨੂੰ ਪੁੱਛ ਕੇ ਦੇਖੋ, ਇੱਕ ਦੁਖੀ ਬੰਦੇ ਦੇ ਨਾਲ ਸਮੇਂ ਬਿਤਾ ਕੇ ਦੇਖੋ, ਉਹ ਤੁਹਾਡੇ ਨਾਲੋਂ ਜ਼ਿਆਦਾ ਪ੍ਰਾਰਥਨਾ ਕਰਦਾ ਹੋਏਗਾ। ਕਿਉਂ? क्योंकि दुख का आना एक इंसान की जिंदगी च बहुत जरूरी है और उस दुख के नाल एक इंसान खुदावंद नूं याद रखदा, ओदी प्रार्थना नहीं घटदी। उन्होंने पता मेरी प्रार्थना मेरे दुख नूं कटेगी, मेरी प्रार्थना मेरे हालातां नूं बदलेगी, ना कि पास्टर दी प्रार्थना। मेरी गल याद रखना, जिहड़ा रोटी खांदा ढिड उहदा ही भरदा है, देखण वाले दा ढिड नहीं भरदा, ना सुनन वाले दा भरदा है। हालेलुया। अगर बीमारी तुहाडी बॉडी दे अंदर आ, परेशानी तुहाडे परिवार दे अंदर आ, कलेश तुहाडे परिवार दे अंदर आ, दुख तुहाडे परिवार दे अंदर आ, तुहाडी प्रार्थना दे नाल ज़्यादा असर होना है। याद रखना मेरी इस गल, किते तुसीं नादानगी दे विच ना होवो कि मैं फलाने नूं भी प्रार्थना करन दे लई कहा, मैं उहनूं भी प्रार्थना करन दे लई कहा, मैं उहनूं भी प्रार्थना करन दे लई कहा। बाइबल कहता यीशु मसीह विचोला बन गया। जिहड़ा यीशु ते विश्वास करदा तां सीधा संपर्क परमेश्वर दे नाल हो जांदा, होर किसी विचोले नूं पाउण दी जरूरत नहीं है। यीशु ने सीधा ही कर दिता सारा कुछ। हालेलुया। तुहानूं किसी दे मुहताज होण दी जरूरत नहीं है, किसी दे कोलों अपॉइंटमेंट लैण दी जरूरत नहीं है, किसी दे नाल गल करन दे लई फोन ते वेटिंग दे विच आउण दी जरूरत नहीं है। तुसीं घुटने टेको, अखां नूं बंद करो और यीशु मसीह दा वसीला दे के तुसीं परमेश्वर दे सिंघासन दे सामने पहुंच सकदे आ। बाइबल इदां साबित करदा। बोलो आमीन। हालेलुया। तुहानूं मुहताज होण दी जरूरत नहीं है, तुहानूं किसी दे अगे गिड़गिड़ाउण दी जरूरत नहीं, तुहानूं हंझू बहाण दी जरूरत नहीं है किसी दे अगे, और इकल्ले बैठ के ये सोचण दी जरूरत नहीं है कि फलाना मेरा फोन नहीं चकदा, मैं उहनूं दुआ करन दे लई कहना, वो मेरा फोन नहीं चकदा या उहदा फोन वेटिंग ते आ रहा। नहीं, यीशु दा फोन कदी वेटिंग ते नहीं आंदा। तुसीं घुटने टेको, तौबा करो और सीधा ही लग जांदा है। हालेलुया। मैं उम्मीद करदा तुसीं नादानगी चों अज बाहर होना है। पवित्र आत्मा सहायता करेगा यीशु मसीह के नाम च। बोलो आमीन। हालेलुया। फ्यूचर नूं देखना बंद कर दिओ, सिर्फ फ्यूचर अपना यीशु के हत्थां दे विच दे दिओ। बाइबल नूं भी पढ़ना और जॉब भी करनी है। याद रखना मेरी गल नूं, किते इह ना होवे कि तुसीं प्रार्थना दे विच लग जाओ, बाइबल च लग जाओ और बच्चे तुहाडे खाने तो बैठे हो, ਜਾਂ ਵਾਈਫ ਤੁਹਾਡੀ ਰਸੋਈ 'ਚ ਰਾਸ਼ਨ ਪਾਉਣ ਤੋਂ ਬੈਠੀ ਹੋਵੇ और ਤੁਹਾਨੂੰ ਕਵੇ और ਤੁਸੀਂ ਕਹੋ ਕਿ ਨਹੀਂ ਬਾਈਬਲ ਮੈਨੂੰ ਪ੍ਰਾਰਥਨਾ ਕਰਨ ਦੇ ਲਈ ਕਹਿੰਦਾ। ਇਦਾਂ ਨਹੀਂ ਆ, इदा बिल्कुल भी नहीं है। मैं तुहानूं दसदा, इस नादानगी चों बाहर आओ। मैं बहुत सारे लोग इधर देखे जिहड़े वेले रह के बहुत तरक्की करते हैं आत्मा दे विच, पर जदों फिर घर दे हालात विगड़दे आ ते फिर जदों उन्हां नूं जॉब करनी पैंदी, उन्नी स्पीड तो डिगदे आ। फिर जिन्नी स्पीड नाल वेले रह के वधे हुंदे आ, उन्नी स्पीड दे नाल काम दे विच लग के डिगदे भी उन्नी स्पीड दे नाल ही आ। पर मैं तुहानूं इस नादानगी तो बाहर कढना चाहुंदा। अपनी बॉडी नूं हैबिचुअल बनाओ, अपने शरीर नूं अपने कंट्रोल च करो। इनू आदत पाओ भी ये प्रार्थना भी करे, ये बाइबल भी पढ़े, अपने ब्रेन नूं सैट करो कि ये जॉब भी करे, ये अपने परिवार दे लई इनकम सोर्स भी बनाए। वेले रह के तो हर कोई वध सकदा।
ਜੰਗਲਾਂ ਦੇ ਵਿੱਚ ਜਾ ਕੇ ਤਾਂ ਹਰ ਕੋਈ ਖੁਦਾ ਖੁਦਾ ਕਰ ਸਕਦਾ ਹੈ। ਪਰਿਵਾਰ ਦੇ ਵਿੱਚ ਰਹਿ ਕੇ ਇਹਨਾਂ ਚੀਜ਼ਾਂ ਨੂੰ ਅਪਲਾਈ ਕਰਨਾ ਔਰ ਕੰਪਲੀਟ ਕਰਨਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਆ। ਔਰ ਜ਼ਰੂਰੀ ਆ ਕਿ ਖੁਦਾ 'ਚ ਵੀ ਵੱਧਦੇ ਔਰ ਪਰਿਵਾਰ ਦੀ ਨਜ਼ਰਾਂ ਦੇ ਵਿੱਚ ਵੀ ਵੱਧਦੇ। ਆਪਣੇ ਮੁਹੱਲੇ ਦੇ ਵਿੱਚ ਵੀ ਤੁਹਾਡਾ ਰੈਪੂਟੇਸ਼ਨ ਵੱਧਦਾ, ਤੁਹਾਡੀ ਰਿਸ਼ਤੇਦਾਰੀ 'ਚ ਵੀ ਤੁਹਾਡਾ ਰੈਪੂਟੇਸ਼ਨ ਵੱਧਦਾ। ਬਸ ਇਹ ਬਦੌਲਤ ਬਾਈਬਲ ਪੜ੍ਹਨ ਦੇ ਆ ਔਰ ਇਹਦੇ ਅਨੁਸਾਰ ਚੱਲਣ ਦੇ ਆ। ਮੈਨੂੰ ਪਤਾ ਕਿ ਖੁਦਾਵੰਦ ਨੇ ਸਾਨੂੰ ਰੂੜੀ ਤੋਂ ਚੁੱਕਿਆ। ਮੈਨੂੰ ਅੱਜ ਵੀ ਯਾਦ ਆ, ਫਾਈਨਾਂਸ ਬਹੁਤ ਉੱਪਰ ਤੱਕ ਸੀਗਾ, ਬਹੁਤ ਪੈਸਾ ਸੀਗਾ, ਬਹੁਤ ਬਲੈਸ ਸੀਗੇ। ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਸੀਗੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ। ਪਰ ਇੱਕ ਸਮਾਂ ਜ਼ਿੰਦਗੀ ਦੇ ਵਿੱਚ ਏਦਾਂ ਦਾ ਆਇਆ ਕਿ ਸਭ ਕੁਝ ਚਲਾ ਗਿਆ, ਉੱਪਰੋਂ ਹੇਠਾਂ ਆ ਗਏ ਜ਼ਮੀਨ ਦੇ ਉੱਪਰ। ਰੋਟੀ ਤੋਂ ਮਤਾਜ, ਕਲੇਸ਼, ਲੜਾਈ ਝਗੜਾ। ਪਰ ਫਿਰ ਇੱਕ ਸਮਾਂ ਆਇਆ, ਬਾਈਬਲ ਸਾਡੇ ਤੱਕ ਪਹੁੰਚਾ। ਹਲੇ ਕਿ ਬੌਰਨ ਕ੍ਰਿਸਚਨ ਸੀ ਅਸੀਂ। ਇੱਕ ਪਾਸਟਰ ਸਾਡੇ ਤੱਕ ਪਹੁੰਚੇ, ਖੁਦਾਵੰਦ ਦੀਆਂ ਗੱਲਾਂ ਸਾਡੇ ਤੱਕ ਪਹੁੰਚੀਆਂ ਔਰ ਸਭ ਤੋਂ ਵੱਧ ਕੇ ਯਿਸੂ ਦਾ ਪਿਆਰ ਸਾਡੇ ਤੱਕ ਪਹੁੰਚਿਆ। ਔਰ ਜਿਹਦੀ ਬਦੌਲਤ ਉਹਨੇ ਰੂੜੀ ਤੋਂ ਚੁੱਕ ਦਿੱਤਾ, ਉਹਨੇ ਰੂੜੀ ਤੋਂ ਚੁੱਕ ਦਿੱਤਾ। ਬਾਈਬਲ ਕਹਿੰਦਾ ਉਹ ਰੂੜੀ ਤੋਂ ਚੁੱਕ ਕੇ ਪਤਵੰਤਿਆਂ ਦੇ ਵਿੱਚ ਬਿਠਾਉਣ ਵਾਲਾ ਪਰਮੇਸ਼ਵਰ ਆ। ਕਹਿੰਦਾ ਇੱਜ਼ਤ ਤੇਰੀ ਵਧਾਵੇਗਾ ਯਾਕੂਬ ਦਾ ਖੁਦਾ। ਬਾਈਬਲ ਕਹਿੰਦਾ ਤੁਸੀਂ ਉਹ ਕੰਮ ਕਰੋ ਜਿਹੜੇ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਔਰ ਇਨਸਾਨਾਂ ਦੀ ਨਜ਼ਰਾਂ 'ਚ ਚੰਗੇ ਹੋਣ। ਤੁਸੀਂ ਇਕੱਲੀ ਦੁਆ ਕਰੀ ਚਲੋ ਰੂਮ ਦੇ ਵਿੱਚ ਬੈਠ ਕੇ, ਤੁਸੀਂ ਇਕੱਲਾ ਬਾਈਬਲ ਪੜ੍ਹੀ ਚਲੋ, ਆਤਮਿਕ ਤਰੱਕੀ ਕਰੀ ਚਲੋ। ਕੀ ਤੁਹਾਡੇ ਘਰ ਦੇ ਤੁਹਾਨੂੰ ਚੰਗਾ ਸਮਝਣਗੇ? ਕਿ ਤੁਹਾਡੇ ਫੈਮਿਲੀ ਮੈਂਬਰ, ਤੁਹਾਡੀ ਵਾਈਫ, ਤੁਹਾਡੇ ਬੱਚੇ ਤੁਹਾਨੂੰ ਚੰਗਾ ਸਮਝਣਗੇ? ਕਿਉਂਕਿ ਉਹਨਾਂ ਨੂੰ ਖਰਚਾ ਚਾਹੀਦਾ। ਰਸੋਈ ਐਵੇਂ ਨਹੀਂ ਚੱਲ ਪੈਂਦੀ, ਪੈਸੇ ਦੇ ਨਾਲ ਚੱਲਦੀ ਆ। ਤੁਹਾਡੇ ਦੁਆ ਕਰਨ ਦੇ ਨਾਲ ਐਦਾਂ ਨਹੀਂ ਹੋਣਾ। ਤੁਹਾਨੂੰ ਜੌਬ ਵੀ ਕਰਨੇ ਪੈਣੀ ਆ। ਮੈਂ ਕਈ ਜਵਾਨ ਲੜਕੇ ਦੇਖੇ ਆ ਇਸ ਤਰ੍ਹਾਂ ਦੇ, ਜਿਹੜੇ ਸਭ ਕੁਝ ਹੀ ਛੱਡ ਦਿੰਦੇ ਆ ਔਰ ਕਹਿੰਦੇ ਬਸ ਪ੍ਰਾਰਥਨਾ ਕਰਨਾ, ਬਾਈਬਲ ਪੜ੍ਹਨਾ, ਪ੍ਰਾਰਥਨਾ ਕਰਨਾ, ਬਾਈਬਲ ਪੜ੍ਹਨਾ। ਨਹੀਂ, ਮੈਂ ਦੱਸਣਾ ਚਾਹੁੰਦਾ ਹਾਂ ਤੁਹਾਨੂੰ ਜੌਬ ਵੀ ਕਰਨੀ ਪੈਣੀ ਆ, ਤੁਹਾਨੂੰ ਬਿਜ਼ਨਸ ਵੀ ਕਰਨਾ ਪੈਣਾ ਹੈ, ਜਿੱਧਰ ਨੂੰ ਖੁਦਾ ਤੁਹਾਨੂੰ ਲੈ ਜਾਵੇ। ਕਿਉਂਕਿ ਤੁਹਾਡੇ ਘਰਦਿਆਂ ਨੂੰ ਪੈਸੇ ਦੀ ਜ਼ਰੂਰਤ ਆ, ਤੁਹਾਡੇ ਘਰਦਿਆਂ ਨੂੰ ਤੁਹਾਡੀ ਹੈਲਪ ਦੀ ਜ਼ਰੂਰਤ ਆ। ਔਰ ਉਹ ਤੁਹਾਡੇ ਪ੍ਰਾਰਥਨਾ ਕਰਨ ਦੇ ਨਾਲ, ਬਾਈਬਲ ਪੜ੍ਹਨ ਦੇ ਨਾਲ ਉਹਨਾਂ ਨੂੰ ਹੈਲਪ ਨਹੀਂ ਮਿਲਣੀ। ਤੁਹਾਨੂੰ ਕੀ ਲੱਗਦਾ? ਹਾਂ, ਤੁਸੀਂ ਕਿਤੇ ਐਦਾਂ ਦੀ ਨਾਦਾਨਗੀ ਦੇ ਵਿੱਚ ਤਾਂ ਨਹੀਂ ਹੈ ਕਿ ਤੁਸੀਂ ਰੂਮ 'ਚ ਬੈਠ ਕੇ ਪ੍ਰਾਰਥਨਾ ਕਰੋ, ਬਾਈਬਲ ਪੜ੍ਹੋ ਔਰ ਖੁਦਾ ਸਵਰਗ ਤੋਂ ਪੈਸਾ ਭੇਜ ਦੇਗਾ? ਜਾਂ ਕਿਤੇ ਤੁਹਾਡੀ ਮੰਮੀ ਟਰੰਕ ਚੱਕੇ ਤਾਂ ਉਹ 'ਚ ਥੱਦੀ ਪਈ ਹੋਵੇਗੀ, ਗੱਠੀ ਪਈ ਹੋਵੇਗੀ, ਹਾਂ 100 ਦੇ ਨੋਟਾਂ ਦੀ? ਕਿਤੇ ਤੁਸੀਂ ਇਸ ਨਾਦਾਨਗੀ 'ਚ ਤਾਂ ਨਹੀਂ ਹੈ? ਕਿਤੇ ਐਦਾਂ ਦੇ ਵਿਸ਼ਵਾਸ ਦੇ ਵਿੱਚ ਤਾਂ ਨਹੀਂ ਹੈ ਤੁਸੀਂ ਜਿਹੜਾ ਤੁਹਾਨੂੰ ਭੁਲੇਖੇ ਦੇ ਵਿੱਚ ਪਾ ਕੇ ਰੱਖਦਾ? ਬਾਈਬਲ ਕਹਿੰਦਾ ਸ਼ੈਤਾਨ ਬੰਦੇ ਨੂੰ ਪਿਆਰ ਦੇ ਨਾਲ ਫਸਾ ਲੈਂਦਾ ਹੈ। ਮੇਰੀ ਗੱਲ ਯਾਦ ਰੱਖਣਾ, ਕਿਤੇ ਤੁਸੀਂ ਵੀ ਫਸ ਤਾਂ ਨਹੀਂ ਗਏ ਇਸ ਗੱਲਾਂ ਦੇ ਉੱਪਰ? ਤੇ ਨਿਕਲੋ ਬਾਹਰ ਇਹਨਾਂ ਗੱਲਾਂ ਦੇ ਵਿੱਚੋਂ। ਅੱਜ ਦਾ ਵਚਨ ਤੁਹਾਨੂੰ ਇਹਨਾਂ ਗੱਲਾਂ ਤੋਂ ਬਾਹਰ ਕੱਢੇ। ਆਉਣ ਵਾਲੀਆਂ ਗੱਲਾਂ ਖੁਦਾਵੰਦ ਦੇ ਹੱਥਾਂ 'ਚ ਦਿਓ, ਆਪਣੇ ਹੱਥਾਂ 'ਚ ਨਾ ਰੱਖੋ। ਜਿਹੜੀਆਂ ਚੱਲਦੀਆਂ ਪਈਆਂ ਇਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਰੱਖੋ, ਉਹਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰੋ। ਤੁਹਾਡਾ ਜਿਹੜਾ ਸਪਿਰਚੁਅਲ ਲੈਵਲ ਹੈ ਇਹਨੂੰ ਸਹੀ ਕਰੋ, ਸਪਿਰਚੁਅਲ ਲਾਈਫ ਇਹਨੂੰ ਸਹੀ ਕਰੋ, ਆਪਣੇ ਫਾਈਨਾਂਸ ਨੂੰ ਸਹੀ ਕਰੋ। ਤੁਸੀਂ ਪਰਮੇਸ਼ਵਰ ਦੀ ਨਜ਼ਰਾਂ 'ਚ ਅੱਛੇ ਆ ਕਿ ਇਨਸਾਨਾਂ ਦੀ ਨਜ਼ਰਾਂ 'ਚ ਅੱਛੇ ਆ? ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਤੁਹਾਡਾ ਰੁਤਬਾ ਅੱਛਾ ਆ ਕਿ ਇਨਸਾਨਾਂ ਦੀ ਨਜ਼ਰਾਂ ਦੇ ਵਿੱਚ ਰੁਤਬਾ ਤੁਹਾਡਾ ਅੱਛਾ ਆ? ਕਿ ਤੁਹਾਨੂੰ ਕੋਈ ਧਰਮੀ ਕਹਿ ਸਕਦਾ? ਤੁਹਾਡੇ ਹਾਲਾਤ ਇਦਾਂ ਦੇ ਆ? ਤੁਹਾਡੇ ਕੰਮ ਕਿਸ ਤਰ੍ਹਾਂ ਦੇ ਆ? ਇਹਨਾਂ ਗੱਲਾਂ ਦੇ ਉੱਪਰ ਗੌਰ ਕਰਨਾ ਪੈਣਾ, ਇਹਨਾਂ ਗੱਲਾਂ ਦੇ ਉੱਪਰ ਧਿਆਨ ਦੇਣਾ ਪੈਣਾ ਆ। ਇਹ ਵੀ ਨਹੀਂ ਛੱਡਣਾ ਔਰ ਇਹ ਵੀ ਕਰਨਾ, ਇਹ ਵੀ ਨਹੀਂ ਛੱਡਣਾ ਔਰ ਇਹ ਵੀ ਕਰਨਾ ਹੈ। ਮਤਲਬ ਕਹਿਣ ਦਾ ਆ ਖੁਦਾ ਦੇ ਨਾਲ ਸੰਬੰਧ ਵੀ ਮਜ਼ਬੂਤ ਰੱਖਣੇ ਆ ਔਰ ਜੌਬ ਵੀ ਕਰਨੀ ਆ। ਫੈਮਿਲੀ ਨੂੰ ਵੀ ਦੇਖਣਾ, ਆਪਣੇ ਸਪਿਰਚੁਅਲ ਲਾਈਫ ਨੂੰ ਵੀ ਦੇਖਣਾ। ਅਗਰ ਖੁਦਾ ਦਾ ਕੰਮ ਕਰਨ ਦੇ ਨਿਕਲ ਗਏ ਆ ਤੇ ਬਾਈਬਲ ਕਹਿੰਦਾ ਤੁਹਾਡੀ ਸੇਵਕਾਈ ਤੁਹਾਡੇ ਘਰ ਤੋਂ ਸ਼ੁਰੂ ਹੁੰਦੀ ਆ। ਜਿਹੜਾ ਇਨਸਾਨ ਆਪਣੇ ਪਰਿਵਾਰ ਦੀ ਕੇਅਰ ਨਹੀਂ ਕਰ ਸਕਦਾ ਉਹ ਖੁਦਾ ਦਾ ਕੰਮ ਨਹੀਂ ਕਰ ਸਕਦਾ। ਯਾਦ ਰੱਖਣਾ, ਮੇਰੇ ਕੋਲ ਜਦੋਂ ਖੁਦਾ ਨੇ ਸੇਵਾ ਸ਼ੁਰੂ ਕਰਵਾਈ ਉਸ ਤੋਂ ਪਹਿਲਾਂ ਮੈਨੂੰ ਖੁਦਾ ਨੇ ਘਰ ਚਲਾਉਣਾ ਸਿਖਾਇਆ। ਅੱਜ ਮੈਂ ਮੈਨੇਜ ਕਰ ਸਕਦਾ ਹਾਂ, ਮੈਨੂੰ ਕੋਈ ਦਿੱਕਤ ਨਹੀਂ ਆ। ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਅਕਾਊਂਟੈਂਟ ਦੀ ਜੌਬ ਦੇ ਉੱਪਰ, ਮੈਂ ਅਕਾਊਂਟੈਂਟ ਦੀ ਪੋਸਟ ਤੇ ਮੈਂ ਜੌਬ ਕਰਦਾ ਸੀਗਾ। ਮੈਨੂੰ ਅੱਜ ਵੀ ਯਾਦ ਆ ਕਿ ਮੈਂ ਪੂਰੇ ਘਰ ਦਾ ਸਰਕਲ ਮੇਰੇ ਉੱਪਰ ਸੀ
ਔਰ ਮੈਨੂੰ ਸੇਵਕਾਈ ਦੇ ਵਿੱਚ ਲਿਆਉਣ ਤੋਂ ਪਹਿਲਾਂ ਖੁਦਾਵੰਦ ਨੇ ਘਰ ਚਲਾਉਣਾ ਸਿਖਾਇਆ। ਰਸੋਈ ਕਿੱਦਾਂ ਚੱਲਦੀ ਆ, ਪਰਿਵਾਰ ਕਿੱਦਾਂ ਚੱਲਦਾ, ਰਿਸ਼ਤੇਦਾਰੀ 'ਚ ਫੰਕਸ਼ਨ ਆ ਗਿਆ ਉਹ ਕਿੱਦਾਂ ਮੇਨਟੇਨ ਕਰਨਾ ਆ, ਪੈਸਾ ਕਿੱਦਾਂ ਐਡਜਸਟ ਕਰਨਾ ਆ। ਇਹ ਸਾਰੀਆਂ ਗੱਲਾਂ ਖੁਦਾਵੰਦ ਨੇ ਪਹਿਲਾਂ ਮੈਨੂੰ ਸਿਖਾਈਆਂ ਤੇ ਫਿਰ ਮੈਨੂੰ ਸੇਵਕਾਈ ਦੇ ਵਿੱਚ ਲੈ ਕੇ ਆਂਦਾ। ਔਰ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਂਦੀ, ਮੈਨੂੰ ਕੋਈ ਦਿੱਕਤ ਨਹੀਂ ਆਂਦੀ ਆ। ਹਾਲੇਲੂਇਆ। ਕਿਉਂਕਿ ਮੈਂ ਤੁਹਾਨੂੰ ਦੱਸਦਾ ਆ, ਸੇਵਕਾਈ ਘਰ ਤੋਂ ਸ਼ੁਰੂ ਹੁੰਦੀ ਆ, ਤੁਹਾਡੇ ਪਰਿਵਾਰ ਤੋਂ ਸ਼ੁਰੂ ਹੁੰਦੀ ਆ। ਤੁਸੀਂ ਉੱਚੀ ਉੱਚੀ ਦੁਆਵਾਂ ਕਰੋ ਔਰ ਤੁਹਾਡਾ ਪਰਿਵਾਰਕ ਹੀ ਮੈਂਬਰ ਕੋਈ ਉੱਚੀ ਉੱਚੀ ਗਾਲਾਂ ਕੱਢੇ ਤਾਂ ਤੁਹਾਡਾ ਕੀ ਫਾਇਦਾ? ਸੁਣਨ ਵਾਲਾ ਬੰਦਾ ਕੀ ਸੋਚੇਗਾ? ਪਹਿਲਾਂ ਆਪਣੇ ਅੰਦਰ ਨੇ, ਆਪਣੇ ਪਰਿਵਾਰ ਦੇ ਅੰਦਰ ਬਦਲਾਵ ਲੈ ਕੇ ਆਉਣ ਦੀ ਜ਼ਰੂਰਤ ਆ। ਕਿਤੇ ਤੁਸੀਂ ਇਸ ਨਦਾਨਗੀ ਦੇ ਵਿੱਚ ਨਾ ਰਹੋ ਕਿ ਬਾਈਬਲ ਕਹਿੰਦਾ ਤੂੰ ਬਚ ਤੇ ਤੇਰਾ ਘਰਾਣਾ ਬਚਾਇਆ ਜਾਊਗਾ। ਇਸ ਨਦਾਨਗੀ 'ਚ ਨਾ ਰਹਿਣਾ ਕਿ ਤੁਸੀਂ ਬਸ ਦੁਆ ਕਰੀ ਚਲੋ, ਬਾਈਬਲ ਪੜ੍ਹੀ ਚਲੋ ਤੇ ਆਪਣੇ ਆਪ ਸਭ ਚੇਂਜ ਹੋ ਜਾਏਗਾ। ਨਹੀਂ, ਤੁਹਾਨੂੰ ਕੁਝ ਕਰਨਾ ਪੈਣਾ ਆ। ਜਦੋਂ ਲਾਜ਼ਰ ਮੁਰਦਿਆਂ ਦੇ ਵਿੱਚ ਚਲਾ ਗਿਆ, 4 ਦਿਨ ਦਾ ਮੁਰਦਾ ਸੀਗਾ, ਜੇ ਯਿਸੂ ਮਸੀਹ ਮੁਰਦਿਆਂ ਨੂੰ ਜ਼ਿੰਦਾ ਕਰ ਸਕਦੇ ਆ ਤੇ ਉਹ ਪੱਥਰ ਨੂੰ ਕਹਿ ਕੇ ਵੀ ਸਾਈਡ ਤੇ ਕਰ ਸਕਦੇ ਸੀਗੇ, ਪਰ ਉਹਨਾਂ ਨੇ ਉੱਥੇ ਖੜੇ ਯਹੂਦੀ ਲੋਕਾਂ ਨੂੰ, ਇਨਸਾਨਾਂ ਨੂੰ ਕਿਹਾ, ਕਹਿੰਦੇ ਪੱਥਰ ਨੂੰ ਸਾਈਡ ਤੇ ਕਰ ਦੋ। ਮਤਲਬ ਇਨਸਾਨਾਂ ਦੇ ਉੱਪਰ ਵੀ ਕੁਝ ਕੰਮ ਆ ਕਰਨ ਵਾਲੇ। ਤੁਸੀਂ ਵੀ ਕੋਈ ਕੰਮ ਕਰਨੇ, ਸਾਰਾ ਕੰਮ ਖੁਦਾ ਤੇ ਨਹੀਂ ਸੁੱਟ ਦੇਣਾ। ਔਰ ਤੁਸੀਂ ਕਹੋ ਕਿ ਪਰਮੇਸ਼ਵਰ ਮੈਨੂੰ ਬਲ ਦੇਵੇ, ਮੈਨੂੰ ਬਲ ਦੇਵੇ, ਦੁਆ ਕਰਨ ਦਾ ਬਲ ਦੇਵੇ, ਔਰ ਤੁਹਾਡੇ ਖੁਦ ਦੀ ਅੰਦਰੋਂ ਇੱਛਾ ਨਾ ਹੋਵੇ ਔਰ ਤੁਸੀਂ ਦੁਆ ਹੀ ਕਰੀ ਚਲੋ ਪ੍ਰਭੂ ਮੈਨੂੰ ਬਲ ਦੇਗਾ ਤਾਂ ਮੈਂ ਇਦਾਂ ਕਰਾਂਗਾ। ਕਈ ਲੋਕਾਂ ਦੇ ਇਹ ਨਦਾਨਗੀ ਆ ਕਿ ਪ੍ਰਭੂ ਮੈਨੂੰ ਪੈਸਾ ਦਊਗਾ ਤਾਂ ਮੈਂ ਦਾਨ ਦਊਂਗਾ, ਪ੍ਰਭੂ ਮੈਨੂੰ ਪੈਸਾ ਦਊਗਾ ਤਾਂ ਮੈਂ ਦਸਵੰਧ ਕੱਢਣਾ ਸ਼ੁਰੂ ਕਰੂੰਗਾ, ਪ੍ਰਭੂ ਮੈਨੂੰ ਦਾਨ ਜਾਂ ਪੈਸਾ ਦਊਗਾ ਮੈਨੂੰ ਤਾਂ ਮੈਂ ਗਰੀਬਾਂ ਦੀ ਮਦਦ ਕਰੂੰਗਾ। ਪ੍ਰਭੂ ਦੇ ਉੱਪਰ ਨਾ ਸੁੱਟੋ। ਤੁਹਾਡੇ ਹੱਥ ਵੀ ਦਿੱਤੇ ਆ ਖੁਦਾ ਨੇ, ਤੁਹਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਦੇਣੀ ਆ ਖੁਦਾ ਨੇ। ਯਾਦ ਰੱਖਣਾ ਮੇਰੀ ਗੱਲ। ਬਾਈਬਲ ਕਹਿੰਦਾ ਜਿਹੜਾ ਥੋੜੇ 'ਚ ਵਫਾਦਾਰ ਆ ਉਹ ਇੱਕ ਦਿਨ ਬਹੁਤੇ 'ਚ ਵੀ ਹੋਊਗਾ। ਬੋਲੋ ਆਮੀਨ, ਹਾਲੇਲੂਇਆ। ਅੱਜ ਅਗਰ 100 ਰੁਪਏ ਦੇ ਨਾਲ ਕਿਸੇ ਦੀ ਹੈਲਪ ਕਰਦੇ ਆ ਤੇ ਖੁਦਾ ਤੁਹਾਨੂੰ ਕੱਲ ਹਜ਼ਾਰਾਂ ਦੀ ਹੈਲਪ ਕਰਨ ਦੇ ਯੋਗ ਬਣਾਊਗਾ, ਔਰ ਹਜ਼ਾਰਾਂ ਦੀ ਕਰੋਗੇ ਤਾਂ ਕੱਲ ਖੁਦਾ ਤੁਹਾਨੂੰ ਲੱਖਾਂ ਦੀ ਹੈਲਪ ਕਰਨ ਦਾ ਬਣਾਏਗਾ। ਪਰ ਜੇ ਤੁਸੀਂ ਇਸ ਨਦਾਨਗੀ ਦੇ ਵਿੱਚ ਆ ਕਿ ਖੁਦਾ ਮੈਨੂੰ ਦਊਗਾ ਤੇ ਉਹਦੇ ਵਿੱਚੋਂ ਮੈਂ ਦਊਂਗਾ, ਤੁਸੀਂ ਬਹੁਤ ਵੱਡੀ ਨਦਾਨਗੀ ਦੇ ਵਿੱਚ ਆ, ਤੁਸੀਂ ਬਹੁਤ ਵੱਡੇ ਭੁਲੇਖੇ ਦੇ ਵਿੱਚ ਆ। ਇਸ ਭੁਲੇਖੇ ਚੋਂ ਬਾਹਰ ਆ ਜਾਓ। ਅਗਰ ਕੁਝ ਕਰਨਾ ਚਾਹੁੰਦੇ ਆ ਖੁਦਾ ਦੇ ਨੇ, ਅੱਜ ਹੀ ਆ ਸਮਾਂ, ਅੱਜ ਹੀ ਆ ਸਮਾਂ। ਖੁਦਾ ਨੂੰ ਬਹੁਤਾ ਨਹੀਂ ਚਾਹੀਦਾ, ਖੁਦਾ ਨੂੰ ਤੁਹਾਡੀ ਵਫਾਦਾਰੀ ਦਾ ਚਾਹੀਦਾ, ਭਾਵੇਂ 2 ਰੁਪਏ ਕਿਉਂ ਨਾ ਹੋਣ। ਖੁਦਾ ਸਿਰਫ ਤੁਹਾਡੀ ਵਫਾਦਾਰੀ ਦੇਖਦਾ ਆ। ਯਾਦ ਰੱਖਣਾ ਮੇਰੀ ਗੱਲ ਨੂੰ ਕਿ ਤੁਸੀਂ ਪ੍ਰਾਰਥਨਾ ਕਰਨ ਦੇ ਸਮੇਂ ਤੇ ਵਫਾਦਾਰ ਆ, ਕਿ ਬਾਈਬਲ ਪੜ੍ਹਨ ਦੇ ਸਮੇਂ ਤੇ ਵਫਾਦਾਰ ਆ, ਕਿ ਤੁਸੀਂ ਦਸਵੰਧ ਦੇਣ ਦੇ ਸਮੇਂ ਤੇ ਵਫਾਦਾਰ ਆ। ਸਾਡੇ 150 ਦੇਣ ਦੇ ਨਾਲ ਕੁਝ ਚੇਂਜ ਨਹੀਂ ਹੋ ਜਾਣਾ, ਕੁਝ ਘਟਣਾ ਨਹੀਂ ਤੇ ਕੁਝ ਵਧਣਾ ਨਹੀਂ ਆ, ਪਰ ਤੁਸੀਂ ਖੁਦਾ ਦੀ ਨਜ਼ਰਾਂ 'ਚ ਵਫਾਦਾਰੀ ਦੇ ਵਿੱਚ ਆ ਜਾਂਦੇ। ਤੁਹਾਡੀ ਗਿਣਤੀ ਵਫਾਦਾਰ ਲੋਕਾਂ ਦੇ ਵਿੱਚ ਆ ਜਾਂਦੀ ਆ ਜਦੋਂ ਤੁਸੀਂ ਥੋੜੇ ਦੇ ਵਿੱਚ ਖੁਦਾ ਦੇ ਨਾਲ ਵਫਾਦਾਰ ਰਹਿੰਦੇ। ਬੋਲੋ ਹਾਲੇਲੂਇਆ। ਉਦਾਹਰਨ ਦੇ ਤੌਰ ਤੇ ਤੁਹਾਡਾ ਜਿਹੜਾ ਇਨਕਮ ਸੋਰਸ ਆ 10,000 ਆ, ਤੁਹਾਡੀ ਸੈਲਰੀ 10,000 ਆ ਔਰ ਤੁਹਾਡਾ ਖਰਚਾ 10,500 ਆ, ਪਰ ਤੁਸੀਂ ਕਿੱਦਾਂ ਦਸਵੰਧ ਦਓਗੇ? ਦੱਸੋ ਪਹਿਲਾਂ ਮੈਨੂੰ, ਕਿੱਦਾਂ ਕੱਢੋਗੇ ਤੁਸੀਂ? ਪਰ ਮੈਂ ਇਦਾਂ ਦੇ ਨਾਦਾਨ ਲੋਕ ਵੀ ਦੇਖੇ ਆ ਜਿਨ੍ਹਾਂ ਦੀ ਸੈਲਰੀ 10,000 ਆ ਔਰ ਖਰਚਾ 10,500 ਆ, ਦਸਵੰਧ ਨਹੀਂ ਦੇਣਾ ਉਹਨਾਂ ਨੇ, ਦਸਵੰਧ ਰੋਕ ਲੈਣਾ ਆ। ਔਰ ਕੀ ਕਰਨਾ ਆ ਫਿਰ? ਜਦੋਂ ਘਰ ਦੀ ਕੋਈ ਜ਼ਰੂਰਤ ਪੂਰੀ ਕਰਨੀ ਹੋਵੇ, ਜਾਂ ਕੋਈ ਵਿਆਹ ਸ਼ਾਦੀ ਆ ਜਾਂਦਾ ਆ, ਜਾਂ ਕੋਈ ਘਰ 'ਚ ਕੋਈ ਪ੍ਰੋਗਰਾਮ ਆ ਜਾਂਦਾ, ਜਾਂ ਕੋਈ ਬਰਥਡੇ ਸੈਲੀਬ੍ਰੇਸ਼ਨ ਆ ਜਾਂਦਾ, ਇਧਰੋਂ ਉਧਰੋਂ ਪੈਸੇ ਫੜ ਕੇ ਉਹਨਾਂ ਨੇ ਕਰ ਦੇਣਾ ਹੈ ਅਰੇਂਜਮੈਂਟ, ਚਾਹੇ ਜਿੱਦਾਂ ਮਰਜ਼ੀ ਕਰਨ। ਮੈਂ ਉਹਨਾਂ ਨਦਾਨਗੀ 'ਚੋਂ ਤੁਹਾਨੂੰ ਕੱਢਣਾ ਚਾਹੁੰਦਾ ਹਾਂ। ਮੈਂ ਇਸ ਨਦਾਨਗੀ 'ਚੋਂ ਤੁਹਾਨੂੰ ਕੱਢਣਾ ਚਾਹੁੰਦਾ। ਜੇ ਇਹੀ ਕਿਤੇ ਤੁਸੀਂ ਦਸਵੰਧ ਦੇ ਕੇ ਵਫਾਦਾਰੀ ਖੁਦਾਵੰਦ ਦੇ ਨਾਲ ਖਰੀਦ ਲਈ ਹੁੰਦੀ, ਜਾਂ ਖੁਦਾਵੰਦ ਦੀ ਨਜ਼ਰਾਂ 'ਚ ਤੁਸੀਂ ਵਫਾਦਾਰ ਬਣ ਜਾਂਦੇ ਦਸਵੰਧ ਦੇਣ ਦੇ ਨਾਲ, ਤੇ ਕੁਝ ਲਾਸ ਨਹੀਂ ਹੋਣਾ ਸੀ ਤੁਹਾਡਾ। ਬਾਈਬਲ ਕਹਿੰਦਾ ਆ ਜਦੋਂ ਕਰਨੇਲੀਅਸ ਲਗਾਤਾਰ ਦਾਨ ਦਿੰਦਾ ਰਿਹਾ ਨਾ, ਦਸਵੰਧ ਦਿੰਦਾ ਰਿਹਾ, ਪਰਮੇਸ਼ਵਰ ਨੂੰ ਸਵਰਗ ਤੋਂ ਦੂਤ ਘੱਲਣੇ ਪੈ ਗਏ ਧਰਤੀ ਦੇ ਉੱਪਰ, ਔਰ ਦੂਤਾਂ ਨੇ ਆ ਕੇ ਉਹਨੂੰ ਕਿਹਾ, ਕਹਿੰਦੇ ਤੇਰੇ ਦਾਨ ਤੇ ਤੇਰੀ ਪ੍ਰਾਰਥਨਾ ਕਹਿੰਦੇ ਖੁਦਾ ਦੇ ਹਜ਼ੂਰੇ ਕਬੂਲ ਹੋਈ ਆ। ਬੋਲੋ ਹਾਲੇਲੂਇਆ। ਕੱਲੀ ਪ੍ਰਾਰਥਨਾ ਨਹੀਂ, ਕਹਿੰਦਾ ਤੇਰੇ ਦਾਨ ਤੇ ਤੇਰੀ ਪ੍ਰਾਰਥਨਾ ਪਰਮੇਸ਼ਵਰ ਦੇ ਹਜ਼ੂਰੇ ਕਬੂਲ ਹੋਈ ਆ। ਬੋਲੋ ਹਾਲੇਲੂਇਆ। ਅਸੀਂ ਨਦਾਨਗੀ ਦੇ ਵਿੱਚੋਂ ਬਾਹਰ ਆਉਣਾ ਹੈ। ਕਈ ਲੋਕਾਂ ਦੇ ਕੀ ਨਦਾਨਗੀ ਆ, ਸਾਰੇ ਖਰਚੇ ਘਰ ਦੇ ਕਰ ਲੈਣੇ ਆ, ਪਰ ਪਰਮੇਸ਼ਵਰ ਦੇ ਘਰ ਦਾ ਖਰਚ ਦਾ ਪਤਾ ਨਹੀਂ ਆ।
ਤੁਹਾਡੇ ਦਸਵੰਤ ਨਾ ਦੇਣ ਦੇ ਨਾਲ ਸੇਵਕਾਈ ਨਹੀਂ ਰੁਕਦੀ, ਯਾਦ ਰੱਖਣਾ, ਪਰ ਤੁਹਾਡੀ ਵਫਾਦਾਰੀ ਟੁੱਟਦੀ ਆ ਪਰਮੇਸ਼ਵਰ ਦੇ ਨਾਲ। ਬਾਈਬਲ ਕਹਿੰਦਾ ਜੇ 10 ਹੁਕਮ ਆ ਤੇ ਤੂੰ 9 ਪੂਰੇ ਕਰਦਾ, ਇੱਕ ਪੂਰਾ ਨਹੀਂ ਕਰਦਾ ਨਾ, ਤੇਰੇ 9 ਕੀਤੇ ਵੀ ਬੇਕਾਰ ਆ, ਤੈਨੂੰ ਸਵਰਗ 'ਚ ਨਹੀਂ ਲੈ ਕੇ ਜਾਣ ਦੇਣਗੇ। ਉਹ ਜਿਹੜਾ ਇੱਕ ਹੀ ਆ ਜਿਹੜਾ ਪੂਰਾ ਨਹੀਂ ਕਰਨਾ। ਚੰਗੀ ਗੱਲ ਆ ਕਿ ਜੇ 9 ਵੀ ਪੂਰੇ ਕਰੋ ਤੇ ਉਹਨੂੰ ਇੱਕ ਨੂੰ ਵੀ ਪੂਰਾ ਕਰੋ, ਔਰ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਤੁਸੀਂ ਪਰਫੈਕਸ਼ਨ ਦੇ ਵਿੱਚ ਆ ਜਾਓ। ਬੋਲੋ ਆਮੀਨ, ਹਾਲੇਲੂਇਆ। ਇਹ ਨਾਦਾਨਗੀ ਦੇ ਵਿੱਚੋਂ ਬਾਹਰ ਕੱਢਣਾ ਹੈ ਅੱਜ ਮੈਂ ਤੁਹਾਨੂੰ ਪਵਿੱਤਰ ਆਤਮਾ ਦੀ ਸਹਾਇਤਾ ਦੇ ਨਾਲ। ਅਸੀਂ ਇਸ ਨਾਦਾਨਗੀ ਚੋਂ ਬਾਹਰ ਆਣਾ ਆ। ਖਰਚੇ ਕਦੀ ਨਹੀਂ ਰੁਕਣੇ ਜਦ ਤੱਕ ਸਾਹ ਨਹੀਂ ਰੁਕਦੇ, ਯਾਦ ਰੱਖਣਾ। ਕੰਮ ਕਦੀ ਨਹੀਂ ਰੁਕਣੇ, ਰਸੋਈ ਦੇ ਖਰਚੇ, ਪਰਿਵਾਰ ਦੇ ਖਰਚੇ, ਰਿਸ਼ਤੇਦਾਰੀ ਦੇ ਖਰਚੇ ਕਦੀ ਨਹੀਂ ਰੁਕਣੇ ਜਦ ਤੱਕ ਸਾਹ ਨਹੀਂ ਰੁਕਣੇ। ਔਰ ਜੇ ਇਹਦੇ ਨਾਲ ਤੁਸੀਂ ਕਿਤੇ ਖੁਦਾਵੰਦ ਦਾ 10ਵਾਂ ਹਿੱਸਾ ਵੀ ਐਡ ਕਰ ਲਓ ਤੇ ਤੁਸੀਂ ਪਰਫੈਕਸ਼ਨ ਦੇ ਵਿੱਚ ਆ ਜਾਓਗੇ। ਇਸੇ ਲਈ ਸਾਡਾ ਫਾਈਨਾਂਸ ਬਲੈਸ ਨਹੀਂ ਹੈ। ਘਰ ਦੀਆਂ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰ ਦਿੰਦੇ, ਸਾਰੀਆਂ ਕਿਸ਼ਤਾਂ ਟਾਈਮ ਟੂ ਟਾਈਮ ਚਲੇ ਜਾਂਦੀਆਂ, ਪਰ ਅਸੀਂ ਦਸਵੰਤ ਦੇਣ ਦੇ ਵਿੱਚ ਮਾੜੇ ਪੈ ਜਾਂਦੇ ਹਾਂ। ਅਸੀਂ ਦਸਵੰਤ ਦੇਣ 'ਚ ਕਮਜ਼ੋਰ ਕਿਉਂ ਪੈ ਜਾਂਦੇ ਹਾਂ? ਤੁਹਾਨੂੰ ਕੀ ਲੱਗਦਾ ਚਰਚ ਜਿਹੜਾ ਫ੍ਰੀ ਆਫ ਕਾਸਟ ਤੇ ਚੱਲਣਾ? ਤੁਹਾਨੂੰ ਕੀ ਲੱਗਦਾ ਜਿਹੜੀ ਲਾਈਵ ਮੀਟਿੰਗ ਹੈ ਜਿਹੜੀ ਤੁਸੀਂ ਹੁਣ ਸੁਣਦੇ ਪਏ ਆ ਕਿਤੇ ਫ੍ਰੀ ਦੇ ਵਿੱਚ ਹੋ ਰਹੀ ਹੈ? ਜੇ ਸਾਡਾ ਘਰ ਬਿਨਾਂ ਪੈਸੇ ਤੋਂ ਨਹੀਂ ਚੱਲਦਾ ਤੇ ਪਰਮੇਸ਼ਵਰ ਦਾ ਘਰ ਵੀ ਬਿਨਾਂ ਪੈਸੇ ਤੋਂ ਨਹੀਂ ਚੱਲਦਾ। ਜੇ ਸਾਨੂੰ ਪਤਾ ਸਾਡੇ ਮਹੀਨੇ ਬਾਅਦ ਰਸੋਈ ਦੇ ਵਿੱਚ ਇੰਨੇ ਹਜ਼ਾਰ ਦਾ ਜਾਂ ਇੰਨੇ 100 ਦਾ ਰਾਸ਼ਨ ਪੈਣਾ ਆ, ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਚਰਚ ਦੇ ਵੀ ਮਹੀਨੇ ਬਾਅਦ ਖਰਚੇ ਹੁੰਦੇ, ਕੁਝ ਬਿਲਸ ਹੁੰਦੇ ਆ ਜਿਹੜੇ ਹਰ ਮਹੀਨੇ ਪੇ ਕਰਨੇ ਹੁੰਦੇ ਆ। ਹਾਲੇਲੂਇਆ। ਮੈਂ ਇਸ ਤਰ੍ਹਾਂ ਦੇ ਵੀ ਵਫਾਦਾਰ ਲੋਕ ਦੇਖੇ ਆ ਜਿਹੜੇ ਕਿ ਲੋਕਡਾਊਨ ਦੇ ਸਮੇਂ ਦੇ ਵਿੱਚ ਚਰਚ ਕਲੋਜ਼ ਆ, ਪਰ ਉਹ ਹਰ ਸੰਡੇ ਦਾ ਆਪਣਾ ਚੰਦਾ ਰੱਖਦੇ ਆ ਸਾਈਡ ਤੇ ਕਿ ਜਦੋਂ ਚਰਚ ਖੁੱਲੇਗਾ ਉਹਨਾਂ ਨੇ ਆ ਕੇ ਚੰਦਾ ਪਾਉਣਾ ਚਰਚ ਦੇ ਵਿੱਚ। ਇਸ ਤਰ੍ਹਾਂ ਦੀ ਵਫਾਦਾਰੀ ਖੁਦਾਵੰਦ ਦੇ ਨਾਲ ਚਾਹੀਦੀ ਆ। ਜਦ ਤੱਕ ਤੁਸੀਂ ਸੀਰੀਅਸ ਨਹੀਂ ਨਾ ਹੁੰਦੇ ਇਹਨਾਂ ਗੱਲਾਂ ਨੂੰ ਲੈ ਕੇ, ਕਦੀ ਕਾਮਯਾਬ ਨਹੀਂ ਹੋ ਸਕਦੇ, ਕਦੀ ਤਰੱਕੀ ਨਹੀਂ ਹਾਸਲ ਕਰ ਸਕਦੇ। ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਮੈਂ ਜੌਬ ਕਰਦਾ ਸੀਗਾ, ਮੈਂ ਚੇਂਜ ਵੀ ਦਿੰਦਾ ਹੁੰਦਾ ਸੀਗਾ, ਛੋਟੇ ਪੈਸੇ 1-2 ਰੁਪਏ ਵੀ ਜਿਹੜੇ ਬਣਦੇ ਹੁੰਦੇ ਸੀਗੇ ਨਾ, ਉਦਾਹਰਨ ਦੇ ਤੌਰ ਤੇ ਜਿੱਦਾਂ 667 ਰੁਪਏ, ਮੈਂ 67 ਰੁਪਏ ਵੀ ਉੱਪਰ ਦੇਣੇ ਔਰ ਭਾਨ ਵੀ ਦੇਣੀ ਹੈ ਪਾਦਰੀ ਸਾਹਿਬ ਨੂੰ। ਮੈਂ ਪੂਰਾ ਆਪਣਾ ਦਸਵੰਧ ਕੱਢ ਕੇ ਛੁੜਾ ਦੇਣਾ। ਜਿੱਦਾਂ ਹੀ ਪੈਸਾ ਹੱਥ ਦੇ ਉੱਤੇ ਆਉਣਾ ਉਹਦੇ ਵਿੱਚੋਂ ਪਹਿਲਾਂ ਖੁਦਾ ਦਾ ਕੱਢਣਾ, ਬਾਕੀ ਖਰਚੇ ਤਾਂ ਕਦੀ ਨਹੀਂ ਮੁੱਕਣੇ। ਇਹ ਮੇਰੀ ਗੱਲ ਯਾਦ ਰੱਖਣਾ। ਹਰ ਮਹੀਨੇ ਇੰਟਰਨੈਟ ਦਾ ਬਿੱਲ ਆ ਜਾਂਦਾ, ਮਹੀਨੇ ਦਾ, ਹਰ ਮਹੀਨੇ ਸਾਡਾ ਰਾਸ਼ਨ ਦਾ ਆ ਜਾਂਦਾ, ਹਰ ਮਹੀਨੇ ਸਾਡੇ ਹੋਰ ਖਰਚੇ ਆ ਜਾਂਦੇ ਆ, ਹਰ ਮਹੀਨੇ ਕਮੇਟੀਆਂ ਆ ਜਾਂਦੀਆਂ, ਹਰ ਮਹੀਨੇ ਕਿਸ਼ਤਾਂ ਆ ਜਾਂਦੀਆਂ ਆ, ਹਰ ਮਹੀਨੇ ਹਾਊਸਿੰਗ ਲੋਨ ਦੀ ਕਿਸ਼ਤ ਆ ਜਾਂਦੀ, ਮੋਬਾਈਲ ਦੀ ਕਿਸ਼ਤ ਆ ਜਾਂਦੀ ਹੈ ਹਰ ਮਹੀਨੇ। ਇਹ ਕਦੀ ਨਹੀਂ ਬੰਦ ਹੋਣੀਆਂ। ਇੱਕ ਤੁਸੀਂ ਬੰਦ ਕਰੋਗੇ ਫਿਰ ਤੁਹਾਡੇ ਘਰ ਦੀ ਹੋਰ ਕੋਈ ਜ਼ਰੂਰਤ ਹੋ ਜਾਣੀ ਹੈ, ਜਿਹਨੂੰ ਤੁਸੀਂ ਇੰਸਟਾਲਮੈਂਟ ਤੇ ਲੈ ਲੈਣਾ, ਉਹ ਫਿਰ ਸ਼ੁਰੂ ਹੋ ਜਾਣਾ, ਕਦੀ ਨਹੀਂ ਖਤਮ ਹੋਣਾ। ਜੇ ਤੁਸੀਂ ਖੁਦਾਵੰਦ ਦੀ ਨਜ਼ਰਾਂ ਦੇ ਵਿੱਚ ਵਫਾਦਾਰ ਹੋਣਾ ਚਾਹੁੰਦੇ ਤੇ ਤੁਹਾਨੂੰ ਜ਼ਰੂਰਤ ਆ ਵਫਾਦਾਰੀ ਦੇ ਵਿੱਚ ਆਉਣ ਦੀ, ਔਰ ਇਸ ਗੱਲ ਦੇ ਉੱਪਰ ਗੌਰ ਕਰਨ ਦੀ, ਇਸ ਨਾਦਾਨਗੀ ਦੇ ਵਿੱਚੋਂ ਬਾਹਰ ਨਿਕਲਣ ਦੀ ਕਿ ਪਰਮੇਸ਼ਵਰ ਦਊਗਾ ਤੇ ਮੈਂ ਦਊਂਗਾ, ਪਰਮੇਸ਼ਵਰ ਮੈਨੂੰ ਕਿਸ਼ਤਾਂ ਤੋਂ ਆਜ਼ਾਦ ਕਰੂਗਾ ਤੇ ਮੈਂ ਦੇ ਦੂੰਗਾ। ਤੇ ਕਿਸ਼ਤਾਂ ਸ਼ੁਰੂ ਕਿੰਨੇ ਕਰਾਈਆਂ ਸੀ? ਪਰਮੇਸ਼ਵਰ ਨੇ ਨਹੀਂ ਕਰਾਈਆਂ। ਜੇ ਸ਼ੁਰੂ ਅਸੀਂ ਕੀਤੀਆਂ ਤਾਂ ਖਤਮ ਵੀ ਅਸੀਂ ਹੀ ਕਰਨੀਆਂ ਆ। ਇਸ ਨਾਦਾਨਗੀ ਦੇ ਵਿੱਚੋਂ ਬਾਹਰ ਆ ਜਾਓ ਕਿ ਪਰਮੇਸ਼ਵਰ ਮੈਨੂੰ ਦਊਗਾ, ਪਰਮੇਸ਼ਵਰ ਮੈਨੂੰ ਬਲੈਸ ਕਰੂਗਾ ਤੇ ਫਿਰ ਮੈਂ ਕਰਨਾ ਸ਼ੁਰੂ ਕਰੂੰਗੀ ਜਾਂ ਕਰੂੰਗਾ, ਐਦਾਂ ਨਹੀਂ ਹੈ। ਪਰਮੇਸ਼ਵਰ ਮੈਨੂੰ ਬਲ ਦਊਗਾ ਤੇ ਮੈਂ ਪ੍ਰਾਰਥਨਾ 3 ਘੰਟੇ ਕਰੂੰਗਾ ਜਾਂ ਕਰੂੰਗੀ, ਐਦਾਂ ਨਹੀਂ ਹੈ। ਤੁਹਾਡੇ ਉੱਪਰ ਵੀ ਕੁਝ ਜ਼ਿੰਮੇਵਾਰੀਆਂ ਨੇ। ਤੁਹਾਡੇ ਕੋਲ ਫਿਲਮ 3 ਘੰਟੇ ਦੀ ਦੇਖ ਹੋ ਜਾਂਦੀ ਹੈ ਬਿਨਾਂ ਹਿਲਜੁਲ ਕਰਦੇ, ਪ੍ਰਾਰਥਨਾ ਨਹੀਂ ਕਰ ਹੁੰਦੀ, ਉਦੋਂ ਥੱਕ ਜਾਂਦੇ ਆ। ਫੋਨ ਦੇ ਉੱਪਰ 2-2 3-3 ਘੰਟੇ ਗੱਲਾਂ ਹੋ ਜਾਂਦੀਆਂ, ਰਾਤ ਭਰ ਗੱਲਾਂ ਹੋ ਜਾਂਦੀਆਂ, ਔਰ ਪ੍ਰਾਰਥਨਾ ਕਰਨ ਲੱਗੇ ਜ਼ੁਬਾਨ 5-7 ਮਿੰਟਾਂ 'ਚ ਥੱਕ ਜਾਂਦੀ ਹੈ। ਬੋਲੋ, ਮੈਨੂੰ ਜਵਾਬ ਦਿਓ ਇਸ ਗੱਲ ਦਾ ਕਿ ਤੁਹਾਡੀ ਜ਼ੁਬਾਨ ਪ੍ਰਾਰਥਨਾ ਕਰਨ ਲੱਗੇ ਥੱਕਦੀ ਆ? ਤੁਹਾਨੂੰ ਪਿਆਸ ਲੱਗਦੀ, ਤੁਹਾਡਾ ਗਲਾ ਸੁੱਕਦਾ ਆ, ਪਰ ਫੋਨ ਤੇ ਗੱਲਾਂ ਕਰਨ ਲੱਗੇ ਇਦਾਂ ਦਾ ਕੁਝ ਵੀ ਫੀਲ ਨਹੀਂ ਹੁੰਦਾ? ਤਾਂ ਜੇ ਉਹੀ ਪਿਆਰ ਖੁਦਾਵੰਦ ਦੇ ਨਾਲ ਪਾਇਆ ਹੋਵੇ ਤੇ ਇੱਧਰ ਵੀ ਇਸ ਤਰ੍ਹਾਂ ਹੋਵੇ। ਹਾਲੇਲੂਇਆ। ਮੈਂ ਨਾਦਾਨਗੀ ਦੇ ਵਿੱਚੋਂ ਤੁਹਾਨੂੰ ਬਾਹਰ ਕੱਢਣਾ ਹੈ ਕਿ ਅਸੀਂ ਅੱਜ ਵੀ ਨਾਦਾਨਗੀ ਦੇ ਵਿੱਚ ਨਾ ਬੈਠੇ ਹੋਈਏ, ਅਸੀਂ ਅੱਜ ਵੀ ਨਾਦਾਨਗੀ 'ਚ ਫਸੇ ਨਾ ਹੋਈਏ। ਫਿਊਚਰ ਨੂੰ ਦੇਖਦੇ ਹਾਂ ਅਸੀਂ, ਮੈਂ ਆਹ ਕਰਨਾ, ਉਹ ਕਰਨਾ, ਇਹ ਕਰਨਾ, ਉਹ ਕਰਨਾ। ਤੁਹਾਨੂੰ ਪਤਾ ਬਾਈਬਲ ਕੀ ਕਹਿੰਦਾ? ਕਹਿੰਦਾ ਇਨਸਾਨ ਦੀ ਜ਼ਿੰਦਗੀ ਕਿੱਦਾਂ ਦੀ ਆ? ਕਹਿੰਦਾ ਇੱਕ ਪਾਣੀ ਦੇ ਉੱਪਰ ਤੁਰ ਰਹੇ ਬੁਲਬੁਲੇ ਦੀ ਤਰ੍ਹਾਂ ਆ, ਭਾਫ ਦੀ ਤਰ੍ਹਾਂ ਆ, ਜਿਹੜੀ ਥੋੜਾ ਕੁ ਸਮਾਂ ਦਿਖਦੀ ਆ ਬਸ।
ਇਦਾਂ ਹੈ ਇਨਸਾਨ ਦੀ ਜ਼ਿੰਦਗੀ। ਔਰ ਅੱਜ ਅਸੀਂ ਕੀ ਸੋਚਦੇ ਪਏ ਹਾਂ, ਮੈਂ ਇਦਾਂ ਕਰੂੰਗਾ, ਮੈਂ ਇਦਾਂ ਕਰ ਲੂੰਗਾ, ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਹ ਕਰੂੰਗਾ, ਇਹ ਕਰੂੰਗਾ, ਉਹ ਕਰਾਂਗੀ, ਇਹ ਕਰਾਂਗੀ। ਇਨਸਾਨ ਦੀ ਜ਼ਿੰਦਗੀ ਕੀ ਆ? ਇੱਕ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ, ਇੱਕ ਭਾਫ ਦੀ ਤਰ੍ਹਾਂ, ਜਿਹੜੀ ਥੋੜਾ ਸਮਾਂ ਦੇਖਦੀ ਔਰ ਅੱਖਾਂ ਬੰਦ ਕਰਕੇ ਖੋਲੋ ਔਰ ਉਹ ਹੈ ਨਹੀਂ। ਔਰ ਤੁਸੀਂ ਕਹਿੰਦੇ ਹੋ ਮੇਰੇ ਕੋਲ ਬਹੁਤ ਸਮਾਂ ਆ ਤੌਬਾ ਕਰਨ ਦਾ, ਮੇਰੇ ਕੋਲ ਬਹੁਤ ਸਮਾਂ ਆ ਪ੍ਰਾਰਥਨਾ ਵਧਾਉਣ ਦਾ, ਮੇਰੇ ਕੋਲ ਬਹੁਤ ਸਮਾਂ ਆ ਮੈਨੂੰ ਆਪਣੇ ਆਪ ਨੂੰ ਸਹੀ ਕਰਨ ਦਾ ਖੁਦਾਵੰਦ ਦੇ ਨਾਲ। ਮੈਂ ਤੁਹਾਨੂੰ ਦੱਸਦਾ, ਇੱਕ ਇਨਸਾਨ ਦੀ ਜ਼ਿੰਦਗੀ ਭਾਫ ਦੀ ਤਰ੍ਹਾਂ ਆ, ਜਿਹੜੀ ਥੋੜਾ ਸਮਾਂ ਦਿਖਦੀ ਆ। ਹਾਲੇਲੂਇਆ। ਉਮੀਦ ਕਰਦਾ ਤੁਹਾਨੂੰ ਟਾਈਟਲ ਸਮਝ ਆ ਗਿਆ ਅੱਜ ਦੇ ਵਚਨ ਦਾ। ਨਦਾਨਗੀ ਦੇ ਵਿੱਚੋਂ ਬਾਹਰ ਆਓ, ਨਦਾਨ ਪੁਣੇ ਦੇ ਕੰਮ ਖਤਮ ਕਰ ਦਿਓ, ਹੁਣ ਛੱਡ ਦਿਓ ਆਪਣੀ ਜ਼ਿੰਦਗੀ ਦੇ ਵਿੱਚੋਂ, ਵਫਾਦਾਰੀ ਦੇ ਵਿੱਚ ਆ ਜਾਓ। ਮੇਰੇ ਨਾਲ ਓਪਨ ਕਰੀਏ ਖੁਦਾਵੰਦ ਦੇ ਵਚਨ ਨੂੰ। ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਉਹਨੂੰ ਖੋਲਦੇ ਹਾਂ, ਔਰ ਯਾਕੂਬ ਦੀ ਪੱਤਰੀ ਔਰ ਉਹਦਾ 4 ਨੰਬਰ ਅਧਿਆਇ, ਉਹਦਾ 13 ਨੰਬਰ ਪੰਕਤੀ ਤੋਂ 17 ਨੰਬਰ ਪੰਕਤੀ ਤੱਕ ਇਦਾਂ ਲਿਖਿਆ। ਮੈਂ ਟੋਟਲ ਤੁਹਾਨੂੰ 4 ਵਰਸਿਸ ਪੜ੍ਹਾਉਣੀਆਂ ਆ, ਔਰ ਇਹਦੇ ਵਿੱਚ ਤੁਹਾਨੂੰ ਬਹੁਤ ਅੱਛੀ ਰੀਤੀ ਦੇ ਨਾਲ ਔਰ ਬਹੁਤ ਸੌਖੇ ਤਰੀਕੇ ਦੇ ਨਾਲ ਸਮਝਾਉਣ ਦੀ ਮੈਂ ਕੋਸ਼ਿਸ਼ ਕਰਨੀ ਹੈ। ਉਮੀਦ ਕਰਦਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਆ। ਔਰ ਜਦੋਂ ਅਸੀਂ ਪੜ੍ਹਦੇ ਹਾਂ ਯਾਕੂਬ ਦੀ ਪੱਤਰੀ, ਉਹਦਾ 4 ਨੰਬਰ ਅਧਿਆਇ, ਉਹਦਾ 13 ਨੰਬਰ ਤੋਂ 17 ਨੰਬਰ ਪੰਕਤੀ ਤੱਕ ਇਦਾਂ ਲਿਖਿਆ। ਕਹਿੰਦਾ, ਓਏ ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਜਾਂ ਭਲਕੇ ਫਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਰਾ ਕੱਟਾਂਗੇ ਅਤੇ ਵਣਜ ਵਪਾਰ ਕਰਾਂਗੇ ਅਤੇ ਕੁਝ ਖੱਟਾਂਗੇ, ਭਾਵੇਂ ਤੁਸੀਂ ਕਹਿੰਦਾ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋ ਜਾਵੇਗਾ। ਕਹਿੰਦਾ ਤੁਸੀਂ ਜੋ ਇਹ ਸੋਚਦੇ ਆ, ਇਹ ਵਿਚਾਰ ਕਰਦੇ ਆ ਕਿ ਮੇਰੇ ਕੋਲ ਸਮਾਂ ਆ, ਮੈਂ ਵਿਦੇਸ਼ ਜਾਵਾਂਗੀ ਜਾਂ ਜਾਵਾਂਗਾ, ਜੌਬ ਕਰਨੀ ਆ, ਸਟੱਡੀ ਕਰਨੀ ਆ, ਪੈਸਾ ਕਮਾਉਣਾ ਆ, ਇਹ ਕਰਨਾ, ਉਹ ਕਰਨਾ, ਏਦਾਂ ਕਰਨਾ, ਉੱਦਾਂ ਕਰਨਾ। ਮੈਂ ਤੁਹਾਨੂੰ ਦੱਸਦਾ, ਪੈਸੇ ਦੇ ਲਾਲਚ ਦੇ ਕਰਕੇ ਕਈ ਲੋਕ ਜਿਸ ਸਥਾਨ ਦੇ ਉੱਪਰ ਖੁਦਾ ਨੇ ਉਹਨਾਂ ਨੂੰ ਸੇਵਕਾਈ ਦੇ ਉੱਤੇ ਠਹਿਰਾਇਆ, ਉਹਨੂੰ ਛੱਡ ਕੇ ਪੈਸੇ ਦੇ ਲਾਲਚ ਦੇ ਕਰਕੇ ਉਹ ਵਿਦੇਸ਼ਾਂ ਦੇ ਵਿੱਚ ਪਹੁੰਚੇ ਪਏ ਨੇ। ਔਰ ਪਹਿਲਾ ਦਰਸ਼ਨ ਕੀ ਸੀਗਾ ਔਰ ਅੱਜ ਦਰਸ਼ਨ ਕੀ ਆ, ਮੈਂ ਇਸ ਨਦਾਨਗੀ ਚੋਂ ਤੁਹਾਨੂੰ ਕੱਢਣਾ ਚਾਹੁੰਦਾ। ਬਾਈਬਲ ਕਹਿੰਦਾ ਧਰਤੀ ਤੇ ਧਨ ਨਾ ਜੋੜੋ, ਔਰ ਅੱਜ ਦਾ ਇਨਸਾਨ ਇਸੇ ਕੰਮ ਦੇ ਵਿੱਚ ਲੱਗਾ ਪਿਆ, ਉਲਟ ਚੱਲਦਾ ਪਿਆ। ਖੁਦਾ ਦਾ ਚੱਲਦਾ ਕੰਮ ਛੱਡ ਕੇ ਵਿਦੇਸ਼ਾਂ 'ਚ ਪਹੁੰਚੇ ਹੋਏ ਆ ਕੰਮ ਕਰਨ ਦੇ ਲਈ, ਪੈਸਾ ਕਮਾਉਣ ਦੇ ਲਈ, ਅਮੀਰੀ ਦੇਖਣ ਦੇ ਲਈ। ਪਰ ਬਾਈਬਲ ਕਹਿੰਦਾ ਤੂੰ ਜਾਣਦਾ ਨਹੀਂ ਆ ਭਲਕੇ ਕੀ ਹੋ ਜਾਣਾ ਆ। ਕਹਿੰਦਾ ਤੁਸੀਂ ਜੋ ਸੋਚਦੇ ਆ ਸੀ ਫਲਾਣੇ ਨਗਰ ਨੂੰ ਜਾਵਾਂਗੇ, ਉੱਥੇ ਵਣਜ ਵਪਾਰ ਕਰਾਂਗੇ ਤੇ ਕੁਝ ਖੱਟਾਂਗੇ, ਪਰ ਕਹਿੰਦੇ ਤੁਸੀਂ ਜਾਣਦੇ ਹੀ ਨਹੀਂ ਆ ਜੋ ਭਲਕੇ ਕੀ ਹੋ ਜਾਏਗਾ। ਤੁਹਾਡੀ ਜਿੰਦ ਹੈ ਹੀ ਕੀ ਆ? ਕਿਉਂ ਜੋ ਤੁਸੀਂ ਤਾਂ ਇੱਕ ਭਾਫ ਆ ਜਿਹੜੀ ਥੋੜਾ ਕੁ ਚਿਰ ਦਿਸਦੀ ਆ ਫਿਰ ਅਲੋਪ ਹੋ ਜਾਂਦੀ ਆ। ਸਗੋਂ ਕਹਿੰਦਾ ਤੁਸੀਂ ਇਹ ਆਖਣਾ ਸੀ ਭਈ ਪ੍ਰਭੂ ਚਾਹੇ ਤਾਂ ਅਸੀਂ ਜਿਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ। ਪਰ ਅੱਜ ਦਾ ਇਨਸਾਨ ਪ੍ਰਭੂ ਦੇ ਪੁੱਛਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਪਣੀ ਮਰਜ਼ੀ ਨੂੰ ਅੱਗੇ ਰੱਖਦਾ। ਜੇ ਖੁਦਾ ਨੇ ਤੁਹਾਨੂੰ ਵਿਦੇਸ਼ ਹੀ ਪਹੁੰਚਾਉਣਾ ਹੁੰਦਾ ਜਾਂ ਉੱਥੇ ਦੇ ਲਈ ਖੁਦਾ ਨੇ ਤੁਹਾਨੂੰ ਚੁਣਿਆ ਹੁੰਦਾ ਤੇ ਧਰਤੀ ਦੇ ਉੱਪਰ ਇੱਥੇ ਰਹਿੰਦੇ ਆ ਜਾਂ ਜਿਸ ਜ਼ਿਲ੍ਹੇ ਜਾਂ ਜਿਸ ਸ਼ਹਿਰ ਜਾਂ ਜਿਸ ਦੇਸ਼ ਤੁਸੀਂ ਰਹਿੰਦੇ ਆ, ਉੱਥੇ ਤੁਹਾਨੂੰ ਖੁਦਾ ਨੇ ਕੁਝ ਵੀ ਕਰਨ ਨਹੀਂ ਦੇਣਾ ਸੀਗਾ। ਤੁਹਾਨੂੰ ਡਾਇਰੈਕਟ ਖੁਦਾ ਨੇ ਉੱਥੇ ਲੈ ਕੇ ਜਾਣਾ ਸੀਗਾ ਜਿੱਥੇ ਤੁਸੀਂ ਅੱਜ ਆਪਣੀ ਮਰਜ਼ੀ ਦੇ ਨਾਲ ਪਹੁੰਚੇ ਪਏ ਆ ਪੈਸਾ ਕਮਾਉਣ ਦੇ ਲਈ। ਕਈ ਲੋਕ ਮੈਂ ਦੇਖੇ ਆ ਅੱਛੀ ਵਰਸ਼ਿਪ ਕਰਦੇ, ਸਿਰਫ ਪੈਸਾ ਉਹਨਾਂ ਨੂੰ ਵਿਦੇਸ਼ 'ਚ ਲੈ ਜਾਂਦਾ ਔਰ ਖੁਦਾ ਦਾ ਕੰਮ ਛੱਡ ਕੇ ਚਲੇ ਜਾਂਦੇ। ਅੱਛੀ ਪ੍ਰੀਚਿੰਗ ਕਰਦੇ, ਅਸਿਸਟੈਂਟ ਦੀ ਜੌਬ ਕਰਦੇ ਪਾਸਟਰ ਦੇ ਨਾਲ, ਔਰ ਸਿਰਫ ਇੱਕ ਪੈਸਾ ਉਹਨਾਂ ਨੂੰ ਪਹੁੰਚਾ ਦਿੰਦਾ ਉੱਥੇ। ਅੱਛੇ ਰੀਤੀ ਦੇ ਤੁਸੀਂ ਮੈਜੀਸ਼ੀਅਨ ਹੁੰਦੇ, ਖੁਦਾ ਦਾ ਕੰਮ ਕਰਦੇ ਅੱਛੀ ਰੀਤੀ ਦੇ ਨਾਲ, ਬਜਾ ਕੇ ਤੁਸੀਂ ਖੁਦਾਵੰਦ ਦੀ ਮਹਿਮਾ ਕਰਦੇ, ਪਰ ਅੱਜ ਪੈਸਾ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਪਹੁੰਚਾ ਬੈਠਾ। ਖੁਦਾਵੰਦ ਦਾ ਪਿਆਰ ਕਿੱਥੇ ਆ? ਬਾਈਬਲ ਕਹਿੰਦਾ ਇਨਸਾਨ ਦੀ ਜ਼ਿੰਦ ਹੈ ਹੀ ਕੀ ਆ? ਤੁਸੀਂ ਜੋ ਸੋਚਿਆ ਆ ਮੈਂ 2 ਸਾਲ ਨੂੰ ਇਦਾਂ ਕਰਾਂਗਾ ਜਾਂ ਕਰਾਂਗੀ, 3 ਸਾਲ ਨੂੰ ਇਦਾਂ ਕਰਾਂਗਾ ਜਾਂ ਕਰਾਂਗੀ, ਸਾਲ ਨੂੰ ਇਦਾਂ ਕਰਾਂਗਾ ਜਾਂ ਇਦਾਂ ਕਰਾਂਗੀ, ਜਾਂ ਮੈਂ ਪਹਿਲਾਂ ਬਹੁਤ ਪੈਸਾ ਕਮਾ ਲਵਾਂ ਫਿਰ ਮੈਂ ਖੁਦਾ ਦੇ ਵਿੱਚ ਅੱਗੇ ਵਧਾਂਗੀ ਜਾਂ ਖੁਦਾ ਦਾ ਕੰਮ ਕਰਾਂਗਾ ਜਾਂ ਕਰਾਂਗੀ। ਇਹ ਜੋ ਸੋਚ ਤੁਸੀਂ ਰੱਖੀ ਆ ਇਹ ਨਦਾਨਪੁਣੇ ਦੀ ਆ।
ਨਿਕਲੋ ਨਦਾਨਪੁਣੇ ਦੇ ਵਿੱਚੋਂ। ਅੱਜ ਵੇਲਾ ਆ ਖੁਦਾ ਦਾ ਕੰਮ ਕਰਨ ਦਾ, ਨਾ ਕਿ ਕੱਲ। ਚੰਗੀ ਗੱਲ ਹੁੰਦੀ ਖੁਦਾਵੰਦ ਦਾ ਕੰਮ ਵੀ ਕਰਦੇ ਔਰ ਪੈਸਾ ਵੀ ਕਮਾਉਂਦੇ, ਔਰ ਅੱਜ ਦੇ ਇਨਸਾਨ ਨੇ ਖੁਦਾ ਦਾ ਕੰਮ ਛੱਡ ਕੇ ਔਰ ਪੈਸਾ ਕਮਾਉਣ ਦੇ ਵੱਲ ਲੱਗ ਗਿਆ। ਕਿੱਦਾਂ ਅਸੀਂ ਤਰੱਕੀ ਕਰ ਸਕਦੇ ਹਾਂ? ਕਿੱਦਾਂ ਅਸੀਂ ਖੁਦਾਵੰਦ ਦੀ ਨਜ਼ਰਾਂ ਦੇ ਵਿੱਚ ਵਫਾਦਾਰ ਹੋ ਸਕਦੇ ਹਾਂ? ਇਸ ਨਦਾਨਗੀ ਦੇ ਵਿੱਚੋਂ ਤੁਹਾਨੂੰ ਬਾਹਰ ਆਉਣਾ ਪੈਣਾ। ਇਸ ਨਦਾਨਗੀ ਦੇ ਕੰਮਾਂ ਚੋਂ ਤੁਹਾਨੂੰ ਬਾਹਰ ਆਉਣਾ ਪੈਣਾ ਹੈ। ਪਰਮੇਸ਼ਵਰ ਬਲ ਦੇਗਾ ਤਾਂ ਮੈਂ ਇਦਾਂ ਕਰਾਂਗਾ, ਨਹੀਂ। ਪਰਮੇਸ਼ਵਰ ਨੇ ਤੁਹਾਨੂੰ ਬਲ ਦੇ ਦਿੱਤਾ ਹੈ ਔਰ ਕਰਨ ਦਾ ਸਮੇਂ ਆ। ਕਰਾਂਗਾ ਨਹੀਂ, ਹੁਣ ਕਰਨ ਦਾ ਸਮੇਂ ਆ। ਮੈਂ ਕਿਸੇ ਦੀ ਮਦਦ ਕਰਾਂਗਾ ਨਹੀਂ, ਹੁਣ ਕਰਨੀ ਆ। ਜੇ ਅੱਜ ਥੋੜੇ ਚ ਕਰੋਗੇ ਤਾਂ ਕੱਲ ਬਹੁਤੇ ਦੇ ਯੋਗ ਵੀ ਖੁਦਾਵੰਦ ਤੁਹਾਨੂੰ ਬਣਾਏਗਾ। ਅਗਰ ਅੱਜ ਤੁਹਾਡਾ ਦਸਵੰਤ 1000 ਰੁਪਇਆ ਬਣਦਾ ਤਾਂ ਖੁਦਾ ਤੁਹਾਨੂੰ ਲੱਖਾਂ ਦੇ ਦਸਵੰਤ ਦੇ ਕਾਬਿਲ ਵੀ ਬਣਾਏਗਾ। ਔਰ ਤੁਸੀਂ ਇਹ ਦੇਖੋ ਤੁਹਾਡੀ ਇਨਕਮ ਕਿੱਥੇ ਜਾਣੀ ਆ। ਵਿਸ਼ਵਾਸ ਦੇ ਨਾਲ ਆਪਾਂ ਗ੍ਰਹਿਣ ਕਰ ਸਕਦੇ ਹਾਂ, ਉਦੋਂ ਤਾਂ ਨਹੀਂ ਤਾਂ ਗੱਲਾਂ ਹੀ ਲੱਗਣੀਆਂ ਆ। ਕਈ ਜਿਹੜੇ ਹੱਲੇ ਵੀ ਨਦਾਨਪੁਣੇ ਦੇ ਵਿੱਚ, ਉਹਨਾਂ ਨੂੰ ਇਹ ਗੱਲਾਂ ਹੀ ਲੱਗਣੀਆਂ ਆ ਕਿ ਬਸ ਇਹ ਮੋਟੀਵੇਸ਼ਨਲ ਗੱਲਾਂ ਹੈਗੀਆਂ ਆ, ਪਾਦਰੀ ਨੇ ਬੋਲ ਦਿੱਤੀਆਂ, ਬਸ ਠੀਕ ਆ। ਪਰ ਕੁਝ ਲੋਕ ਹੈਗੇ ਨੇ ਜਿਨ੍ਹਾਂ ਨੇ ਵਿਸ਼ਵਾਸ ਦੇ ਨਾਲ ਲੱਖਾਂ ਹੀ ਦਸਵੰਤ ਨੂੰ ਗ੍ਰਹਿਣ ਕਰ ਲੈਣਾ ਆ ਕਿ ਅਸੀਂ ਲੱਖਾਂ 'ਚ ਦਸਵੰਤ ਦੇਣਾ। ਬੋਲੋ ਆਮੀਨ, ਹਾਲੇਲੂਇਆ। ਔਰ ਕਈਆਂ ਦੇ ਨਦਾਨਪੁਣੇ ਦੀਆਂ ਗੱਲਾਂ, ਨਦਾਨਪੁਣੇ ਦੀ ਸੋਚ ਆ ਹਲੇ ਕਿ ਇਹ ਸਿਰਫ ਗੱਲਾਂ ਹੀ ਆ। ਜੇ ਇਹ ਗੱਲਾਂ ਹੈ ਤਾਂ ਬਾਈਬਲ ਦੀਆਂ ਬਾਕੀ ਵੀ ਫਿਰ ਗੱਲਾਂ ਹੀ ਆ ਉਸ ਪਰਸਨ ਦੇ ਲਈ, ਬਰਕਤ ਨਹੀਂ ਆ। ਮੇਰੀ ਗੱਲ ਯਾਦ ਰੱਖਣਾ। ਇਨਸਾਨ ਸੋਚਦਾ ਮੈਂ ਆ ਕਰਾਂਗਾ ਜਾਂ ਉਹ ਕਰਾਂਗੀ, ਕੱਲ ਮੈਂ ਇਦਾਂ ਕਰਾਂਗਾ, ਪਰਸੋਂ ਤੋਂ ਮੈਂ ਤੌਬਾ ਕਰਾਂਗੀ, ਇੱਕ ਹਫ਼ਤੇ ਤੋਂ ਬਾਅਦ ਮੈਂ ਚੱਲੂੰਗਾ ਜਾਂ ਚੱਲੂੰਗੀ ਖੁਦਾਵੰਦ ਦੇ ਨਾਲ। ਪਰ ਜੇ ਪਰਸੋਂ ਕੁਝ ਹੋ ਜਾਵੇ ਫਿਰ? ਅੱਜ ਕੱਲ ਸਾਇਲੈਂਟ ਅਟੈਕ ਵੀ ਬੜੇ ਆਉਂਦੇ ਨੇ। ਅੱਜ ਕੱਲ ਕਰੋਨਾ ਵੀ ਹੋ ਜਾਂਦਾ ਹੈ, ਪਤਾ ਵੀ ਨਹੀਂ ਲੱਗਦਾ ਕਿਸੇ ਨੂੰ। ਔਰ ਪਤਾ ਉਦੋਂ ਲੱਗਦਾ ਫਿਰ ਜਦੋਂ ਡਾਕਟਰ ਕਹਿੰਦੇ ਆ ਵੀ ਲੰਗਸ ਹੁਣ ਰਹਿ ਹੀ ਨਹੀਂ ਗਏ। ਕਿੱਥੇ ਗਿਆ ਇੱਕ ਹਫ਼ਤਾ ਜਦੋਂ ਤੌਬਾ ਕਰਨੀ ਸੀ? ਕੰਮ ਤਾਂ ਪਹਿਲਾਂ ਹੀ ਪੈ ਜਾਣਾ। ਕੀ ਮੂੰਹ ਦਿਖਾਉਂਗੇ ਖੁਦਾ ਨੂੰ? ਅਗਲੇ ਮਹੀਨੇ ਤੋਂ ਮੈਂ ਦਸਵੰਤ ਦੇਣਾ ਵਫਾਦਾਰੀ ਦੇ ਨਾਲ। ਕਿੱਦਾਂ ਦਊਂਗੇ ਜਦ 15 ਤਰੀਕ ਨੂੰ ਜਦੋਂ ਜਾਨ ਨਿਕਲ ਜਾਣੀ ਹੈ? ਇਹ ਵਫਾਦਾਰੀ ਨਹੀਂ ਆ। ਮੇਰੀਆਂ ਥੋੜੀਆਂ ਕਿਸ਼ਤਾਂ ਰਹਿ ਗਈਆਂ, ਬਸ ਜਿੱਦੇ ਖਤਮ ਹੁੰਦੀਆਂ ਫਿਰ ਦਸਵੰਤ ਦੇਣਾ ਸ਼ੁਰੂ ਕਰਨਾ, ਫਿਰ ਖੁਦਾ ਦੇ ਕੰਮਾਂ ਨੂੰ ਹੱਥ ਪਾਉਣਾ, ਫਿਰ ਗਰੀਬਾਂ ਦੀ ਮਦਦ ਕਰਨੀ, ਯਤੀਮ ਦਾ ਸਹਾਰਾ ਬਣਨਾ, ਵਿਧਵਾ ਦੇ ਲਈ ਹੈਲਪ ਕਰਨੀ ਆ। ਤਾਂ ਜੇ ਅੱਜ ਰਾਤ ਹੀ ਜਾਨ ਨਿਕਲ ਗਈ ਤਾਂ ਫਿਰ ਖੁਦਾ ਨੂੰ ਕੀ ਕਹੋਗੇ? ਮੈਂ ਸੋਚਿਆ ਸੀ। ਫਿਰ ਖੁਦਾ ਵੀ ਕਹੂਗਾ ਮੈਂ ਵੀ ਸੋਚਿਆ ਸੀ ਤੂੰ ਸਵਰਗ ਪਹੁੰਚੇਗਾ। ਡਿਪੈਂਡ ਤੁਹਾਡੇ ਉੱਪਰ ਕਰਦਾ ਆ। ਇਸ ਨਦਾਨਗੀ ਚੋਂ ਬਾਹਰ ਆ ਜਾਓ। ਜੇ ਤੁਸੀਂ ਐਕਟਿਵ ਆ ਤੇ ਖੁਦਾ ਤੁਹਾਡੇ ਲਈ ਐਕਟਿਵ ਆ। ਜੇ ਤੁਸੀਂ ਨਦਾਨ ਹੈ ਤੇ ਖੁਦਾ ਵੀ ਤੁਹਾਡੇ ਲਈ ਨਦਾਨ ਆ। ਮੇਰੀ ਗੱਲ ਯਾਦ ਰੱਖਣਾ। ਜੇ ਤੁਸੀਂ ਸਮਝਦਾਰ ਹੈ ਤੇ ਖੁਦਾ ਤੁਹਾਡੇ ਲਈ ਸਮਝਦਾਰ ਆ। ਜੇ ਤੁਸੀਂ ਗੱਲਾਂ 'ਚ ਘਰ ਪੂਰੇ ਕਰਦੇ ਤਾਂ ਖੁਦਾ ਵੀ ਗੱਲਾਂ 'ਚ ਘਰ ਪੂਰੇ ਕਰਨੇ ਜਾਣਦਾ। ਇਹ ਮੇਰੀ ਗੱਲ ਯਾਦ ਰੱਖਣਾ। ਹਾਲੇਲੂਇਆ। ਕਹਿੰਦਾ ਕਿ ਤੁਸੀਂ ਜਾਣਦੇ ਨਹੀਂ ਭਲਕੇ ਕੀ ਹੋ ਜਾਣਾ। ਔਰ ਦਰਸ਼ਨ ਤੁਸੀਂ ਵੱਡਾ ਰੱਖਿਆ ਪਿਆ, ਔਰ ਮਿਹਨਤ ਉਹਦੇ ਲਈ ਕੁਝ ਵੀ ਨਹੀਂ ਆ। ਮੈਟਰ ਵੱਡਾ ਰੱਖਿਆ ਖੁਦਾ ਦੇ ਅੱਗੇ, ਔਰ ਮਿਹਨਤ ਉਹਦੇ ਲਈ ਕੁਝ ਵੀ ਨਹੀਂ ਆ। ਸਾਰਾ ਕੁਝ ਪਾਸਟਰ ਹੀ ਕਰੀ ਜਾਣ, ਬਸ ਠੀਕ ਆ। ਸਾਡੇ ਲਈ ਦੁਆ ਵੀ ਪਾਦਰੀ ਕਰੀ ਜਾਣ, ਬਸ ਠੀਕ ਆ। ਸਾਨੂੰ ਕਰਨ ਦੀ ਜ਼ਰੂਰਤ ਨਹੀਂ ਆ, ਕਿਉਂਕਿ ਸਾਡੇ ਕੋਲ ਵੇਲ ਨਹੀਂ ਆ। ਇਸ ਨਦਾਨਗੀ ਚੋਂ ਵੀ ਬਾਹਰ ਆ ਜਾਓ। ਇਕੱਲੇ ਅਮੀਰ ਹੋਣ ਦੀ ਇੱਛਾ ਰੱਖਣਾ ਇਹ ਨਦਾਨਗੀ ਆ, ਔਰ ਇਹ ਤੋਂ ਬਾਹਰ ਆਉਣ ਦੀ ਜ਼ਰੂਰਤ ਆ। ਮੈਂ ਕੱਲ ਇਦਾਂ ਕਰਾਂਗਾ, ਮੈਂ ਪਰਸੋਂ ਇਦਾਂ ਕਰਾਂਗੀ, ਮੈਂ ਹਫ਼ਤੇ ਬਾਅਦ ਇਦਾਂ ਕਰਨਾ, ਜਾਂ ਮੈਂ ਇਦਾਂ ਕਰਾਂਗੀ। ਖੁਦਾਵੰਦ ਦੇ ਨਾਲ ਵਫਾਦਾਰੀ ਦਊਂਗਾ, ਖੁਦਾਵੰਦ ਨੂੰ ਮੈਂ ਪਵਿੱਤਰਤਾ ਹੀ ਦਊਂਗਾ। ਇਹ ਨਦਾਨਗੀ ਆ। ਨਿਕਲੋ ਬਾਹਰ। ਅੱਜ ਸਮਾਂ ਆ। ਅੱਜ ਤੋਂ ਵਫਾਦਾਰ ਹੋਣਾ ਸ਼ੁਰੂ ਹੋ ਜਾਓ। ਨਿਕਲੋ ਬਾਹਰ ਇਸ ਨਦਾਨਗੀ ਦੇ ਵਿੱਚੋਂ। ਅਗਰ ਅੱਜ ਵਿਚਾਰ ਨਹੀਂ ਕਰਦੇ ਆ ਤੇ ਵੇਲਾ ਨਿਕਲ ਜਾਣਾ ਹੱਥੋਂ।
ਤੇ ਬਾਈਬਲ ਕਹਿੰਦਾ ਪਤਾਲ 'ਚ ਕੌਣ ਤੇਰਾ ਧੰਨਵਾਦ ਕਰ ਸਕਦਾ? ਜਿਉਂਦੇ ਜੀ ਅਸੀਂ ਖੁਦਾਵੰਦ ਦਾ ਧੰਨਵਾਦ ਕਰ ਸਕਦੇ, ਉਹਦੀ ਵਰਸ਼ਿਪ ਕਰ ਸਕਦੇ, ਉਹਦੀ ਆਰਾਧਨਾ ਕਰ ਸਕਦੇ ਹਾਂ। ਹਾਲੇਲੂਇਆ। ਪਰ ਜੇ ਅਸੀਂ ਅੱਜ ਨਦਾਨਗੀ ਚੋਂ ਬਾਹਰ ਨਹੀਂ ਆਵਾਂਗੇ ਨਾ ਤੇ ਕੱਲ ਵੀ ਨਹੀਂ ਆ ਪਾਵਾਂਗੇ। ਜੇ ਅੱਜ ਅਸੀਂ ਕਬਰ ਦੇ ਪੱਥਰ ਨੂੰ ਹੱਥ ਦੇ ਨਾਲ ਹਟਾਉਂਦੇ ਨਹੀਂ ਆ ਤੇ ਲਾਜ਼ਰ ਜ਼ਿੰਦਾ ਨਹੀਂ ਮਿਲਣਾ ਸਾਨੂੰ। ਮਤਲਬ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਉਹ ਜ਼ਿੰਦਾ ਨਹੀਂ ਹੋਣੀਆਂ ਆ ਜੇ ਅੱਜ ਅਸੀਂ ਆਪਣੇ ਹੱਥ ਦੇ ਨਾਲ ਪੱਥਰ ਨੂੰ ਹਟਾਉਂਦੇ ਨਹੀਂ ਆ। ਯਾਦ ਰੱਖਣਾ ਮੇਰੀ ਗੱਲ। ਤਾਂ ਜੇ ਤੁਸੀਂ ਕਹੋ ਖੁਦਾ ਮੁਰਦੇ ਨੂੰ ਵੀ ਜ਼ਿੰਦਾ ਕਰੂਗਾ ਤੇ ਪੱਥਰ ਨੂੰ ਵੀ ਆਪ ਹੀ ਹਟਾ ਦੂਗਾ, ਤਾਂ ਫਿਰ ਉਹ ਆਪ ਹੀ ਦੇਖੂਗਾ ਕਦੋਂ ਬਰਕਤ ਦੇਣੀ ਤੁਹਾਨੂੰ, ਕਬਰ 'ਚ ਪਹੁੰਚਾ ਕੇ ਜਾਂ ਪਹਿਲਾਂ। ਸੁੱਖ ਦੇ ਦਿਨ ਉਹਨੇ ਕਦੋਂ ਤੁਹਾਨੂੰ ਦਿਖਾਉਣੇ ਆ, ਕਬਰ ਦੇ ਵਿੱਚ ਜਾਣ ਤੋਂ ਪਹਿਲਾਂ ਜਾਂ ਅੱਜ ਹੀ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ ਮੇਰੀਆਂ ਗੱਲਾਂ ਨੂੰ। ਔਰ ਬਾਈਬਲ ਦੇ ਵਿੱਚ ਅਗਲੇ ਰੈਫਰੈਂਸ ਦੇ ਵਿੱਚ ਜਾਂਦੇ ਆ, ਜਦੋਂ ਅਸੀਂ ਪੜ੍ਹਦੇ ਆ ਸੰਤ ਮਤੀ ਦਾ ਅੰਜੀਲ ਉਹਦਾ 6 ਨੰਬਰ ਅਧਿਆਇ। ਮੇਰੇ ਨਾਲ ਓਪਨ ਕਰੋ। ਸੰਤ ਮਤੀ ਦਾ ਅੰਜੀਲ ਉਹਦਾ 6 ਨੰਬਰ ਅਧਿਆਇ ਉਹਦਾ 19 ਨੰਬਰ ਪੰਕਤੀ, 20 ਨੰਬਰ ਔਰ 21 ਨੰਬਰ ਪੰਕਤੀ ਦੇ ਵਿੱਚ ਐਦਾਂ ਲਿਖਿਆ, ਕਹਿੰਦਾ ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਤੇ ਜੰਗਾਲ ਵਿਗਾੜਦਾ ਆ ਅਤੇ ਜਿੱਥੇ ਚੋਰ ਸਨ ਮਾਰਦੇ ਅਤੇ ਚੁਰਾਉਂਦੇ ਹਨ। ਧਰਤੀ ਤੇ ਕਹਿੰਦਾ ਧਨ ਨਾ ਜੋੜੋ, ਪਰ ਬਾਈਬਲ ਇਹ ਨਹੀਂ ਕਹਿੰਦਾ ਕਿ ਕਮਾਉਣਾ ਬੰਦ ਕਰ ਦਿਓ। ਬਾਈਬਲ ਇਹ ਨਹੀਂ ਕਹਿੰਦਾ ਜੌਬ ਤੋਂ ਰਿਜ਼ਾਈਨ ਦੇ ਦਿਓ। ਬਾਈਬਲ ਇਹ ਨਹੀਂ ਕਹਿੰਦਾ ਕਿ ਆਪਣਾ ਬਿਜ਼ਨਸ ਬੰਦ ਕਰ ਦਿਓ, ਕਰੋ, ਪਰ ਇੱਕੋ ਹੀ ਗੱਲ ਦੇ ਉੱਪਰ ਫੋਕਸ ਕਰਨਾ ਬੰਦ ਕਰ ਦਿਓ। ਇਹ ਨਦਾਨਗੀ ਆ। ਬਾਹਰ ਆਓ ਇਸ ਨਦਾਨਗੀ ਦੇ ਵਿੱਚੋਂ, ਬਾਹਰ ਆਓ ਇਸ ਨਦਾਨਗੀ ਦੇ ਵਿੱਚੋਂ। ਜੇ ਇੱਕੋ ਹੀ ਤਰਫ ਫੋਕਸ ਬਣਾ ਕੇ ਰੱਖਿਆ ਹੋਇਆ ਅਮੀਰ ਹੋਣਾ, ਪੈਸਾ ਜੋੜਨਾ, ਅਮੀਰ ਹੋਣਾ, ਪੈਸਾ ਜੋੜਨਾ, ਜੇ ਇਹੀ ਫੋਕਸ ਬਣਾ ਕੇ ਰੱਖਿਆ ਹੋਇਆ ਤੇ ਨਦਾਨ ਆ, ਤੁਸੀਂ ਨਦਾਨਗੀ 'ਚ ਫਸੇ ਪਏ ਆ। ਬਾਹਰ ਆਓ ਯਿਸੂ ਮਸੀਹ ਦੇ ਨਾਮ 'ਚ, ਬੋਲੋ ਆਮੀਨ। ਨਿਕਲ ਆਓ ਬਾਹਰ ਇਸ ਨਦਾਨਗੀ ਦੇ ਵਿੱਚੋਂ। ਕਹਿੰਦਾ ਧਰਤੀ ਤੇ ਧਨ ਨਾ ਜੋੜੋ ਜਿੱਥੇ ਕੀੜਾ ਤੇ ਜੰਗਾਲ ਵਿਗਾੜਦਾ ਆ ਤੇ ਚੋਰ ਸਨ ਮਾਰਦੇ ਤੇ ਚੁਰਾਉਂਦੇ ਆ। ਔਰ ਕੀ ਆਖਦਾ? ਕਹਿੰਦਾ ਪਰ ਸਵਰਗ ਦੇ ਵਿੱਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਤੇ ਨਾ ਜੰਗਾਲ ਵਿਗਾੜਦਾ ਹੈ ਤੇ ਜਿੱਥੇ ਕਹਿੰਦਾ ਚੋਰ ਨਾ ਸਨ ਮਾਰਦੇ ਤੇ ਨਾ ਚੁਰਾਉਂਦੇ ਹਨ। ਕਿਉਂਕਿ ਕਹਿੰਦਾ ਕਿਉਂਕਿ ਜਿੱਥੇ ਤੇਰਾ ਧਨ ਆ ਉੱਥੇ ਤੇਰਾ ਕਹਿੰਦਾ ਮਨ ਹੋਣਾ ਆ। ਹਾਲੇਲੂਇਆ। ਬੈਂਕ ਦੇ ਵਿੱਚ ਪੈਸਾ ਜਮਾ ਹੋਵੇ ਸਹੀ, ਬਾਰ-ਬਾਰ ਸਟੇਟਮੈਂਟ ਕਢਾਉਣ ਨੂੰ ਦਿਲ ਕਰਦਾ, ਬਾਰ-ਬਾਰ ਬੈਂਕ ਬੈਲੈਂਸ ਦੇਖਣ ਨੂੰ ਦਿਲ ਕਰਦਾ, ਕਿੰਨਾ ਕੁ ਵਿਆਜ ਲੱਗ ਗਿਆ, ਕਿੰਨਾ ਕੁ ਪਲੱਸ ਹੋ ਗਿਆ, ਹੁਣ ਇੰਨੇ ਜਮਾ ਹੋ ਗਏ ਹੋਣੇ ਔਰ ਇੰਨਾ ਹੋ ਗਿਆ, ਹੁਣ ਇੰਨਾ ਵੱਧ ਗਿਆ, ਇੰਨੇ ਹੋ ਗਏ ਆ, ਉੱਥੇ ਮਨ ਲੱਗਾ ਰਹਿੰਦਾ। ਤੇ ਮੈਂ ਦੱਸਣਾ ਚਾਹੁੰਦਾ ਆ ਇਸ ਤਰ੍ਹਾਂ ਦਾ ਪਰਸਨ ਨਦਾਨਗੀ 'ਚ ਆ, ਉਹਨੂੰ ਬਾਹਰ ਆਉਣ ਦੀ ਜ਼ਰੂਰਤ ਆ। ਨਦਾਨਗੀ ਦੇ ਵਿੱਚੋਂ ਬਾਹਰ ਆ ਕੇ ਇਸ ਗੱਲ ਦੇ ਉੱਪਰ ਗੌਰ ਕਰਨ ਦੀ ਜ਼ਰੂਰਤ ਆ ਕਿ ਤੁਸੀਂ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਅਮੀਰ ਆ ਕਿ ਕੰਗਾਲ ਆ। ਜਿਹਦਾ ਪਰਸਨ ਦਾ ਫੋਕਸ ਹੀ ਸਿਰਫ ਅਮੀਰ ਹੋਣਾ, ਪੈਸਾ ਕਮਾਉਣ ਦੇ ਵਿੱਚ ਉਹ ਲੱਗਾ ਪਿਆ, ਜੋੜਨ ਦੇ ਵਿੱਚ ਲੱਗਾ ਪਿਆ, ਮੈਂ ਦੱਸਣਾ ਚਾਹੁੰਦਾ ਪਰਮੇਸ਼ਵਰ ਦੀ ਨਜ਼ਰਾਂ 'ਚ ਉਹ ਕੰਗਾਲ ਆ। ਕੰਗਾਲ ਆ ਉਹ ਪਰਸਨ ਪਰਮੇਸ਼ਵਰ ਦੀ ਨਜ਼ਰਾਂ 'ਚ, ਗਰੀਬ ਆ। ਤੁਸੀਂ ਪ੍ਰਾਰਥਨਾ ਕਰਕੇ, ਬਾਈਬਲ ਨੂੰ ਪੜ੍ਹ ਕੇ, ਉਹਦੇ ਅਨੁਸਾਰ ਚੱਲ ਕੇ ਪਰਮੇਸ਼ਵਰ ਦੀ ਨਜ਼ਰਾਂ 'ਚ ਅਮੀਰ ਬਣਨਾ ਹੈ। ਕਹਿੰਦਾ ਧਰਤੀ ਤੇ ਧਨ ਨਾ ਜੋੜੋ, ਨਾ ਧਰਤੀ ਦੀ ਗੱਲਾਂ ਦੇ ਉੱਪਰ ਮਨ ਲਗਾਓ। ਬਾਈਬਲ ਸਾਨੂੰ ਇਨਸਟਰਕਸ਼ਨਸ ਦਿੰਦਾ ਹੈ, ਮਨਾ ਕਰਦਾ ਹੈ। ਕਹਿੰਦਾ ਨਾ ਧਰਤੀ ਦੀ ਗੱਲਾਂ ਦੇ ਉੱਪਰ ਮਨ ਲਗਾਓ ਤੇ ਨਾ ਧਰਤੀ ਦੇ ਉੱਪਰ ਧਨ ਜੋੜੋ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਬੈਂਕਾਂ ਦੇ ਵਿੱਚ ਪੈਸੇ ਜਿਹੜੇ ਜਮਾ ਹੈ ਉਹਨੂੰ ਕਢਵਾ ਲਓ ਜਾਂ ਇਦਾਂ ਕਰ ਲਓ ਉਦਾਂ ਕਰ ਲਓ, ਨਹੀਂ। ਪਰ ਜੇ ਫੋਕਸ ਹੀ ਇੱਕ ਹੀ ਰੱਖਿਆ ਹੋਇਆ ਨਾ, ਉਹ ਨਦਾਨਗੀ ਚੋਂ ਬਾਹਰ ਆਉਣ ਦੀ ਜ਼ਰੂਰਤ ਹੈ। ਨਾਲ ਸਪਿਰਚੁਅਲ ਗਰੋਥ ਵੀ ਕਰੋ, ਬਾਈਬਲ ਵੀ ਪੜ੍ਹੋ, ਪ੍ਰਾਰਥਨਾ ਵੀ ਕਰੋ, ਪਰਮੇਸ਼ਵਰ ਦੇ ਦਰਸ਼ਨ ਦੇ ਚਾਹਵੰਦ ਹੋਵੋ, ਖੁਦਾ ਦੇ ਰਾਜ ਦੇ ਵਿੱਚ ਵਾਧਾ ਕਰਨ ਦੇ ਚਾਹਵੰਦ ਹੋਵੋ, ਹੈਲਪਰ ਬਣੋ, ਮਦਦਗਾਰ ਬਣੋ ਮਿਨਿਸਟਰੀਆਂ ਦੇ। ਹਾਲੇਲੂਇਆ। ਜੇ ਸਾਡੇ ਘਰ ਬਿਨਾਂ ਪੈਸੇ ਤੋਂ ਨਹੀਂ ਚੱਲਦੇ ਤੇ ਚਰਚ ਵੀ ਬਿਨਾਂ ਪੈਸੇ ਤੋਂ ਨਹੀਂ ਚੱਲਦੇ। ਜਿੱਥੇ ਲੋਕ ਤੌਬਾ ਕਰਦੇ, ਜ਼ਿੰਦਗੀ ਦੇ ਨਵੀਂ ਰਾਹ ਨੂੰ ਗ੍ਰਹਿਣ ਕਰਦੇ ਆ, ਨਵੀਂ ਜ਼ਿੰਦਗੀ ਨੂੰ ਗ੍ਰਹਿਣ ਕਰਦੇ ਆ। ਤੁਹਾਡੇ ਪੈਸੇ ਦੇ ਨਾਲ ਅਗਰ ਕੋਈ ਤੌਬਾ ਕਰ ਲੈਂਦਾ ਆ, ਤੁਹਾਡੇ ਪੈਸੇ ਦੇ ਨਾਲ ਅਗਰ ਕਿਸੇ ਦੀ ਹੈਲਪ ਹੋ ਜਾਂਦੀ ਆ, ਤੇ ਖੁਦਾਵੰਦ ਦੀ ਨਜ਼ਰ ਤੋਂ ਤੁਸੀਂ ਓਲੇ ਨਹੀਂ ਹੋ ਸਕਦੇ। ਯਿਸੂ ਦੇ ਨਾਮ 'ਚ ਬੋਲੋ ਆਮੀਨ।
ਹਾਲੇਲੂਇਆ। ਤੁਸੀਂ ਉਹਦੇ ਸੱਜੇ ਹੱਥ ਤੋਂ ਬਚ ਨਹੀਂ ਸਕਦੇ ਜੋ ਬਰਕਤਾਂ ਦੇ ਨਾਲ ਭਰਿਆ ਪਿਆ, ਜੋ ਅਮੀਰੀ ਦੇ ਨਾਲ ਭਰਿਆ ਪਿਆ, ਤੁਸੀਂ ਬਚ ਨਹੀਂ ਸਕਦੇ। ਮੈਂ ਕਿਹਾ ਤੁਹਾਡੇ ਪਿੱਛੇ ਪੈ ਕੇ ਬਰਕਤਾਂ ਮਿਲਣੀਆਂ। ਬਾਈਬਲ ਕਹਿੰਦਾ ਸਵਰਗ ਦੀ ਭਾਲ ਕਰ ਲਓ, ਕਿੱਦਾਂ ਮਿਲਣਾ, ਕਿੱਦਾਂ ਸਵਰਗ ਤੱਕ ਪਹੁੰਚਣਾ, ਕਿੱਦਾਂ ਸਵਰਗ ਨੂੰ ਹਾਸਲ ਕਰਨਾ। ਕਹਿੰਦੇ ਇਸ ਗੱਲ ਦੇ ਉੱਪਰ ਗੌਰ ਕਰੋ, ਹਰ ਇੱਕ ਚੀਜ਼ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲੇਗੀ। ਖੁਦਾ ਦਾ ਸੱਜਾ ਹੱਥ ਜਿਹੜਾ ਬਰਕਤ ਦੇ ਨਾਲ ਭਰਿਆ ਹੋਇਆ, ਜਿਹੜਾ ਅਮੀਰੀ ਦੇ ਨਾਲ ਭਰਿਆ, ਜਿਹੜਾ ਰੁਤਬੇ ਦੇ ਨਾਲ ਭਰਿਆ ਹੋਇਆ, ਤੁਹਾਡੇ ਪਿੱਛੇ ਪੈ ਜਾਏਗਾ ਔਰ ਤੁਹਾਨੂੰ ਜਕੜ ਲੇਗਾ ਯਿਸੂ ਮਸੀਹ ਦੇ ਨਾਮ 'ਚ। ਬੋਲੋ ਆਮੀਨ। ਪਰ ਉਸ ਦਿਨ ਜਿਸ ਦਿਨ ਨਾਦਾਨਗੀ 'ਚੋਂ ਬਾਹਰ ਆਉਂਗੇ, ਜਿਸ ਦਿਨ ਪੈਸਾ ਵੀ ਕਮਾਉਂਗੇ ਔਰ ਪ੍ਰਾर्थना भी करोगे, इंसाना की नजर च भी नाम कमाओगे और यीशु की नजर च भी नाम कमाओगे, उस दिन यह संभव है, उस दिन यह पॉसिबल है। हालेलुया। कहता धरती का धन ना जोड़ो ते ना धरती दीयां गल्लां दे उपर मन लगाओ। इस टेक्नोलॉजी, ये गेम्स, ये सोशल मीडिया, ये सब धरती दा है, स्वर्ग च नहीं चलता है। तो जिहड़ा बंदा इन्हां दे उपर मन लगाउंदा ओहदा मुश्किल है, मुश्किल है ओहदा नादानगी दे विचों बाहर होना। और अगला रेफरेंस असीं देखदे हां बाइबल च, जदों असीं लूका दा अंजील दा 12 नंबर अध्याय और ਉਹਦਾ 13 नंबर पंक्ति ਨੂੰ पढ़दे हां। ਉਹਦੇ ਵਿੱਚ ਲਿਖਿਆ ਇੱਕ ਸਟੋਰੀ ਆ, ਮੈਂ ਤੁਹਾਨੂੰ ਦੱਸਦਾ, ਸੁਣਨਾ ਬੜੇ ਧਿਆਨ ਦੇ ਨਾਲ, ਕਿਉਂਕਿ ਯਿਸੂ ਮਸੀਹ ਉਤਾਹਾਂ ਦੇ ਸੀਗੇ ਔਰ ਉਹਨਾਂ ਦੀਆਂ ਗੱਲਾਂ ਵੀ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਹੀ ਉਹਨਾਂ ਦਾ ਮਨ ਲੱਗਾ ਹੁੰਦਾ ਸੀਗਾ। ਔਰ ਲਿਖਿਆ ਜਦੋਂ ਅਸੀਂ ਲੂਕਾ ਦਾ ਅੰਜੀਲ ਉਹਦਾ 12 ਨੰਬਰ ਅਧਿਆਇ ਉਹਦਾ 13 ਨੰਬਰ ਪੰਕਤੀ ਤੋਂ ਪੜ੍ਹਦੇ ਹਾਂ। ਸੁਣਨਾ, ਇੱਕ ਦ੍ਰਿਸ਼ਟਾਂਤ ਆ, ਇੱਕ ਐਗਜ਼ਾਮਪਲ ਆ, ਬਹੁਤ ਅੱਛੀ, ਸੁਣਨਾ ਬੜੇ ਧਿਆਨ ਦੇ ਨਾਲ, ਤੁਹਾਨੂੰ ਹੁਣ ਸਮਝ ਆਣਾ ਸ਼ੁਰੂ ਹੋ ਜਾਣਾ ਹੈ। ਵਚਨ ਦਾ ਟਾਈਟਲ ਲਿਖਿਆ, ਭੀੜ ਦੇ ਵਿੱਚੋਂ ਕਿਸੇ ਨੇ ਕਹਿੰਦਾ ਯਿਸੂ ਨੂੰ ਆਖਿਆ, ਕਹਿੰਦਾ ਗੁਰੂ ਜੀ ਮੇਰੇ ਭਰਾ ਨੂੰ ਕਹੋ ਜੋ ਇਹ ਵਿਰਸਾ ਮੇਰੇ ਨਾਲ ਵੰਡ ਲਵੇ। ਪਰ ਉਸ ਨੇ ਉਹਨੂੰ ਕੀ ਆਖਿਆ? ਯਿਸੂ ਨੇ ਉਸ ਮਨੁੱਖ ਨੂੰ ਆਖਿਆ, ਕਹਿੰਦੇ ਮਨੁੱਖਾ, ਕਹਿੰਦੇ ਕਿੰਨ ਮੈਨੂੰ ਤੁਹਾਡੇ ਉੱਪਰ ਨਿਆਈ ਜਾਂ ਵੰਡਣ ਵਾਲਾ ਠਹਿਰਾਇਆ? ਕਿਉਂ? ਕਿਉਂਕਿ ਇਹ ਜਿਹੜੀ ਵੰਡਣ ਵਾਲੀ ਗੱਲ ਸੀਗੀ ਧਰਤੀ ਦੀ ਸੀਗੀ, ਵਿਰਸਾ ਵੰਡਣਾ, ਜ਼ਮੀਨ ਜਾਇਦਾਦ ਵੰਡਣੀ, ਇਹ ਯਿਸੂ ਦਾ ਕੰਮ ਨਹੀਂ ਆ। ਯਿਸੂ ਦਾ ਕੰਮ स्वर्ग तक पहुंचाना, बंदे ਨੂੰ तौबा ਦੇ ਲਾਇਕ ਬਣਾਉਣਾ ਆ, ਬਰਕਤ ਦੇਣੀ ਆ, ਦਾਇਰੇ ਨੂੰ ਵਾਧਾ ਕਰਨਾ ਆ। ਯਿਸੂ ਦਾ ਕੰਮ ਆ, ਨਾ ਕਿ ਜ਼ਮੀਨ ਜਾਇਦਾਦਾਂ ਵੰਡਣੀਆਂ। ਔਰ ਇੱਕ ਮਨੁੱਖ ਕਹਿੰਦਾ ਭੀੜ ਦੇ ਵਿੱਚੋਂ ਨਿਕਲ ਕੇ ਆਇਆ, ਕਹਿੰਦਾ ਪ੍ਰਭੂ ਜੀ, ਕਹਿੰਦਾ ਮੇਰੇ ਭਰਾ ਨੂੰ ਕਹੋ ਕਿ ਉਹ ਵਿਰਸਾ ਮੇਰੇ ਨਾਲ ਵੰਡ ਲਵੇ। ਯਿਸੂ ਕਹਿੰਦੇ ਓਏ ਮਨੁੱਖਾ, ਕਹਿੰਦੇ ਕਿਹਨੇ ਮੈਨੂੰ ਤੁਹਾਡੇ ਉੱਪਰ ਨਿਆਈ ਜਾਂ ਵੰਡਣ ਵਾਲਾ ਠਹਿਰਾਇਆ ਆ? ਔਰ ਅੱਗੇ ਲਿਖਿਆ, ਕਹਿੰਦੇ ਫਿਰ ਯਿਸੂ ਨੇ ਆਖਿਆ, ਕਹਿੰਦੇ ਖਬਰਦਾਰ, ਸਾਰੇ ਲੋਭ ਤੋਂ ਬਚੇ ਰਹੋ, ਕਿਉਂ ਜੋ ਕਿਸੇ ਦਾ ਜੀਵਨ ਉਹਦੇ ਮਾਲ ਦੇ ਵਾਧੇ ਦੇ ਨਾਲ ਨਹੀਂ ਹੈ, ਉਹਦਾ ਜੀਵਨ ਪੈਸੇ ਦੇ ਨਾਲ ਨਹੀਂ, ਅਮੀਰੀ ਦੇ ਨਾਲ ਨਹੀਂ ਹੈ। ਯਾਦ ਰੱਖਣਾ ਕਿ ਜਿਹਦੇ ਕੋਲ ਬਹੁਤ ਪੈਸਾ ਹੈ ਉਹ ਬਹੁਤ ਉਹਦੀ ਉਮਰ ਲੰਬੀ ਹੋਏਗੀ, ਏਦਾਂ ਨਹੀਂ ਹੈ। ਬਾਈਬਲ 'ਚ ਏਦਾਂ ਜ਼ਿਕਰ ਨਹੀਂ ਹੈ ਕਿ ਜਿਹਦੇ ਕੋਲ ਘੱਟ ਪੈਸਾ ਉਹ ਜਲਦੀ ਪੂਰਾ ਹੋ ਜਾਏਗਾ, ਨਹੀਂ। ਕਿ ਜਿਹਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਉਹ ਬਹੁਤ ਲੰਬੀ ਉਮਰ ਕੱਟੇਗਾ, ਏਦਾਂ ਨਹੀਂ ਹੈ। ਇਹ ਤੁਹਾਡੇ ਖਾਣ ਪੀਣ ਦੇ ਉੱਪਰ, ਤੁਹਾਡੇ ਰਹਿਣ ਸਹਿਣ ਦੇ ਉੱਪਰ ਡਿਪੈਂਡ ਕਰਦਾ ਹੈ ਔਰ ਖੁਦਾਵੰਦ ਦੀ ਦਇਆ ਦ੍ਰਿਸ਼ਟੀ ਦੇ ਉੱਪਰ ਡਿਪੈਂਡ ਕਰਦਾ ਖੁਦਾ ਦੇ ਕੋਲੋਂ ਤੁਸੀਂ ਕਿੱਦਾਂ ਲੰਬੀ ਉਮਰ ਨੂੰ ਹਾਸਲ ਕਰਦੇ। ਬਾਈਬਲ ਕਹਿੰਦਾ ਆਪਣੇ ਮਾਂ-ਬਾਪ ਦਾ ਆਦਰ ਕਰ, ਧਰਤੀ ਦੇ ਉੱਪਰ ਤੇਰੇ ਦਿਨ ਲੰਬੇ ਹੋਣਗੇ। ਹਾਲੇਲੂਇਆ। ਔਰ ਲਿਖਿਆ, ਯਿਸੂ ਨੇ ਉਦਾਹਰਨ ਦਿੱਤੀ, ਕਹਿੰਦੇ ਉਸਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਕਿਹਾ ਕਿ ਕਿਸੇ ਧਨਵਾਨ ਦਾ ਖੇਤ ਕਹਿੰਦਾ ਬਹੁਤ ਫਲਿਆ। ਇੱਕ ਤਾਂ ਪਹਿਲਾਂ ਹੀ ਅਮੀਰ, ਫਿਰ ਉਹਦੇ ਬਿਜ਼ਨਸ 'ਚ ਵੀ ਵਾਧਾ ਹੋ ਗਿਆ। ਕਹਿੰਦੇ ਇੱਕ ਧਨਵਾਨ ਮਨੁੱਖ ਸੀਗਾ, ਉਹਦਾ ਖੇਤ ਬਹੁਤ ਫਲ ਗਿਆ, ਬਹੁਤ ਫਲਿਆ। ਕਹਿੰਦੇ ਉਸਨੇ ਆਪਣੇ ਮਨ ਦੇ ਵਿੱਚ ਸੋਚ ਕੇ ਕਿਹਾ, ਜਿੱਦਾਂ ਅੱਜ ਦਾ ਇਨਸਾਨ ਵੀ ਆਪਣੇ ਮਨ 'ਚ ਸੋਚਦਾ ਆ, ਮੈਂ ਥੋੜੇ ਸਮੇਂ ਤੱਕ ਵਫਾਦਾਰ ਹੋਊਂਗਾ ਖੁਦਾ ਨਾਲ, ਮੈਂ 15 ਦਿਨ ਤੱਕ ਵਫਾਦਾਰ ਹੋਊਂਗਾ, ਮੇਰੇ ਆ ਥੋੜੇ ਪ੍ਰੋਬਲਮ ਸੌਰਟ ਆਊਟ ਹੋ ਜਾਣ ਤੇ ਮੈਂ ਫਿਰ ਖੁਦਾ ਨੂੰ ਉਹ ਅੱਛਾ ਜੀਵਨ ਦਊਂਗਾ ਜਾਂ ਦਵਾਂਗੀ। ਅੱਜ ਦਾ ਇਨਸਾਨ ਵੀ ਸੋਚਦਾ ਆ ਤੇ ਫਿਰ ਖੁਦਾ ਵੀ ਉਹਨਾਂ ਦੇ ਲਈ ਸਿਰਫ ਸੋਚਦਾ ਹੀ ਆ, ਕਰਦਾ ਨਹੀਂ। ਜਿਸ ਦਿਨ ਤੁਸੀਂ ਕਰਨਾ ਸ਼ੁਰੂ ਕਰ ਦਿੱਤਾ ਨਾ ਪ੍ਰੈਕਟੀਕਲ, ਉਸ ਦਿਨ ਖੁਦਾ ਨੇ ਵੀ ਤੁਹਾਡੇ ਲਈ ਪ੍ਰੈਕਟੀਕਲ ਕਰਨਾ ਸ਼ੁਰੂ ਕਰ ਦੇਣਾ। ਬੋਲੋ ਆਮੀਨ, ਹਾਲੇਲੂਇਆ। ਔਰ ਲਿਖਿਆ, ਕਹਿੰਦੇ ਉਸ ਧਨਵਾਨ ਮਨੁੱਖ ਨੇ ਆਪਣੇ ਮਨ ਦੇ ਵਿੱਚ ਸੋਚ ਕੇ ਕਿਹਾ ਕਿ ਮੈਂ ਕੀ ਕਰਾਂ, ਕਿਉਂ ਜੋ ਮੇਰੇ ਕੋਲ ਤਾਂ ਕਹਿੰਦਾ ਹੁਣ ਥਾਂ ਨਹੀਂ ਆ ਜਿੱਥੇ ਆਪਣੀ ਪੈਦਾਵਾਰ ਨੂੰ ਕਹਿੰਦਾ ਜਮਾ ਰੱਖਾਂ। ਵੱਧ ਤਾਂ ਗਈ ਆ, ਫਲਦਾਇਕ ਹੋ ਗਈ ਆ, ਬਹੁਤ ਜ਼ਿਆਦਾ ਮਿਲ ਗਿਆ ਉਮੀਦ ਤੋਂ ਜ਼ਿਆਦਾ, ਤੇ ਹੁਣ ਕਹਿੰਦਾ ਮੈਂ ਕੀ ਕਰਾਂ, ਮੇਰੇ ਕੋਲ ਥਾਂ ਤਾਂ ਹੈ ਨਹੀਂ। ਤੇ ਕਹਿੰਦੇ ਉਸਨੇ ਆਖਿਆ, ਮੈਂ ਇਦਾਂ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ
ਔਰ ਉੱਥੇ ਆਪਣਾ ਸਾਰਾ ਅੰਨ ਤੇ ਆਪਣਾ ਸਾਰਾ ਹੀ ਧਨ ਜਮ੍ਹਾਂ ਕਰਾਂਗਾ ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ, ਬਹੁਤ ਵਰਿਆਂ ਦੇ ਲਈ ਤੇਰੇ ਕੋਲੋਂ ਧਨ ਬਾਹਲਾ ਰੱਖਿਆ ਪਿਆ ਆ, ਸੁਖੀ ਰਹਿ, ਖਾ ਪੀ ਤੇ ਮੌਜ ਕਰ। ਹਾਲੇਲੂਇਆ। ਅੱਜ ਦਾ ਇਨਸਾਨ ਵੀ ਇਸ ਨਦਾਨਗੀ ਦੇ ਵਿੱਚ ਆ। ਮੈਂ ਇਸ ਨਦਾਨਗੀ ਦੇ ਵਿੱਚੋਂ ਤੁਹਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਆਪ ਨੂੰ ਕਾਮਯਾਬ ਕਰਨ ਦੇ ਲਈ ਕੋਈ ਵੀ ਕਦਮ ਨਾ ਚੁੱਕੋ, ਪਰ ਬਾਈਬਲ ਦੇ ਨਾਲ ਵੀ ਵਫਾਦਾਰ ਰਹੋ, ਖੁਦਾ ਦੇ ਨਾਲ ਵੀ ਵਫਾਦਾਰ ਰਹੋ। ਇਹਨੂੰ ਸਟਾਪ ਨਾ ਕਰੋ। ਖੁਦਾਵੰਦ ਨੂੰ ਜੋ ਸਮਾਂ ਦਿੰਦੇ ਉਹਨੂੰ ਘਟਾਓ ਨਾ। ਬਾਈਬਲ ਇਸੇ ਲਈ ਕਹਿੰਦਾ ਕੈਸਰ ਦਾ ਕੈਸਰ ਨੂੰ ਦਿਓ ਤੇ ਪਰਮੇਸ਼ਵਰ ਦਾ ਪਰਮੇਸ਼ਵਰ ਨੂੰ ਦਿਓ। 50-50 ਹੋਣਾ ਚਾਹੀਦਾ, 70-30 ਨਹੀਂ ਹੋਣਾ ਚਾਹੀਦਾ, 50-50 ਹੋਣਾ ਚਾਹੀਦਾ ਕਿ ਤੁਸੀਂ 70 ਧਰਤੀ ਦੇ ਉੱਪਰ ਹੀ ਦਿੰਦੇ ਰਹੋ ਸਮਾਂ ਔਰ 30% ਬਚਿਆ ਕੁਚਿਆ ਖੁਦਾ ਨੂੰ ਦਿਓ। ਐਦਾਂ ਨਹੀਂ ਆ। ਕਹਿੰਦੇ ਜੋ ਕੈਸਰ ਦਾ ਕੈਸਰ ਨੂੰ ਦਿਓ, ਜੋ ਪਰਮੇਸ਼ਵਰ ਦਾ ਪਰਮੇਸ਼ਵਰ ਨੂੰ ਦਿਓ। ਔਰ ਅੱਗੇ ਲਿਖਿਆ ਕਹਿੰਦਾ ਬਹੁਤ ਸਾਰਾ ਧਨ, ਕਹਿੰਦਾ ਹੇ ਮੇਰੀ ਜਾਨ, ਮੇਰੇ ਕੋਲ ਜਮਾ ਹੋ ਚੁੱਕਾ। ਹੁਣ ਕਹਿੰਦਾ ਕਿਸੇ ਗੱਲ ਦੀ ਚਿੰਤਾ ਨਹੀਂ, ਖਾ ਪੀ ਤੇ ਮੌਜ ਕਰ। ਔਰ ਅੱਗੇ ਬਾਈਬਲ ਕੀ ਕਹਿੰਦੇ ਪਰ ਪਰਮੇਸ਼ਵਰ ਨੇ ਉਹਨੂੰ ਆਖਿਆ, ਕਹਿੰਦੇ ਹੇ ਨਾਦਾਨ, ਕਹਿੰਦਾ ਅੱਜ ਦੀ ਰਾਤ ਤੇਰੀ ਜਾਨ ਤੇ ਤੋਂ ਅਗਰ ਲੈ ਲਈ ਜਾਵੇ ਜਾਂ ਮੰਗਣਗੇ, ਫਿਰ ਜਿਹੜੀਆਂ ਚੀਜ਼ਾਂ ਤੈਂ ਤਿਆਰ ਕੀਤੀਆਂ ਆ ਉਹ ਕਿਹਦੀਆਂ ਹੋਣਗੀਆਂ? ਕੀ ਉਹ ਤੈਨੂੰ ਸਵਰਗ ਲੈ ਜਾਣਗੀਆਂ? ਕੀ ਉਹ ਤੈਨੂੰ ਸਵਰਗ 'ਚ ਥਾਂ ਦੇਣਗੀਆਂ? ਜਿਹੜਾ ਕੰਮਾਂ ਦੇ ਪਿੱਛੇ ਤੂੰ ਅੱਜ ਭੱਜ ਦੌੜ ਕਰਦਾ ਪਿਆ, ਜਿਹੜਾ ਇਨਸਾਨਾਂ ਦੇ ਪਿੱਛੇ ਭੱਜ ਦੌੜ ਕਰਦਾ ਪਿਆ, ਆਪਣੀ ਪ੍ਰੇਅਰ ਮਿਸ ਕਰਕੇ, ਆਪਣੇ ਪ੍ਰਾਰਥਨਾ ਮਿਸ ਕਰਕੇ, ਆਪਣਾ ਬਾਈਬਲ ਮਿਸ ਕਰਕੇ, ਆਤਮਿਕ ਸੰਗਤੀ ਮਿਸ ਕਰਕੇ, ਕਿ ਉਹ ਤੈਨੂੰ ਸਵਰਗ ਪਹੁੰਚਾ ਦੇਣਗੇ? ਕਹਿੰਦੇ ਜੇ ਅੱਜ ਰਾਤ ਤੇਰੀ ਜਾਨ ਤੇ ਤੋਂ ਲੈ ਲਈ ਜਾਵੇ ਤਾਂ ਜਿਹੜੀਆਂ ਚੀਜ਼ਾਂ ਤੇ ਤਿਆਰ ਕੀਤੀਆਂ ਆ ਉਹ ਕਿਹਦੀਆਂ ਹੋਣਗੀਆਂ? ਕਹਿੰਦੇ ਇਹੋ ਜਿਹਾ ਉਹ ਆ ਜੋ ਆਪਣੇ ਲਈ ਧਨ ਜੋੜਦਾ ਆ ਪਰ ਪਰਮੇਸ਼ਵਰ ਦੇ ਅੱਗੇ ਧਨਵਾਨ ਨਹੀਂ ਆ। ਹਾਲੇਲੂਇਆ। ਇਹ ਕਹਿੰਦੇ ਉਸ ਤਰ੍ਹਾਂ ਦਾ ਪਰਸਨ ਆ ਜਿਹੜਾ ਆਪਣੇ ਲਈ ਧਨ ਤਾਂ ਜੋੜਦਾ ਆ ਪਰ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਕੰਗਾਲ ਆ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ। ਜਿਨ੍ਹਾਂ ਨੇ ਸਿਰਫ ਔਰ ਸਿਰਫ ਪੈਸਾ ਹੀ ਕਮਾਇਆ ਆ, ਖੁਦਾਵੰਦ ਦੇ ਕੋਲੋਂ ਦਇਆ ਨਹੀਂ ਕਮਾਈ, ਖੁਦਾਵੰਦ ਦੇ ਕੋਲੋਂ ਪਿਆਰ ਨਹੀਂ ਕਮਾਇਆ, ਖੁਦਾਵੰਦ ਦੇ ਕੋਲੋਂ ਦੂਤਾਂ ਦਾ ਆਉਣਾ ਨਹੀਂ ਕਮਾਇਆ। ਹਾਲੇਲੂਇਆ। ਜਿਨ੍ਹਾਂ ਨੇ ਸਿਰਫ ਔਰ ਸਿਰਫ ਪੈਸਾ ਕਮਾਇਆ ਔਰ ਬਾਈਬਲ ਕਹਿੰਦਾ ਖੁਦਾ ਦੀ ਨਜ਼ਰਾਂ ਦੇ ਵਿੱਚ ਧਨਵਾਨ ਨਹੀਂ ਆ। ਹਾਲੇਲੂਇਆ। ਖੁਦਾਵੰਦ ਦਾ ਸ਼ੁਕਰ ਆ ਕਿ ਸਾਡੇ ਕੋਲੋਂ ਬੈਂਕ ਬੈਲੈਂਸ ਨਹੀਂ ਆ, ਪਰ ਜਿਸ ਬੈਂਕ ਦੇ ਵਿੱਚ ਬੈਲੈਂਸ ਆ ਉਹ ਸਵਰਗ ਦੇ ਵਿੱਚ ਆ ਔਰ ਉੱਥੇ ਪਹੁੰਚ ਕੇ ਅਸੀਂ ਉਹ ਖਰਚਣਾ ਆ ਪੈਸਾ। ਬੋਲੋ ਹਾਲੇਲੂਇਆ। ਔਰ ਇੰਨੇ ਖੁਦਾਵੰਦ ਦਾ ਧੰਨਵਾਦ ਹੈ ਕਿ ਉਹ ਹੈਂਡ ਟੂ ਮਾਊਥ ਰੱਖਦਾ ਹੈ, ਕਮਾਇਆ ਔਰ ਖਾ ਲਿਆ। ਧੰਨਵਾਦ ਹੈ ਉਸ ਪਰਮੇਸ਼ਵਰ ਦਾ। ਉਹ ਕਦੀ ਭੁੱਖਾ ਸੌਣ ਨਹੀਂ ਦਿੰਦਾ, ਉਹ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦਾ ਹੈ। ਹਾਲੇਲੂਇਆ। ਜੇ ਬਾਈਬਲ ਕਹਿੰਦਾ ਉਹਦੀਆਂ ਅੱਖਾਂ ਧਰਮੀ ਦੇ ਉੱਪਰ ਲੱਗੀਆਂ ਰਹਿੰਦੀਆਂ ਆ ਤੇ ਉਹ ਸਾਡੀ ਭੁੱਖ ਪਿਆਸ ਨੂੰ, ਸਾਡੀ ਜ਼ਰੂਰਤਾਂ ਨੂੰ ਵੀ ਜਾਣਦਾ। ਸਿਰਫ ਅੱਖਾਂ ਲੱਗੀਆਂ ਹੀ ਨਹੀਂ ਰਹਿੰਦੀਆਂ। ਅੱਖਾਂ ਲੱਗਣ ਦਾ ਮਤਲਬ ਆ ਉਹ ਸਾਡੇ ਦੁੱਖ ਸੁੱਖ ਗਰੀਬੀ ਅਮੀਰੀ ਹਰ ਪੱਖ ਨੂੰ ਦੇਖਦਾ ਹੈ। ਹਾਲੇਲੂਇਆ। ਕਹਿੰਦਾ ਹੇ ਨਾਦਾਨ, ਜੇ ਅੱਜ ਜਾਨ ਤੇਰੀ ਅੱਜ ਲੈ ਲਈ ਜਾਵੇ ਰਾਤ ਨੂੰ ਤੇ ਕੀ ਤੇਰਾ ਹਫਤਾ ਰਹਿ ਗਿਆ, ਕੀ ਤੇਰਾ ਮਹੀਨਾ ਰਹਿ ਗਿਆ, ਕੀ ਤੇਰਾ ਸਾਲ ਰਹਿ ਗਿਆ ਕਿ ਮੈਂ ਫਿਰ ਵਫਾਦਾਰ ਹੋਊਂਗਾ, ਮੈਂ ਫਿਰ ਤੌਬਾ ਕਰਾਂਗਾ, ਮੈਂ ਫਿਰ ਖੁਦਾ ਨਾਲ ਚੱਲਾਂਗਾ? ਕਿੱਥੇ ਰਹਿ ਗਿਆ ਉਹ ਸਮਾਂ? ਫਿਰ ਜੇ ਅੱਜ ਹੀ ਤੇਰੀ ਜਾਨ ਨਿਕਲ ਗਈ ਤਾਂ ਕਦੋਂ ਵਫਾਦਾਰ ਹੋਣਾ? ਅੱਜ ਵੇਲਾ ਆ। ਨਦਾਨਪੁਣੇ ਦੇ ਵਿੱਚੋਂ ਨਿਕਲੋ ਬਾਹਰ ਤੇ ਅੱਜ ਹੀ ਵਫਾਦਾਰ ਹੋਵੋ ਖੁਦਾ ਦੇ ਨਾਲ। ਚਾਹੇ ਦਾਨ ਦੇਣ ਦੇ ਨਾਲ, ਚਾਹੇ ਦਸਵੰਤ ਦੇਣ ਦੇ ਨਾਲ, ਚਾਹੇ ਪ੍ਰਾਰਥਨਾ ਕਰਨ ਦੇ ਨਾਲ, ਚਾਹੇ ਬਾਈਬਲ ਪੜ੍ਹਨ ਦੇ ਨਾਲ, ਚਾਹੇ ਖੁਦਾ ਦੇ ਕੰਮ ਕਰਨ ਦੇ ਨਾਲ, ਚਾਹੇ ਵਚਨ ਦਾ ਫੈਲਾਵ ਕਰਨ ਦੇ ਨਾਲ ਅੱਜ ਹੀ ਵਫਾਦਾਰ ਹੋਵੋ। ਕੱਲ ਨੂੰ ਭੁੱਲ ਜਾਓ। ਕੱਲ ਕਿਹਨੇ ਦੇਖਿਆ? ਸਿਰਫ ਖੁਦਾ ਨੇ ਦੇਖਿਆ। ਕੱਲ ਕਿਹਨੇ ਦੇਖਿਆ? ਸਿਰਫ ਖੁਦਾ ਨੇ ਦੇਖਿਆ। ਔਰ ਬਾਈਬਲ ਕਹਿੰਦਾ ਉਹ ਦਿਨ ਜਿਹੜਾ ਅੰਤ ਹੋਣਾ ਦੁਨੀਆ ਦਾ, ਉਸ ਦਿਨ ਨੂੰ ਵੀ ਕਹਿੰਦੇ ਸਿਰਫ ਪਰਮੇਸ਼ਵਰ ਨੇ ਦੇਖਿਆ, ਯੀਸ਼ੂ ਮਸੀਹ ਨੇ ਵੀ ਨਹੀਂ ਦੇਖਿਆ। ਹਾਲੇਲੂਇਆ। ਯਾਦ ਰੱਖਣਾ ਇਸ ਗੱਲ ਨੂੰ। ਨਦਾਨਪੁਣੇ ਦੇ ਵਿੱਚ ਅਸੀਂ ਬਾਹਰ ਆਉਣਾ ਆ ਕਿ ਜੇ ਸ਼ੈਤਾਨ ਨੇ ਇਸ ਨਦਾਨਗੀ ਦੇ ਵਿੱਚ ਤੁਹਾਨੂੰ ਪਾਇਆ ਹੋਵੇ ਕਿ ਸਾਡੇ ਕੋਲ ਹੁਣ ਬਹੁਤ ਸਮਾਂ ਆ ਹੱਲੇ ਤੌਬਾ ਕਰਨ ਦਾ, ਚੱਲਣ ਦਾ, ਵਧਣ ਦਾ, ਤਰੱਕੀ ਕਰਨ ਦਾ, ਚੇਂਜ ਹੋਣ ਦਾ, ਵਫਾਦਾਰ ਹੋਣ ਦਾ, ਇਸ ਨਦਾਨਗੀ ਦੇ ਵਿੱਚੋਂ ਬਾਹਰ ਆਓ। ਬਾਹਰ ਆਓ ਇਸ ਨਦਾਨਗੀ ਦੇ ਵਿੱਚ ਔਰ ਅੱਜ ਹੀ ਡਿਸੀਜ਼ਨ ਲਓ
ਅੱਜ ਹੀ ਡਿਸੀਜਨ ਲਓ। ਔਰ ਅੱਗੇ ਬਾਈਬਲ ਦੇ ਵਿੱਚ ਲਿਖਿਆ, ਜਦੋਂ ਲੂਕਾ ਦਾ ਅੰਜੀਲ ਉਹਦਾ 16 ਨੰਬਰ ਅਧਿਆਇ ਉਹਦਾ 19 ਨੰਬਰ ਪੰਕਤੀ ਨੂੰ ਪੜ੍ਹਦੇ ਆ 25 ਨੰਬਰ ਪੰਕਤੀ ਤੱਕ, ਇਹਦੇ ਵਿੱਚ ਕਲੀਅਰ ਹੋ ਜਾਂਦਾ ਆ। ਜਿਨ੍ਹਾਂ ਨੇ ਧਰਤੀ ਦੇ ਉੱਪਰ ਧਨ ਕਮਾਇਆ ਔਰ ਉਹਨੂੰ ਹੀ ਕਮਾਉਣ ਦੇ ਵਿੱਚ ਲੱਗੇ ਰਹੇ ਔਰ ਖੁਦਾ ਦੀ ਨਜ਼ਰਾਂ 'ਚ ਕੁਝ ਵੀ ਨਹੀਂ ਕਮਾਇਆ, ਯਾਦ ਰੱਖਣਾ ਰਿਜ਼ਲਟ ਦੇਖੋ ਕੀ ਆ। ਜਦੋਂ ਅਸੀਂ ਲੂਕਾ ਦਾ ਅੰਜੀਲ ਉਹਦਾ 16 ਨੰਬਰ ਅਧਿਆਇ ਉਹਦਾ 19 ਨੰਬਰ ਪੰਕਤੀ ਤੋਂ ਪੜ੍ਹਦੇ ਆ, ਲਿਖਿਆ ਇੱਕ ਧਨਵਾਨ ਮਨੁੱਖ ਸੀਗਾ, ਅਮੀਰ, ਇੱਕ ਅਮੀਰ ਬੰਦਾ ਸੀਗਾ ਜਿਹੜਾ ਬੈਂਗਣੀ ਤੇ ਬਰੀਕ ਕੱਪੜਾ ਪਹਿਨਦਾ ਸੀਗਾ, ਨਿਤ ਭੋਗ ਵਿਲਾਸ ਕਰਦਾ ਅਤੇ ਸ਼ਾਨ ਦੇ ਨਾਲ ਰਹਿੰਦਾ ਸੀ, ਕਿਉਂਕਿ ਪੈਸਾ ਜ਼ਿਆਦਾ ਸੀ। ਜ਼ਿਆਦਾ ਪੈਸਾ ਪਾਪ ਦਾ ਘਰ ਆ, ਇਹ ਵੀ ਮੇਰੀ ਗੱਲ ਯਾਦ ਰੱਖਣਾ, ਕਿਉਂਕਿ ਜਿਹਦੇ ਕੋਲੋਂ ਜ਼ਿਆਦਾ ਪੈਸਾ ਉਹੀ ਨਸ਼ਾ ਖਰੀਦ ਸਕਦਾ ਤੇ ਕਰ ਸਕਦਾ, ਜਿਹਦੇ ਕੋਲੋਂ ਜ਼ਿਆਦਾ ਪੈਸਾ ਉਹੀ ਲੜਕੀਆਂ ਦੇ ਨਾਲ ਘੁੰਮ ਫਿਰ ਸਕਦਾ ਜਾਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ। ਇਦਾਂ ਦੇ ਪਾਪ ਵੱਧ ਜਾਂਦੇ ਜਿਹਦੇ ਕੋਲੋਂ ਜ਼ਿਆਦਾ ਪੈਸਾ, ਔਰ ਜਿਹਦੇ ਕੋਲੋਂ ਘੱਟ ਪੈਸਾ ਆ ਉਹ ਨਾ ਨਸ਼ਾ ਖਰੀਦ ਸਕਦਾ ਤੇ ਨਾ ਕਰ ਸਕਦਾ, ਤੇ ਨਾ ਉਹ ਕੁੜੀਆਂ ਦੇ ਚੱਕਰਾਂ 'ਚ ਪੈਂਦਾ ਤੇ ਨਾ ਘੁੰਮਦਾ ਤੇ ਨਾ ਘੁਮਾਉਂਦਾ ਆ, ਕਿਉਂਕਿ ਇਹ ਸਾਰੇ ਕੰਮ ਪੈਸੇ ਦੇ ਨਾਲ ਹੁੰਦੇ ਆ। ਜ਼ਿਆਦਾ ਪੈਸਾ ਬੰਦੇ ਦੀ ਮੱਤ ਵੀ ਮਾਰ ਲੈਂਦਾ ਹੈ। ਇਹ ਪਾਪ ਦਾ ਘਰ ਆ ਜ਼ਿਆਦਾ ਪੈਸਾ, ਯਾਦ ਰੱਖਣਾ। ਇਸ ਨਦਾਨਗੀ ਦੇ ਵਿੱਚੋਂ ਬਾਹਰ ਆ ਜਾਓ। ਬਾਈਬਲ ਕਹਿੰਦਾ ਇੱਕ ਅਮੀਰ ਬੰਦਾ ਸੀ ਜਿਹੜਾ ਬੈਂਗਣੀ ਤੇ ਬਰੀਕ ਕੱਪੜਾ ਪਹਿਨਦਾ ਹੁੰਦਾ ਸੀ, ਨਿਤ ਭੋਗ ਵਿਲਾਸ ਕਰਦਾ ਹੁੰਦਾ ਸੀ, ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੁੰਦਾ ਸੀਗਾ ਜੋ ਉਹਨੂੰ ਅੱਛਾ ਲੱਗਦਾ ਸੀਗਾ, ਸ਼ਾਨ ਦੇ ਨਾਲ ਰਹਿੰਦਾ ਹੁੰਦਾ ਸੀਗਾ। ਇਹ ਸਿਰਫ ਅਮੀਰੀ ਧਰਤੀ ਦੀ ਸੀਗੀ। ਨੌਕਰ ਚਾਕਰ, ਹੁਕਮ ਕੀਤਾ ਆਹ ਬਣਾ ਦੋ, ਬਣ ਗਿਆ, ਅੱਗੇ ਆ ਗਿਆ, ਆਹ ਕੱਪੜਾ ਖਰੀਦੋ, ਆ ਗਿਆ, ਆ ਲਿਆਓ ਘਰ ਦੇ ਵਿੱਚ, ਉਹ ਲਿਆਓ, ਆ ਲਿਆਓ, ਇਹ ਕਰ ਲੋ, ਉਹ ਕਰ ਲੋ, ਹੁਕਮ ਚੱਲਦਾ ਬੰਦੇ ਦਾ। ਇਸ ਤਰ੍ਹਾਂ ਦਾ ਬੰਦਾ ਸੀ ਇਹ। ਔਰ ਬਾਈਬਲ ਕੀ ਕਹਿੰਦਾ, ਲਿਖਿਆ ਕਹਿੰਦੇ ਇੱਕ ਲਾਜ਼ਰ ਨਾਮ ਦਾ ਇੱਕ ਬੰਦਾ ਸੀਗਾ ਜਿਹੜਾ ਕੰਗਾਲ ਸੀਗਾ, ਫੋੜਿਆਂ ਦੇ ਨਾਲ ਭਰਿਆ ਹੋਇਆ ਸੀਗਾ, ਔਰ ਉਹਦੇ ਦਰਵਾਜ਼ੇ ਦੇ ਬਾਹਰ ਅੱਗੇ ਸੁੱਟਿਆ ਪਿਆ ਰਹਿੰਦਾ ਹੁੰਦਾ ਸੀਗਾ। ਜਿਹੜੇ ਚੂਰੇ ਪੂਰੇ ਉਸ ਧਨਵਾਨ ਦੀ ਮੇਜ਼ ਤੋਂ ਡਿੱਗਦੇ ਸਨ ਉਹ ਉਹਨਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਹੁੰਦਾ ਸੀਗਾ, ਸਗੋਂ ਕੁੱਤੇ ਵੀ ਆਣ ਕੇ ਉਹਦੇ ਫੋੜਿਆਂ ਨੂੰ ਚੱਟਦੇ ਸਨ। ਅਤੇ ਇਉਂ ਹੋਇਆ ਜੋ ਉਹ ਕੰਗਾਲ ਮਰ ਗਿਆ ਔਰ ਦੂਤਾਂ ਨੇ ਉਹਨੂੰ ਅਬਰਾਹਮ ਦੀ ਗੋਦ ਦੇ ਵਿੱਚ ਲੈ ਜਾ ਕੇ, ਔਰ ਉਸ ਧਨਵਾਨ ਕਹਿੰਦੇ ਫਿਰ ਧਨਵਾਨ ਵੀ ਮਰਿਆ ਔਰ ਦੱਬਿਆ ਗਿਆ, ਔਰ ਪਤਾਲ ਵਿੱਚ ਦੁਖੀ ਹੋ ਕੇ ਉਸਨੇ ਆਪਣੀਆਂ ਅੱਖੀਆਂ ਚੁੱਕੀਆਂ ਔਰ ਦੂਰੋਂ ਅਬਰਾਹਮ ਨੂੰ ਔਰ ਉਹਦੀ ਗੋਦ ਦੇ ਵਿੱਚ ਲਾਜ਼ਰ ਨੂੰ ਦੇਖਿਆ। ਫਿਰ ਹੈਰਾਨ ਹੋਇਆ, ਕਹਿੰਦਾ ਇਹ ਤਾਂ ਉਹੀ ਬੰਦਾ ਆ ਜਿਹੜਾ ਘਰ ਦੇ ਬਾਹਰ ਬੈਠਾ ਰਹਿੰਦਾ ਸੀਗਾ, ਬਿਮਾਰ ਸੀਗਾ, ਹਾਂ ਸਕਿਨ ਇਨਫੈਕਸ਼ਨ ਸੀਗਾ, ਫੋੜੇ ਸੀਗੇ, ਇਹ ਤਾਂ ਉਹੀ ਬੰਦਾ ਹੈ ਜਿਹੜਾ ਹੁਣ ਸੁੱਖ ਪਾ ਰਿਹਾ ਹੈ। ਕਿਉਂ? ਕਿਉਂਕਿ ਉਸ ਕੰਗਾਲ ਨੇ ਖੁਦਾਵੰਦ ਦੀ ਨਜ਼ਰਾਂ ਦੇ ਵਿੱਚ ਅਮੀਰੀ ਕਮਾਈ, ਖੁਦਾਵੰਦ ਦੀ ਨਜ਼ਰਾਂ 'ਚੋਂ ਅਮੀਰ ਹੋਇਆ, ਔਰ ਹੁਣ ਉਹ ਸ਼ਾਨੋ ਸ਼ੌਕਤ ਦੇ ਨਾਲ ਰਹਿ ਰਿਹਾ ਅਬਰਾਹਮ ਦੀ ਗੋਦ ਦੇ ਵਿੱਚ, ਸਵਰਗ ਦੇ ਵਿੱਚ। ਹਾਲੇਲੂਇਆ। ਕਿਉਂਕਿ ਉਸ ਕੰਗਾਲ ਦਾ ਮਨ ਜਿਹੜਾ ਨਾ ਉਤਾਹਾਂ ਦੀਆਂ ਗੱਲਾਂ ਦੇ ਉੱਪਰ ਲੱਗਾ ਹੋਇਆ ਸੀ। ਬੇਸ਼ੱਕ ਉਹ ਬਿਮਾਰ ਸੀ, ਬੇਸ਼ੱਕ ਉਹਨੂੰ ਹੀਲਿੰਗ ਨਹੀਂ ਮਿਲਦੀ ਸੀ, ਧਰਮੀ ਸੀਗਾ ਨਾ ਤਾਂ ਹੀ ਉਹ ਸਵਰਗ 'ਚ ਗਿਆ, ਧਰਮੀ ਸੀਗਾ ਤਾਂ ਹੀ ਉਹ ਅਬਰਾਹਮ ਦੀ ਗੋਦ ਦੇ ਵਿੱਚ ਗਿਆ, ਪਰ ਧਰਮੀ ਹੋਣ ਦੇ ਬਾਵਜੂਦ ਵੀ ਉਹਨੂੰ ਹੀਲਿੰਗ ਨਹੀਂ ਮਿਲੀ। ਟਾਰਗੇਟ ਸਵਰਗ ਜਾਣ ਦਾ ਰੱਖੋ, ਟਾਰਗੇਟ ਅਬਰਾਹਮ ਦੀ ਗੋਦ ਦੇ ਵਿੱਚ ਜਾਣ ਦਾ ਰੱਖੋ, ਟਾਰਗੇਟ ਖੁਦਾਵੰਦ ਦੇ ਕੋਲ ਜਾਣ ਦਾ ਰੱਖੋ, ਨਾ ਕਿ ਹੀਲਿੰਗ ਲੈਣ ਦਾ, ਨਾ ਕਿ ਅਮੀਰੀ ਲੈਣ ਦਾ, ਨਾ ਕਿ ਆਪਣੇ। ਕਹਿੰਦਾ ਧਨਵਾਨ ਮਨੁੱਖ ਵੀ ਮਰਿਆ ਔਰ ਉਹਨੇ ਅੱਖੀਆਂ ਚੁੱਕੀਆਂ ਤੇ ਅਬਰਾਹਮ ਦੀ ਗੋਦ 'ਚ ਦੇਖਿਆ ਲਾਜ਼ਰ ਨੂੰ। ਫਿਰ ਵਿਚਾਰ ਕਰਦਾ ਹੋਣਾ, ਕਹਿੰਦਾ ਤਾਂ ਉਹੀ ਬੰਦਾ ਹੈ ਜਿਹੜਾ ਬਿਮਾਰੀ ਦੇ ਵਿੱਚ ਸੀਗਾ। ਹੋ ਸਕਦਾ ਲਾਜ਼ਰ ਨੇ ਉਹਨੂੰ ਧਨਵਾਨ ਨੂੰ ਵਚਨ ਵੀ ਦੱਸਿਆ ਹੋਵੇ, ਖੁਦਾਵੰਦ ਦੀਆਂ ਗੱਲਾਂ ਵੀ ਦੱਸੀਆਂ ਹੋਵੇ, ਔਰ ਜਿਹੜੇ ਕੰਮ ਉਹ ਕਰਦਾ ਸੀ ਉਹ ਤੋਂ ਮਨਾ ਵੀ ਕਰਦਾ ਹੋਵੇ ਉਹ, ਕਿਉਂਕਿ ਜੇ ਧਰਮੀ ਸੀਗਾ ਤਾਂ ਉਹਨੇ ਜ਼ਰੂਰ ਦੱਸਿਆ ਹੋਏਗਾ ਉਹਨੂੰ, ਪਰ ਉਹਨੇ ਨਹੀਂ ਮੰਨਿਆ, ਆਪਣੇ ਭੋਗ ਵਿਲਾਸਾਂ ਦੇ ਵਿੱਚ ਲੱਗਾ ਰਿਹਾ। ਬਾਈਬਲ ਕਹਿੰਦਾ ਸਰੀਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਵਿੱਚ ਲੱਗਾ ਰਿਹਾ ਔਰ ਅੰਤ ਨਰਕ ਦੇ ਵਿੱਚ ਗਿਆ ਔਰ ਪਛਤਾਇਆ। ਔਰ ਬਾਈਬਲ ਕਹਿੰਦਾ ਅਬਰਾਹਮ ਨੇ ਫਿਰ ਉਹਨੂੰ ਕਿਹਾ, ਕਹਿੰਦਾ ਤੂੰ ਧਰਤੀ ਦੇ ਉੱਪਰ ਰਹਿੰਦਿਆਂ ਹਰ ਇੱਕ ਅੱਛੀ ਗੱਲ ਨੂੰ ਹਾਸਲ ਕਰ ਲਿਆ। ਕਹਿੰਦਾ ਇਦਾਂ ਹੀ ਕਹਿੰਦਾ ਲਾਜ਼ਰ ਨੇ ਧਰਤੀ ਦੇ ਉੱਪਰ ਰਹਿੰਦਿਆਂ ਦੁੱਖਾਂ ਨੂੰ ਹਾਸਲ ਕੀਤਾ, ਹੁਣ ਤਾਂ ਉਹ ਇੱਥੇ ਸੁੱਖ ਪਾ ਰਿਹਾ। ਮੈਂ ਨਹੀਂ ਕਹਿੰਦਾ ਧਰਤੀ ਦੇ ਉੱਪਰ ਤੁਸੀਂ ਵੀ ਲਾਜ਼ਰ ਦੀ ਤਰ੍ਹਾਂ ਭੀਖ ਮੰਗੋ ਜਾਂ ਬਿਮਾਰ ਹੋ ਜਾਓ ਜਾਂ ਆਪਣੇ ਆਪ ਨੂੰ ਬਿਮਾਰੀ ਲਗਾ ਲਓ, ਨਹੀਂ। ਇਸ ਨਦਾਨਗੀ ਚੋਂ ਬਾਹਰ ਆ ਜਾਓ, ਇਸ ਸੋਚ ਤੋਂ ਬਾਹਰ ਆ ਜਾਓ ਔਰ ਸਵਰਗ ਦਾ ਟਾਰਗੇਟ ਰੱਖੋ। ਯਿਸੂ ਨੇ ਮਕਾਨ ਸਾਡੇ ਲਈ ਬਣਾਏ ਆ ਸਵਰਗ ਦੇ ਵਿੱਚ। ਕਹਿੰਦੇ ਮੈਂ ਜਾ ਰਿਹਾ ਹਾਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਦੇ ਲਈ। ਤੁਸੀਂ ਇੱਥੇ ਪ੍ਰਾਰਥਨਾ ਕਰਨੀ ਆ, ਉਧਰ ਇੱਟਾਂ ਲੱਗਣੀਆਂ ਸ਼ੁਰੂ ਹੋਣੀਆਂ।
ਤੁਸੀਂ ਇੱਧਰ ਤੌਬਾ ਕਰਨੀ ਆ ਤਾਂ ਉਧਰ ਸੀਮੈਂਟ ਚੜਨਾ ਆ, ਉਧਰ ਵਾਈਟ ਵਾਸ਼ ਹੋਣਾ, ਪੇਂਟ ਹੋਣਾ ਆ, ਸਾਰੇ ਕੰਮ ਉਧਰ ਹੋਣੇ ਆ। ਜਦੋਂ ਤੁਸੀਂ ਧਰਤੀ ਦੇ ਉੱਪਰ ਰਹਿੰਦੇ ਆ, ਇੱਥੇ ਕੰਮ ਕਰਨੇ ਨੇ। ਜਦੋਂ ਬਾਈਬਲ ਪੜ੍ਹਦੇ ਰਹਿਣਾ, ਪ੍ਰਾਰਥਨਾ ਕਰਦੇ ਰਹਿਣਾ, ਉਧਰ ਤੁਹਾਡਾ ਘਰ ਤਿਆਰ ਹੁੰਦੇ ਰਹਿਣਾ ਸਵਰਗ ਦੇ ਵਿੱਚ। ਤੁਸੀਂ ਦੇਖੋ ਇੱਥੇ ਮਕਾਨ ਕਿੱਦਾਂ ਤਿਆਰ ਹੁੰਦਾ ਆ, ਸੀਮੈਂਟ ਲੱਗਦਾ, ਇੱਟਾਂ ਲੱਗਦੀ, ਰੇਤਾ ਲੱਗਦੀ, ਲੇਬਰ ਲੱਗਦੀ ਆ, ਪਲਸਤਰ ਹੁੰਦਾ, ਪੇਂਟ ਹੁੰਦਾ ਆ, ਫਿਰ ਡੈਕੋਰੇਸ਼ਨ ਹੁੰਦੀ ਆ, ਫਿਰ ਸਮਾਨ ਆਉਂਦਾ ਆ। ਇਹ ਸਾਰੀਆਂ ਚੀਜ਼ਾਂ ਇੱਥੇ ਵਿਹਲੇ ਬੈਠੇ ਪ੍ਰਾਰਥਨਾ ਕਰਦੇ ਉਧਰ ਆਪਣੇ ਆਪ ਹੋਈ ਜਾਣੀਆਂ। ਕਿੰਨੀ ਚੰਗੀ ਗੱਲ ਅਗਰ ਵਿਚਾਰ ਕਰੋ ਤੁਸੀਂ। ਯਿਸੂ ਮਸੀਹ ਕਹਿੰਦੇ ਮੈਂ ਜਾ ਰਿਹਾ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਦੇ ਲਈ। ਜ਼ਮੀਨ ਲਈ ਆ, ਤਿਆਰ ਅਸੀਂ ਕਰਨਾ ਆ ਇੱਥੇ ਹੀ, ਪ੍ਰਾਰਥਨਾ ਦੇ ਨਾਲ, ਬਾਈਬਲ ਦੇ ਅਨੁਸਾਰ ਚੱਲਣ ਦੇ ਨਾਲ, ਬਾਈਬਲ ਨੂੰ ਆਪਣੇ ਅੰਦਰ ਗ੍ਰਹਿਣ ਕਰਨ ਦੇ ਦੌਰਾਨ, ਔਰ ਖੁਦਾਵੰਦ ਦਾ ਕੰਮ ਕਰਨ ਦੇ ਦੌਰਾਨ ਥੋੜੇ ਜਿਹੇ ਵਫਾਦਾਰ ਰਵਾਂਗੇ, ਇੱਕ ਦਿਨ ਬਹੁਤੇ ਦੇ ਵਿੱਚ ਵੀ ਵਫਾਦਾਰ ਹੋਵਾਂਗੇ। ਨਾਦਾਨਗੀ ਚੋਂ ਬਾਹਰ ਆ ਜਾਓ। ਕੱਲ ਤਿਆਰੀ ਕਰਾਂਗੇ, ਪਰਸੋਂ ਤਿਆਰੀ ਕਰਾਂਗੇ, ਫਿਰ ਤੌਬਾ ਕਰਾਂਗੇ, ਫਿਰ ਤੋਂ ਬਾਈਬਲ ਦੁਆਰਾ ਤੋਂ ਸ਼ੁਰੂ ਕਰਾਂਗੇ, ਫਿਰ ਤੋਂ ਖੜੇ ਹੋਵਾਂਗੇ। ਬਾਰ-ਬਾਰ ਡਿੱਗਣਾ ਬੰਦ ਕਰ ਦਿਓ, ਇਸ ਨਾਦਾਨਗੀ ਚੋਂ ਬਾਹਰ ਆ ਜਾਓ। ਦੁੱਖਾਂ ਦੇ ਵਿੱਚ ਖੁਦਾਵੰਦ ਦੇ ਕੋਲ ਜਾਓ, ਨਾ ਕਿ ਠੇਕੇ ਤੇ ਜਾਓ। ਘਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਆ, ਕੋਈ ਦੁੱਖ ਆ ਗਿਆ ਆ, ਠੇਕੇ ਤੇ ਜਾਣ ਦੀ ਬਜਾਏ ਅਗਰ ਤੁਸੀਂ ਚਰਚ ਦੇ ਵਿੱਚ ਜਾਓ ਜਾਂ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਜਾਓ ਤੇ ਉਹ ਬੈਟਰ ਆ ਤੁਹਾਡੇ ਲਈ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾਏ। ਨਾਦਾਨਗੀ ਦੇ ਵਿੱਚੋਂ ਬਾਹਰ ਆ ਜਾਓ। ਜਿਹੜੀ ਨਾਦਾਨਗੀ ਦੇ ਵਿੱਚ ਖੁਦਾਵੰਦ ਨੇ ਸ਼ੈਤਾਨ ਨੇ ਲੋਕਾਂ ਨੂੰ ਪਾਇਆ ਹੋਇਆ ਕਿ ਮੇਰੇ ਕੋਲ ਬਹੁਤ ਸਮਾਂ ਆ ਸਹੀ ਹੋਣ ਦੇ ਲਈ, ਮੇਰੇ ਕੋਲ ਬਹੁਤ ਸਮਾਂ ਤੌਬਾ ਕਰਨ ਦੇ ਲਈ, ਮੇਰੇ ਕੋਲ ਬਹੁਤ ਸਮਾਂ ਆ ਖੁਦਾਵੰਦ ਨਾਲ ਚੱਲਣ ਦੇ ਲਈ, ਮੇਰੇ ਕੋਲ ਬਹੁਤ ਸਮਾਂ ਆ ਵਫਾਦਾਰ ਹੋਣ ਦੇ ਲਈ, ਮੇਰੇ ਕੋਲ ਬਹੁਤ ਸਮਾਂ ਆ। ਨਹੀਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਮਾਂ ਨਹੀਂ ਆ ਹੁਣ। ਖੁਦਾਵੰਦ ਦਾ ਆਉਣਾ ਬਹੁਤ ਨਜ਼ਦੀਕ ਆ। ਉਹ ਅੱਜ ਵੀ ਆ ਸਕਦੇ, ਉਹ ਕੱਲ ਵੀ ਆ ਸਕਦੇ ਆ, ਅੱਜ ਰਾਤ ਵੀ ਆ ਸਕਦੇ ਆ, ਕਿਉਂਕਿ ਗੱਲਾਂ ਪੂਰੀਆਂ ਹੋ ਚੁੱਕੀਆਂ ਆ ਜਾਂ ਹੋ ਰਹੀਆਂ ਆ। ਕੀ ਜਵਾਬ ਦੇਵਾਂਗੇ ਖੁਦਾ ਨੂੰ? ਕੀ ਮੂੰਹ ਦਿਖਾਵਾਂਗੇ? ਖੁਦਾ ਮੈਂ ਤਾਂ ਹਫਤੇ ਦਾ ਸੋਚਿਆ ਸੀ ਕਿ ਹਫਤੇ ਬਾਅਦ ਤੌਬਾ ਕਰਨੀ ਆ। ਕੀ ਜਵਾਬ ਦਵਾਂਗੇ ਖੁਦਾ ਨੂੰ? ਇਸ ਨਾਦਾਨਗੀ ਦੇ ਵਿੱਚੋਂ ਬਾਹਰ ਆ ਜਾਓ। ਮੇਰਾ ਪਰਮੇਸ਼ਵਰ ਤੁਹਾਨੂੰ ਬਲ ਦੇਵੇ। ਜਿੱਦਾਂ ਪਤਰਸ ਦਾ ਸੱਜਾ ਹੱਥ ਫੜ ਕੇ ਉਹਨੇ ਪਾਣੀ ਚੋਂ ਉਹਨੂੰ ਬਾਹਰ ਕੱਢਿਆ ਡੁੱਬਦੇ ਹੋਏ ਨੂੰ, ਅੱਜ ਮੇਰਾ ਖੁਦਾ ਤੁਹਾਨੂੰ ਵੀ ਆਪਣੇ ਸੱਜਾ ਹੱਥ ਵਧਾ ਕੇ ਤੁਹਾਨੂੰ ਫੜ ਕੇ ਬਾਹਰ ਕੱਢੇ ਕਰਜ਼ੇ ਚੋਂ, ਦੁੱਖਾਂ ਚੋਂ, ਪਰੇਸ਼ਾਨੀਆਂ ਚੋਂ, ਬਿਮਾਰੀ ਚੋਂ, ਯਿਸੂ ਦੇ ਨਾਮ ਵਿੱਚ। ਬੋਲੋ ਆਮੀਨ। ਹਾਲੇਲੂਇਆ। ਖੁਦਾਵੰਦ ਤੁਹਾਨੂੰ ਇਹਨਾਂ ਗੱਲਾਂ ਦੇ ਦੁਆਰਾ, ਇਹਨਾਂ ਵਚਨਾਂ ਦੇ ਦੁਆਰਾ ਔਰ ਆਪਣੀ ਹਜ਼ੂਰੀ ਦੇ ਦੁਆਰਾ, ਪਵਿੱਤਰ ਆਤਮਾ ਦੀ ਭਰਪੂਰੀ ਦੇ ਦੁਆਰਾ ਬਹੁਤਾਇਤ ਦੀ ਬਰਕਤ ਔਰ ਆਸ਼ੀਸ਼ ਦੇਵੇ। ਮੇ ਗॉड ਬਲੈਸ। ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਬਣੇ ਰਹੋ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਧਿਆਨ ਦਿੱਤਾ ਹੈ ਵਚਨ ਦੇ ਵੱਲ ਔਰ ਗੌਰ ਵੀ ਕਰਨਾ ਇਸ ਵਚਨ ਦੇ ਉੱਪਰ। ਨਾਦਾਨਪੁਣੇ ਦੇ ਵਿੱਚ ਬਾਹਰ ਆ ਜਾਓ। ਇੱਕ ਬੰਦਾ ਕਹਿੰਦਾ ਮੈਂ ਬਹੁਤ ਧਨ ਜੋੜ ਲਿਆ ਆ, ਆਪਣੇ ਆਪ ਨੂੰ ਕਹਿੰਦਾ ਹੁਣ ਖਾ ਪੀ ਤੇ ਮੌਜ ਕਰ, ਖਤਮ ਹੋਣ ਵਾਲਾ ਨਹੀਂ ਆ, ਅੱਗੇ ਤੋਂ ਅੱਗੇ ਹੋਰ ਜੁੜੀ ਜਾਣਾ ਆ। ਜਿੰਨਾ ਖਰਚਣਾ ਉਨਾ ਹੀ ਹੋਰ ਜੁੜ ਜਾਣਾ ਆ। ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਆ ਕਿ ਅਸੀਂ ਸਵਰਗ ਕਿੱਦਾਂ ਪਹੁੰਚਣਾ, ਅਸੀਂ ਖੁਦਾ ਦੇ ਨਜ਼ਦੀਕ ਕਿੱਦਾਂ ਜਾਣਾ। ਹਾਲੇਲੂਇਆ। ਕੱਲਾ ਪੈਸਾ ਕਮਾਉਣ ਦੇ ਵਿੱਚ ਨਾ ਲੱਗੇ ਰਹੋ। ਖੁਦਾ ਦੀ ਨਜ਼ਰਾਂ ਦੇ ਵਿੱਚ ਵੀ ਕੁਝ ਕਮਾਓ। ਖੁਦਾ ਦੇ ਕੋਲੋਂ ਵੀ ਕੁਝ ਇੱਜ਼ਤ ਕਮਾਓ। ਬਾਈਬਲ ਕਹਿੰਦਾ ਇਹੋ ਜਿਹਾ ਮਨੁੱਖ ਖੁਦਾ ਦੀ ਨਜ਼ਰਾਂ ਦੇ ਵਿੱਚ ਧਨਵਾਨ ਨਹੀਂ ਆ, ਕੰਗਾਲ ਆ। ਹਾਲੇਲੂਇਆ। ਉਮੀਦ ਕਰਦਾ ਹਾਂ ਅੱਜ ਦਾ ਵਚਨ ਜੋ ਕਿ ਬਹੁਤ ਪ੍ਰਭਾਵਸ਼ਾਲੀ ਸੀਗਾ ਤੁਹਾਡੇ ਹਿਰਦਿਆਂ ਦੇ ਵਿੱਚ ਕੰਮ ਕਰੇ। ਅੱਜ ਦੇ ਵਚਨ ਦਾ ਬੀਜ ਤੁਹਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ ਤੇ 100 ਦਾ 100 ਗੁਣਾ ਫਲਦਾਇਕ ਹੋਵੇ। ਬੋਲੋ ਆਮੀਨ। ਹਾਲੇਲੂਇਆ। ਅਗਰ ਕਿਸੇ ਦਾ ਪ੍ਰਾਰਥਨਾ ਨਿਵੇਦਨ ਹੈ ਤਾਂ ਤੁਸੀਂ ਆਪਣਾ ਪ੍ਰਾਰਥਨਾ ਨਿਵੇਦਨ ਭੇਜ ਸਕਦੇ ਆ ਔਰ ਉਹ ਪ੍ਰਾਰਥਨਾ ਨਿਵੇਦਨ ਜਿਹੜਾ ਆ ਮੇਰੇ ਤੱਕ ਪਹੁੰਚ ਜਾਏਗਾ ਔਰ ਮੈਂ ਤੁਹਾਡੇ ਲਈ ਜ਼ਰੂਰ ਪ੍ਰਾਰਥਨਾ ਕਰਾਂਗਾ। ਵੇਲਾ ਪਹੁੰਚਿਆ ਆਖਰੀ ਪ੍ਰਾਰਥਨਾ ਦੇ ਵਿੱਚ ਜਾਣ ਦਾ, ਬਰਕਤ ਦੇ ਕਲਮੇ ਦੇ ਵਿੱਚ ਜਾਣ ਦਾ। ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਦ ਜੀ, ਇਸ ਆਦਰਯੋਗ ਸਮੇਂ ਦੇ ਲਈ ਜੋ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਬਖਸ਼ਿਆ। ਧੰਨਵਾਦ ਕਰਦੇ ਹਾਂ ਅੱਜ ਦੀ ਅੱਛੀ ਆਰਾਧਨਾ ਦੇ ਲਈ, ਅੱਜ ਦੀ ਮੀਟਿੰਗ ਦੇ ਲਈ, ਜਿਹਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ
ਸੰਭਾਲਿਆ ਪ੍ਰਭੂ। ਧੰਨਵਾਦ ਕਰਦੇ ਹਾਂ ਅੱਜ ਦੇ ਵਚਨ ਦੇ ਦੁਆਰਾ ਤੁਸੀਂ ਸਾਡੇ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈ, ਸਾਨੂੰ ਨਦਾਨਪੁਣੇ ਦੇ ਵਿੱਚੋਂ ਬਾਹਰ ਕੱਢਿਆ। ਅਸੀਂ ਧੰਨਵਾਦ ਕਰਦੇ ਹਾਂ, ਅੱਜ ਅਸੀਂ ਨਿਕਲ ਚੁੱਕੇ ਹਾਂ ਨਦਾਨਪੁਣੇ ਚੋਂ ਪ੍ਰਭੂ। ਅਸੀਂ ਹੁਣ ਇਹਨਾਂ ਦੇ ਉੱਪਰ ਵਿਚਾਰ ਨਹੀਂ ਕਰਦੇ ਰਹਿਣਾ, ਅਸੀਂ ਸੋਚਦੇ ਨਹੀਂ ਰਹਿਣਾ ਮੇਰੇ ਪ੍ਰਭੂ। ਅਸੀਂ ਨਿਕਲ ਗਏ ਹਾਂ ਬਾਹਰ, ਇਸ ਨਦਾਨਪੁਣੇ ਦੇ ਵਿੱਚੋਂ ਬਾਹਰ ਨਿਕਲ ਆਏ ਹਾਂ। ਯਿਸੂ ਮਸੀਹ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ। ਔਰ ਵੱਡੀ ਕਿਰਪਾ ਕਰਨਾ ਖੁਦਾਵੰਦ, ਔਰ ਆਪਣਾ ਸੱਜਾ ਹੱਥ ਵਧਾ ਕੇ ਰੱਖਣਾ ਸਾਡੀ ਜ਼ਿੰਦਗੀਆਂ ਦੇ ਉੱਪਰ ਮੇਰੇ ਪ੍ਰਭੂ। ਹਰ ਇੱਕ ਜ਼ਰੂਰਤ ਨੂੰ ਪੂਰਾ ਕਰਨਾ ਮੇਰੇ ਪ੍ਰਭੂ। ਇਹ ਵੀ ਕਰਦੇ ਰਹੀਏ ਔਰ ਉਹ ਵੀ ਨਾ ਛੱਡੀਏ ਪ੍ਰਭੂ। ਜੌਬ ਵੀ ਕਰਦੇ ਰਹੀਏ ਔਰ ਪ੍ਰਾਰਥਨਾ ਵੀ ਨਾ ਛੱਡੀਏ ਮੇਰੇ ਪ੍ਰਭੂ। ਤੁਹਾਡੇ ਨਾਲ ਸੰਬੰਧ ਵੀ ਮਜ਼ਬੂਤ ਰੱਖੀਏ ਖੁਦਾਵੰਦ। ਤੁਹਾਡਾ ਧੰਨਵਾਦ ਕਰਦੇ, ਇਸ ਤਰ੍ਹਾਂ ਆਪਣੇ ਲੋਕਾਂ ਨੂੰ ਬਣਾ ਦਿਓ ਮੇਰੇ ਪ੍ਰਭੂ। ਤਾਰੀਫ ਕਰਦੇ, ਤੁਹਾਡੀ ਵਡਿਆਈ ਕਰਦੇ, ਤੁਹਾਡੇ ਨਾਮ ਨੂੰ ਮੁਬਾਰਕ ਆਖਦੇ ਹਾਂ। ਤੁਸੀਂ ਜੋ ਵੱਡੇ ਵੱਡੇ ਕੰਮ ਕਰਨ ਵਾਲੇ ਖੁਦਾਵੰਦਿਆਂ, ਅਸੀਂ ਚਾਹੁੰਦੇ ਹਾਂ ਸਾਡੀ ਜ਼ਿੰਦਗੀਆਂ 'ਚ ਵੀ ਤੁਸੀਂ ਵੱਡੇ ਵੱਡੇ ਕੰਮ ਕਰੋ। ਅਸੀਂ ਸੁਣੇ ਹੀ ਹਾਂ ਲੋਕਾਂ ਦੀਆਂ ਜ਼ਿੰਦਗੀਆਂ 'ਚ ਕੰਮ ਹੁੰਦੇ, ਪ੍ਰਭੂ ਸਾਡੀ ਜ਼ਿੰਦਗੀਆਂ 'ਚ ਵੀ ਹੋਣ ਮੇਰੇ ਪ੍ਰਭੂ। ਧੰਨਵਾਦ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ, ਔਰ ਸ਼ੁਕਰ ਕਰਦੇ ਹਾਂ ਪ੍ਰਭੂ ਆਨਲਾਈਨ ਵਿਊਵਰਸ ਦੇ ਲਈ ਜਿਨ੍ਹਾਂ ਨੇ ਅੱਜ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਅੱਜ ਦੇ ਵਚਨ ਨੂੰ ਸਮੇਂ ਦਿੱਤਾ, ਆਪਣੀ ਜ਼ਿੰਦਗੀਆਂ 'ਚ ਗ੍ਰਹਿਣ ਕੀਤਾ ਪ੍ਰਭੂ। ਅੱਜ ਦਾ ਵਚਨ ਹਿਰਦਿਆਂ ਨੂੰ ਝੰਜੋਲ ਦੇਵੇ ਮੇਰੇ ਪ੍ਰਭੂ। ਹਿਰਦੇ ਛਿਦੇ ਜਾਣ ਔਰ ਜ਼ਿੰਦਗੀਆਂ ਖੁਦਾਵੰਦ ਨਦਾਨਪੁਣੇ ਦੇ ਵਿੱਚੋਂ ਬਾਹਰ ਆ ਜਾਣ ਮੇਰੇ ਪ੍ਰਭੂ। ਧੰਨਵਾਦ ਕਰਦੇ ਸਾਰੀ ਗੱਲਾਂ ਬਾਤਾਂ ਦੇ ਲਈ, ਪ੍ਰਾਰਥਨਾ ਨੂੰ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਸਾਡੇ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਦੀ ਕਿਰਪਾ ਔਰ ਪਵਿੱਤਰ ਆਤਮਾ ਦੀ ਸੰਗਤ ਸਾਡੇ ਸਾਰਿਆਂ ਦੇ ਨਾਲ, ਪ੍ਰਭੂ ਦੇ तमाम ਮਸੀਹ ਮੁਕੱਦਸ ਲੋਕਾਂ ਦੇ ਨਾਲ ਹੁਣ ਤੋਂ ਲੈ ਕੇ ਪ੍ਰਭੂ ਦੀ ਦੂਸਰੀ ਆਮਦ ਤੱਕ ਹੁੰਦੀ ਰਹੇ, ਆਮੀਨ, ਆਮੀਨ। may God bless। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤ ਆਇਤ ਦੀ ਆਸ਼ੀਸ਼ ਔਰ ਬਰਕਤ ਦੇਵੇ। ਔਰ ਇਹ ਆਸ ਕਰਦੇ ਹਾਂ ਕਿ ਅੱਜ ਦਾ ਵਚਨ ਜਿਹੜਾ ਆ ਸਿੱਧਾ ਹੀ ਤੁਹਾਡੇ ਹਿਰਦਿਆਂ ਦੇ ਵਿੱਚ ਜਮਾ ਹੋ ਚੁੱਕਾ ਹੈ, ਔਰ ਇਹਨੂੰ ਕੰਮ ਕਰਨ ਦੇਣਾ ਆਪਣੇ ਅੰਦਰ। ਕਿਉਂਕਿ ਜੇ ਕੰਮ ਕਰਨ ਦਓਗੇ ਤਾਂ ਹੀ ਇਹਨੇ ਕੰਮ ਕਰਨਾ ਹੈ, ਨਹੀਂ ਤਾਂ ਨਹੀਂ ਕਰਨਾ। ਹਾਲੇਲੂਇਆ। ਔਰ ਅੱਜ ਤੋਂ ਬਾਅਦ ਅਸੀਂ ਆਪਣੀ ਤਰੱਕੀ ਦੇ ਜਿਹੜੇ ਰਾਹ ਆ ਉਹਨਾਂ ਨੂੰ ਫੜਨਾ ਸ਼ੁਰੂ ਕਰ ਦੇਣਾ। ਨਦਾਨਪੁਣੇ ਦੇ ਵਿੱਚੋਂ ਬਾਹਰ ਆ ਜਾਣਾ ਹੈ। ਅੱਜ ਹੀ ਚੱਲਣਾ ਸ਼ੁਰੂ ਹੋਵੋ ਖੁਦਾਵੰਦ ਦੇ ਨਾਲ, ਅੱਜ ਹੀ ਵਫਾਦਾਰ ਹੋਵੋ ਖੁਦਾਵੰਦ ਦੇ ਨਾਲ, ਅੱਜ ਹੀ ਇਮਾਨਦਾਰ ਹੋਵੋ ਖੁਦਾਵੰਦ ਨਾਲ। ਕਹਿੰਦਾ ਜਿੱਦਾਂ ਉਹ ਪਵਿੱਤਰ ਆ ਤੁਹਾਡੇ ਘੱਲਣ ਵਾਲਾ, ਉਦਾਂ ਉਂਝ ਤੁਸੀਂ ਵੀ ਪਵਿੱਤਰ ਬਣੋ। ਤੇ ਦੋ ਵਫਾਦਾਰ ਸੀ, ਉਦਾਂ ਤੁਸੀਂ ਵੀ ਪਵਿੱਤਰ ਹੋਵੋ, ਵਫਾਦਾਰ ਹੋਵੋ। ਯਿਸੂ ਨੇ ਇੱਥੇ ਰਹਿ ਕੇ ਆਪਾਂ ਨੂੰ ਸਿਖਾ ਦਿੱਤਾ ਕਿੱਦਾਂ ਉਹ ਪਰਮੇਸ਼ਵਰ ਦੇ ਨਾਲ ਵਫਾਦਾਰ ਰਹੇ, ਕਿੱਦਾਂ ਉਹ ਇਮਾਨਦਾਰ ਰਹੇ, ਕਿੱਦਾਂ ਉਹ ਪਵਿੱਤਰ ਰਹੇ। ਕਹਿੰਦਾ ਜਿੱਦਾਂ ਉਹ ਪਵਿੱਤਰ ਹੈ ਉਦਾਂ ਤੁਸੀਂ ਵੀ ਰਹੋ। ਜਿੱਦਾਂ ਉਹ ਸੰਪੂਰਨ ਸੀਗਾ ਤੁਸੀਂ ਵੀ ਸੰਪੂਰਨਤਾਈ ਦੇ ਵਿੱਚ ਆ ਜਾਓ। ਹਾਲੇਲੂਇਆ। ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਔਰ ਬਾਈਬਲ ਪੜ੍ਹਦੇ ਰਹੋ, ਪ੍ਰਾਰਥਨਾ ਕਰਦੇ ਰਹੋ, ਆਤਮਕ ਸੰਗਤੀ ਕਰਦੇ ਰਹੋ, ਔਰ ਆਪਣੇ ਪਾਸਟਰ ਦੇ ਲਈ ਪ੍ਰਾਰਥਨਾ ਕਰਦੇ ਰਹੋ। ਔਰ ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। may God bless। ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਪਾਸਟਰ ਹਸਨ ਸੈਮੂਅਲ ਦੇ ਵੱਲੋਂ ਤੁਹਾਨੂੰ ਸ਼ਾਂਤੀ ਮਿਲੇ, ਆਮੀਨ।